ਲੇਖਕ ਕ੍ਰਿਸ਼ਨ ਪ੍ਰਤਾਪ ਦਾ ਨਾਵਲ ਹੈ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ। ਅੰਗ 23ਵਾਂ। ਇੱਕ ਦਿਨ ਪੁਲਿਸ ਵਿਭਾਗ ਦਾ ਇੱਕ ਹਰਕਾਰਾ ਲਿਖਤੀ ਸੰਦੇਸ਼ ਲੈ ਕੇ ਆ ਗਿਆ ਕਿ ਤੁਸੀਂ ਕੱਲ੍ਹ ਨੂੰ ਆਪਣੀ ਕੀਤੀ ਹੋਈ ਸ਼ਿਕਾਇਤ ਦੇ ਸਬੰਧ ਵਿੱਚ DSP ਕੋਲ ਆਪਣੇ ਪੱਖ ਦੇ ਸਬੂਤ ਤੇ ਗਵਾਹ ਲੈ ਕੇ ਪੇਸ਼ ਹੋਵੋ। ਸਤਬਚਨ ਜੀ ਆਖ ਕੇ ਮੈਂ ਉਹਦੇ ਕਾਗਜ਼ ਤੇ ਦਸਖਤ ਕਰ ਦਿੱਤੇ। ਸ਼ਾਮ ਤੀਕਰ ਮੈਂ ਆਪਣੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਸਾਰੇ ਸਬੂਤ ਥਾਂ ਸਿਰ ਕਰ ਲਏ ਸਨ। ਅਗਲੇ ਦਿਨ ਮੈਂ ਤੇ ਯਾਦਵਿੰਦਰ ਦੱਸੇ ਗਏ ਸਮੇਂ ਤੇ DSP ਦੇ ਦਫ਼ਤਰ 'ਚ ਪਹੁੰਚ ਗਏ ਤੇ ਮੈਂ ਰੀਡਰ ਨੂੰ ਆਪਣੇ ਆਉਣ ਬਾਰੇ ਸੂਚਿਤ ਕਰ ਦਿੱਤਾ। ਉਹਦੇ ਆਖੇ ਮੁਤਾਬਕ ਅਸੀਂ ਬਾਹਰ ਵਰਾਂਡੇ 'ਚ ਬੈਠ ਕੇ ਅਧਿਕਾਰੀ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਬੈਠੇ ਸਭ ਲੋਕਾਂ ਨੂੰ ਆਵਾਜ਼ ਵੱਜ ਚੁੱਕੀ ਸੀ, ਪਰ ਅਸੀਂ ਉਵੇਂ ਹੀ ਬੈਠੇ ਸੀ। ਸਾਨੂੰ ਇਕੱਲਿਆਂ ਨੂੰ ਵੇਖ ਕੇ ਦਰਵਾਜ਼ੇ 'ਚ ਖੜੇ ਸਿਪਾਹੀ ਨੇ ਸਾਨੂੰ ਅੰਦਰ ਜਾਣ ਦਾ ਇਸ਼ਾਰਾ ਕਰ ਦਿੱਤਾ। ਅਸੀਂ ਦਫ਼ਤਰ ਦੇ ਬੂਹੇ ਕੋਲ ਪੁੱਜੇ ਹੀ ਸੀ ਕਿ ਰੀਡਰ ਕਾਹਲੇ ਕਦਮੀ ਆਇਆ ਤੇ ਬੋਲਿਆ, ਅਜੇ ਇਹਨਾਂ ਦੇ ਮਿਲਣ ਦਾ ਸਮਾਂ ਨਹੀਂ ਹੋਇਆ, ਤੂੰ ਐਵੇਂ ਅੰਦਰ ਭੇਜੀ ਜਾਂਦਾ। ਉਹ ਸਿਪਾਹੀ ਨੂੰ ਟੁੱਟ ਕੇ ਪੈ ਗਿਆ। ਅਸੀਂ ਉਹਦੀ ਗੱਲ ਅਣਸੁਣੀ ਕਰਕੇ ਅੰਦਰ ਵੜ ਗਏ। ਰੀਡਰ ਦੀ ਸਾਨੂੰ ਅੰਦਰ ਆਉਣ ਤੋਂ ਰੋਕਣ ਦੀ ਜੁਰਤ ਨਾ ਪਈ। ਸਾਨੂੰ ਵੇਖ ਕੇ DSP ਨੇ ਕਾਹਲੀ ਨਾਲ ਪੁੱਛਿਆ, ਹਾਂ ਬਈ, ਤੁਹਾਡਾ ਕੀ ਮਸਲਾ ਹੈ ਬਈ? ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਯਾਦਵਿੰਦਰ ਬੋਲ ਪਿਆ, ਸਰ ਤੁਹਾਡੇ 2 ਕਰਮਚਾਰੀ ਬੜੀ ਦੇਰ ਤੋਂ ਸਾਨੂੰ ਤੰਗ ਪਰੇਸ਼ਾਨ ਕਰੀ ਜਾ ਰਹੇ ਨੇ। ਅਸੀਂ ਕਈ ਵਾਰ ਤੁਹਾਡੇ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਨੇ, ਪਰ ਕਿਤੇ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਇਸ ਲਈ 181 ਨੰਬਰ ਤੇ ਫੋਨ ਕੀਤਾ ਸੀ। ਇਹਨਾਂ ਆਖਦੇ ਨੇ ਉਹਨੇ ਗੇਟ 'ਚ ਖੜੀ ਬੱਸ ਦੀਆਂ ਤਸਵੀਰਾਂ ਉਹਦੇ ਅੱਗੇ ਰੱਖਤੀਆਂ। ਤੁਸੀਂ ਕੰਮ ਕੀ ਕਰਦੇ ਹੋ? DSP ਨੇ ਤਸਵੀਰਾਂ ਤੇ ਨਿਗਾਹ ਮਾਰਦੇ ਮਾਰਦੇ ਹੀ ਪੁੱਛਿਆ। ਦੋਵੇਂ ਸਰਕਾਰੀ ਸਕੂਲ ਮਾਸਟਰ ਹਾਂ ਜੀ, ਯਾਦਵਿੰਦਰ ਨੇ ਸੰਖੇਪ ਜਿਹਾ ਉੱਤਰ ਦਿੱਤਾ। ਫੋਟੋਆਂ ਨੂੰ ਧਿਆਨ ਨਾਲ ਵੇਖਣ ਤੋਂ ਬਾਅਦ ਉਹਨੇ ਤਸਵੀਰਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਹੋਰ ਪੁੱਛੀਆਂ, ਜਿਨ੍ਹਾਂ ਦੇ ਮਾਕੂਲ ਜਵਾਬ ਅਸੀਂ ਨਾਲੋਂ ਨਾਲ ਹੀ ਦਿੰਦੇ ਗਏ। ਕੁਝ ਦੇਰ ਬਾਅਦ ਉਹਨੇ ਘੰਟੀ ਮਾਰੀ ਤੇ ਰੀਡਰ ਝੱਟ ਦੇਣੇ ਹਾਜ਼ਰ ਹੋ ਗਿਆ। DSP ਬੜੇ ਗੁੱਸੇ 'ਚ ਰੀਡਰ ਨੂੰ ਆਖਣ ਲੱਗ ਪਿਆ, ਓਏ ਗੱਲ ਸੁਣ ਮੇਰੀ, ਬੁਲਾ ਉਹਨਾਂ ਦੋਵਾਂ ਸਾਹਬਾਂ ਨੂੰ ਤੇ ਮੇਰੇ ਸਾਹਮਣੇ ਪੇਸ਼ ਕਰ। ਇਹਨਾਂ ਨੇ ਕੀ ਗੰਦ ਪਾ ਰੱਖਿਆ, ਮਹਿਕਮੇ ਦੀ ਬਦਨਾਮੀ ਕਰਵਾਈ ਜਾਂਦੇ ਨੇ। ਨਾਲੇ ਹੁਣੇ ਹੀ ਮੁਲਾਜ਼ਮ ਭੇਜ ਕੇ ਆਂਢ ਗੁਆਂਢ ਦੇ ਬਿਆਨ ਵੀ ਲੈ ਕੇ ਆਓ, ਪਤਾ ਕਰੋ ਸੱਚਾਈ ਕੀ ਹੈ। ਸਰ, ਮਹੱਲੇ 'ਚ ਇਹਨਾਂ ਦੀ ਇੰਨੀ ਦਹਿਸ਼ਤ ਹੈ ਕਿ ਇਹਨਾਂ ਵਿਰੁੱਧ ਕਿਸੇ ਨੇ ਵੀ ਬਿਆਨ ਨਹੀਂ ਦੇਣੇ। ਮੈਂ ਉਹਦੀ ਗੱਲ ਵਿੱਚੋਂ ਹੀ ਟੋਕਤੀ। ਮੁਹੱਲੇ ਵਾਲੇ ਬਿਆਨ ਨਹੀਂ ਦੇਣਗੇ ਤਾਂ ਕੋਈ ਨਹੀਂ, ਤੁਸੀਂ ਤਾਂ ਦਿਓਗੇ ਆਪਣੇ ਬਿਆਨ ਕਿ ਨਹੀਂ? DSP ਮੈਨੂੰ ਸੰਬੋਧਿਤ ਹੁੰਦਾ ਬੋਲਿਆ, ਸਰ ਬਿਆਨ ਕੀ, ਅਸੀਂ ਤਾਂ ਸਾਰੇ ਸਬੂਤ ਲੈ ਕੇ ਆਏ ਹਾਂ। ਧੱਕੇ ਖਾਂਦਿਆਂ ਨੂੰ ਸਾਲ ਹੋ ਗਿਆ, ਸਾਡੀ ਤਾਂ ਕਿਧਰੇ ਵੀ ਸੁਣਵਾਈ ਨਹੀਂ ਹੋਈ। ਇਸੇ ਕਰਕੇ ਹੀ ਉਹ ਬੱਸ ਨੂੰ ਨਿੱਤ ਸਾਡੇ ਦਰਵਾਜ਼ੇ ਅੱਗੇ ਆ ਲਾਉਂਦੇ ਸੀ ਕਿ ਇਹ ਸਰਕਾਰੀ ਡਿਊਟੀ ਤੇ ਆ, ਇਹਨੂੰ ਕੋਈ ਨਹੀਂ ਰੋਕ ਸਕਦਾ। ਮੈਂ ਬੇਨਤੀ ਕਰਨ ਦੇ ਅੰਦਾਜ਼ 'ਚ ਆਖਿਆ। ਮੇਰੀ ਹਾਲਤ ਵੇਖ ਕੇ ਗੁੱਸੇ ਨਾਲ ਬੋਲਿਆ, ਯਾਰ ਤੂੰ ਗੱਲ ਕੀ ਕਰਦਾ? ਮੈਂ ਕਿਸੇ ਵੀ ਜਗ੍ਹਾ ਰੇਡ ਮਾਰਨ ਵੀ ਜਾਵਾਂ ਤਾਂ ਮੈਂ ਡਿਊਟੀ ਤੇ ਹੁੰਦੇ ਹੋਏ ਵੀ ਆਪਣੀ ਉਹ ਜਿਪਸੀ ਤੁਹਾਡੇ ਬੂਹੇ ਅੱਗੇ ਨਹੀਂ ਖੜੀ ਕਰ ਸਕਦਾ। ਇਹ ਤਾਂ ਫਿਰ ਵੀ ਸਕੂਲ ਵਾਲੀ ਬੱਸ ਆ, ਕਮਾਲ ਦੀ ਗੱਲ ਆ। ਸ਼ਿਕਾਇਤ ਨਾਲ ਸੰਬੰਧਿਤ ਕੁਝ ਹੋਰ ਗੱਲਾਂ ਦੱਸਣ ਤੋਂ ਬਾਅਦ ਅਸੀਂ ਦਫ਼ਤਰ 'ਚੋਂ ਬਾਹਰ ਆ ਗਏ। ਇਸ ਨਵੇਂ DSP ਦੀ ਗਰਮੀ ਤੇ ਸਾਡੇ ਪ੍ਰਤੀ ਪੈਦਾ ਹੋਈ ਹਮਦਰਦੀ ਵੇਖ ਕੇ ਸਾਨੂੰ ਭਾਸਣ ਲੱਗ ਪਿਆ ਸੀ ਕਿ ਇਹ ਅਧਿਕਾਰੀ ਜ਼ਰੂਰੀ ਹੱਕ ਸੱਚ ਦੀ ਰਿਪੋਰਟ ਦੇਣ ਦੀ ਧਮਕੀ ਦੇ ਕੇ ਦੂਜੀ ਧਿਰ ਨੂੰ ਸਾਡੇ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦੇਗਾ। ਉਸ ਸ਼ਾਮ ਨੂੰ ਹੀ ਇੱਕ ਹੋਰ ਹਰਕਾਰਾ ਆਇਆ ਤੇ SSP ਨੂੰ ਮੇਰੇ ਦੁਆਰਾ ਕੀਤੀ ਗਈ ਬੱਸ ਦੀ ਦੁਰਵਰਤੋਂ ਸੰਬੰਧੀ ਕੇਸ ਦੇ ਸਬੰਧ 'ਚ ਥਾਣਾ ਮੁਖੀ ਦੇ ਅੱਗੇ ਪੇਸ਼ ਹੋਣ ਦਾ ਲਿਖਤੀ ਸੁਨੇਹਾ ਦੇ ਗਿਆ। ਇਹ ਬੁਲਾਵਾ SSP ਨੂੰ ਕਈ ਮਹੀਨੇ ਪਹਿਲਾਂ ਕੀਤੀ ਹੋਈ ਬੱਸ ਸੰਬੰਧੀ ਸ਼ਿਕਾਇਤ ਬਾਰੇ ਸੀ। ਅਸੀਂ ਸਮਝ ਗਏ ਕਿ 181 ਨੰਬਰ ਤੇ ਫੋਨ ਕਰਕੇ ਉਸ ਜਾਣਬੁੱਝ ਕੇ ਦੱਬੀ ਸ਼ਿਕਾਇਤ ਵਾਲੀ ਅਰਜੀ ਨੂੰ ਹੁਣ ਕਿਤੇ ਜਾ ਕੇ ਹਵਾ ਲਵਾਈ ਗਈ ਹੈ। ਕੋਈ ਨਹੀਂ, ਉੱਥੇ ਵੀ ਪੇਸ਼ ਹੋ ਜਾਵਾਂਗੇ, ਮੈਂ ਉਹਦੇ ਕਾਗਜ਼ ਉੱਤੇ ਦਸਖਤ ਕਰਦੇ ਬੇਦਿਲੀ ਜਿਹੀ ਨਾਲ ਆਖਿਆ। ਅਗਲੇ ਦਿਨ ਅਸੀਂ ਦੋਵੇਂ ਜਣੇ ਥਾਣੇ 'ਚ ਸਬ ਇੰਸਪੈਕਟਰ ਦੇ ਅੱਗੇ ਜਾ ਹਾਜ਼ਰ ਹੋਏ। ਉਹਨੇ ਬੜਾ ਹੀ ਭੋਲਾ ਜਿਹਾ ਬਣਦਿਆਂ ਬੜੇ ਪਿਆਰ ਨਾਲ ਸਾਡੀ ਸਾਰੀ ਗੱਲ ਸੁਣੀ। ਗੱਲ ਸੁਣ ਕੇ ਆਖਣ ਲੱਗਾ, ਜੇ ਉਹ ਤੁਹਾਡੇ ਦਰਵਾਜ਼ੇ ਅੱਗੇ ਬੱਸ ਨਾ ਖੜਾਉਣ ਬਾਰੇ ਗਰੰਟੀ ਦੇ ਦੇਣ ਤਾਂ ਫਿਰ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਨਾ? ਸਰ, ਜਿੰਨਾ ਚਿਰ ਸਾਡੇ ਕੋਲ ਉਹ ਮਕਾਨ ਹੈ ਉਨਾ ਚਿਰ ਅਸੀਂ ਤਾਂ ਸਾਹਮਣੇ ਘਰ ਵਿੱਚ ਵੀ ਬੱਸ ਨਹੀਂ ਖੜਨ ਦੇਣੀ। ਕੱਲ੍ਹ ਨੂੰ ਲੌਗ ਬੁੱਕ 'ਚ ਲਿਖ ਕੇ ਆ ਜਾਏਗਾ ਤੇ ਸਾਨੂੰ ਦਰੜ ਕੇ ਆਖ ਦੇਗਾ ਕਿ ਸਰਕਾਰੀ ਕੰਮ 'ਚ ਵਿਘਨ ਪਾ ਰਹੇ ਸੀ, ਇਸ ਲਈ ਥੱਲੇ ਦਿੱਤੇ ਨੇ। ਸਾਲ ਹੋ ਚੱਲਿਆ, ਸਾਡੀ ਤਾਂ ਪਹਿਲਾਂ ਹੀ ਕੋਈ ਸੁਣਵਾਈ ਨਹੀਂ ਹੋਈ, ਫਿਰ ਕਦੋਂ ਹੋਣੀ ਹੈ? ਯਾਦਵਿੰਦਰ ਨੇ ਉਹਦੀ ਗੱਲ ਦਾ ਜਵਾਬ ਇੰਨੇ ਵਧੀਆ ਢੰਗ ਨਾਲ ਦਿੱਤਾ ਕਿ ਉਹਨੂੰ ਵੀ ਲੱਗਣ ਲੱਗ ਪਿਆ ਸੀ ਕਿ ਉਹਨੇ ਸਹੀ ਬੰਦਿਆਂ ਤੋਂ ਗਲਤ ਪ੍ਰਸ਼ਨ ਪੁੱਛ ਲਿਆ। ਨਹੀਂ, ਮੇਰੇ ਕਹਿਣ ਦਾ ਮਤਲਬ ਤਾਂ ਇਹ ਸੀ ਕਿ ਜੇ ਦੋਵੇਂ ਧਿਰਾਂ ਦਾ ਰਾਜ਼ੀਨਾਮਾ ਕਰਵਾ ਦਈਏ ਤਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਉਹ ਆਪਣੇ ਬਚਾਅ 'ਚ ਆਖਣ ਲੱਗਾ। ਧਿਰਾਂ ਹੋਰ ਕਿਹੜੀਆਂ ਨੇ? ਅਸੀਂ ਹਾਂ ਤੇ ਦੂਜੇ ਪਾਸੇ ਦੋਵੇਂ ਪੁਲਸੀਏ ਤੇ ਇੱਕ ਨਜਾਇਜ਼ ਕਬਜ਼ਾ ਧਾਰਕ ਗੁਰਨੇਕ ਹੈ। ਗੁਰਨੇਕ ਵੀ ਉਹਨਾਂ ਦੇ ਸਿਰ ਤੇ ਹੀ ਚੰਬਲਿਆ ਫਿਰਦਾ। ਨਹੀਂ, ਉਹਦੇ 'ਚ ਹੈ ਕੀ? ਜੇ ਹਾਥੀ ਮਾਰ ਦਈਏ ਜੂਆਂ ਤਾਂ ਆਪੇ ਹੀ ਮਰ ਜਾਣਗੀਆਂ। ਮੈਂ ਉਹਦੇ ਸਮਝੌਤੇ ਵਾਲੇ ਪੱਖ ਦਾ ਸਮਰਥਨ ਕਰਦੇ ਹੋਏ ਆਖਿਆ।
ਚਲੋ ਮੈਂ ਉਹਨਾਂ ਨੂੰ ਪੁੱਛ ਕੇ ਵੇਖ ਲਵਾਂਗਾ। ਕੀ ਪਤਾ ਅਗਲੇ ਮੰਨਣ ਵੀ ਜਾਣਾ। ਕੀ ਪਤਾ ਉਹ ਬਿਆਨ ਦੇਣ ਆਏ ਤੁਹਾਡੇ ਵਿਰੁੱਧ ਕੋਈ ਹੋਰ ਹੀ ਸੱਪ ਕੱਢ ਮਾਰਨ। ਮੈਂ ਤਾਂ ਚਾਹੁੰਦਾ ਮਸਲਾ ਅੱਗੇ ਨਾ ਵਧੇ। ਤੁਸੀਂ ਆਪਣੇ ਬਿਆਨ ਮੁਨਸ਼ੀ ਨੂੰ ਲਿਖਵਾ ਜਾਓ। ਉਹਦੇ ਬੋਲਣ ਦੇ ਲਹਿਜੇ ਤੋਂ ਸਾਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਲੱਗਾ ਕਿ ਉਹ ਸਾਨੂੰ ਕੇਸ ਨੂੰ ਨਿਬੇੜਨ ਦੀ ਸਲਾਹ ਦੇ ਰਿਹਾ ਜਾਂ ਫਿਰ ਇਹਨੂੰ ਨਾ ਨਿਬੇੜ ਸਕਣ ਦੀ ਹਾਲਤ ਵਿੱਚ ਦੂਜੀ ਧਿਰ ਵੱਲੋਂ ਕੋਈ ਹੋਰ ਕੇਸ ਦਰਜ ਕਰਵਾ ਦੇਣ ਦੀ ਧਮਕੀ ਦੇ ਰਿਹਾ। ਅਸੀਂ ਆਪਣੇ ਸਾਰੇ ਦਸਤਾਵੇਜ਼ ਤੇ ਸਬੂਤ ਲਿਖਤੀ ਰੂਪ 'ਚ ਮੁਨਸ਼ੀ ਨੂੰ ਜਮ੍ਹਾਂ ਕਰਾਤੇ ਥਾਣੇ ਤੋਂ ਬਾਹਰ ਆ ਗਏ। ਸਾਡੇ ਦੋਵਾਂ ਦੀ ਸੋਚ ਉਸ ਜਾਂਚ ਅਧਿਕਾਰੀ ਨਾਲ ਹੋਈ ਗੱਲਬਾਤ ਤੇ ਉਸ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਸਮਝਣ ਤੇ ਵੱਖ-ਵੱਖ ਅਰਥਾਂ ਤੇ ਕੇਂਦਰਿਤ ਰਹੀ। ਸਾਡੇ ਲਈ ਇੱਕ ਮੱਕਾਰ ਅਧਿਕਾਰੀ ਦੇ ਬੋਲਾਂ ਦਾ ਅੰਦਾਜ਼ਾ ਲਾਉਣਾ ਔਖਾ ਹੋ ਰਿਹਾ ਸੀ। ਲਗਭਗ 1 ਸਾਲ ਦੀ ਇਸ ਭੱਜ ਦੌੜ ਨੇ ਮੈਨੂੰ ਬੜੇ ਹੀ ਸਬਕ ਸਿਖਾਤੇ ਸੀ। ਮੈਂ ਸੋਚਦਾ ਰਹਿੰਦਾ ਇਹਨਾਂ ਅਦਾਲਤਾਂ ਤੇ ਸਰਕਾਰੀ ਦਫ਼ਤਰਾਂ 'ਚ ਰੁਲਦੇ ਮਸਲੇ ਆਮ ਬੰਦਾ ਤਾਂ ਚੁਟਕੀ 'ਚ ਹੱਲ ਕਰ ਸਕਦਾ ਹੈ, ਪਰ ਇਹ ਕਾਨੂੰਨੀ ਪ੍ਰਕਿਰਿਆਵਾਂ ਮਸਲੇ ਨੂੰ ਇੰਨਾ ਪੇਚੀਦਾ ਤੇ ਲੰਬਾ ਬਣਾ ਦਿੰਦੀਆਂ ਕਿ ਕਈ ਮਸਲੇ ਤਾਂ ਆਪਣੀ ਮੂਲ ਸਮੱਸਿਆ ਤੋਂ ਭਟਕ ਕੇ ਕੋਈ ਹੋਰ ਹੀ ਸ਼ਕਲ ਅਖਤਿਆਰ ਕਰ ਲੈਂਦੇ ਆ। ਪੰਚਾਇਤੀ ਤੌਰ ਤੇ ਇਸ ਮਸਲੇ ਨੂੰ ਨਿਬੇੜਨ ਲਈ ਕੋਈ ਵੀ ਇਕੱਠ ਨਾ ਹੋਇਆ, ਪਰ ਮੀਡੀਏਸ਼ਨ ਵਾਲੀ ਤਰੀਕ ਆ ਗਈ ਸੀ। ਮੈਂ ਤੇ ਯਾਦਵਿੰਦਰ ਮੀਡੀਏਸ਼ਨ ਵਿਭਾਗ 'ਚ ਪੁੱਜ ਗਏ। ਕੁਝ ਦੇਰ ਬਾਅਦ ਗੁਰਨੇਕ ਵੀ ਆ ਗਿਆ। ਸਾਡੇ ਕੇਸ 'ਚ ਅਦਾਲਤ ਦੁਆਰਾ ਨਿਯੁਕਤ ਕੀਤਾ ਗਿਆ ਵਿਚੋਲਾ ਵਕੀਲ ਵੀ ਆ ਬੈਠਾ। ਉਹਨੇ ਪਹਿਲਾਂ ਸਾਡੇ ਕੋਲ ਕੇਸ ਦਾ ਵਿਸਥਾਰ ਪੁੱਛਿਆ। ਅਸੀਂ ਸਾਰੀ ਗੱਲ ਦੱਸਤੀ। ਫਿਰ ਉਹਨੇ ਗੁਰਨੇਕ ਨੂੰ ਬੁਲਾ ਕੇ ਉਹ ਤੋਂ ਕੇਸ ਦੀ ਸਾਰੀ ਜਾਣਕਾਰੀ ਹਾਸਲ ਕੀਤੀ। ਫਿਰ ਦੋਵਾਂ ਧਿਰਾਂ ਨੂੰ ਸੱਦ ਕੇ ਫਿਰ ਆਪਣਾ ਫੈਸਲਾ ਸੁਣਾ ਦਿੱਤਾ ਕਿ ਪੇਸ਼ ਕੀਤੇ ਗਏ ਸਬੂਤਾਂ ਤੇ ਦੋਵੇਂ ਧਿਰਾਂ ਦੇ ਬਿਆਨਾਂ ਦੀ ਰੋਸ਼ਨੀ 'ਚ ਤਾਂ ਇਹ ਕੇਸ ਮੁਦਾਇਲਾ ਦੇ ਹੱਕ ਵਿੱਚ ਜਾਣਾ ਬਣਦਾ ਹੈ। ਇਸ ਲਈ ਇਹਨੂੰ ਜ਼ਿਆਦਾ ਲਮਕਾਉਣਾ ਦੋਵੇਂ ਧਿਰਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਇਹ ਕੇਵਲ ਵਕਤ ਤੇ ਧਨ ਦੀ ਬਰਬਾਦੀ, ਹੋਰ ਕੁਝ ਨਹੀਂ। ਮੀਡੀਏਸ਼ਨ ਵਾਲਾ ਵਕੀਲ ਚਾਹੁੰਦਾ ਸੀ ਕਿ ਅਸੀਂ ਦੋਵੇਂ ਧਿਰਾਂ ਫੇਰ ਤੋਂ ਕੇਸ ਬਾਰੇ ਸੋਚੀਏ ਤੇ ਵਿਚਾਰੀਏ। ਉਹ ਇਸ ਵਾਸਤੇ ਹੋਰ ਸਮਾਂ ਦੇਣਾ ਚਾਹੁੰਦਾ ਸੀ। ਜਦ ਮੈਨੂੰ ਲੱਗਾ ਕਿ ਵਕੀਲ ਦਾ ਇਰਾਦਾ ਹੋਰ ਤਰੀਕ ਪਾਉਣ ਦਾ, ਮੈਂ ਬੋਲ ਪਿਆ, ਸਰ ਮੈਂ ਆਪਣਾ ਹੱਕ ਲਏ ਤੋਂ ਬਿਨਾਂ ਸਮਝੌਤਾ ਬਿਲਕੁਲ ਨਹੀਂ ਕਰਨਾ। ਤੁਹਾਡੇ ਵਾਲਾ ਫੈਸਲਾ ਤਾਂ ਪਹਿਲਾਂ ਵੀ ਮੀਡੀਏਸ਼ਨ ਵਾਲੇ ਵਿਚਲੇ ਵਕੀਲ ਸਾਹਿਬ ਇਸ ਅੰਕਲ ਨੂੰ ਸੁਣਾ ਗਏ ਸੀ। ਇਸ ਗੱਲ ਨੂੰ ਪੂਰਾ ਸਾਲ ਹੋਣ ਵਾਲਾ। ਇਹਨਾਂ ਨੇ ਸੋਚ ਲਿਆ ਹੀ ਹੋਏਗਾ। ਹੁਣ ਤਾਂ ਇਹਨਾਂ ਨੇ ਦੱਸਣਾ ਹੈ ਕਿ ਸਾਹਮਣੇ ਬੈਠੇ ਨੇ, ਦੱਸ ਦੇਣ ਕਿ ਕੇਸ ਅੱਗੇ ਵਧਾਉਣਾ ਜਾਂ ਫਿਰ ਨਿਬੇੜਨਾ। ਮੇਰਾ ਸਹੀ ਹੱਕ ਮਿਲ ਜਾਏ, ਮੈਂ ਹੁਣੇ ਹੀ ਮਸਲਾ ਨਿਬੇੜਨ ਵਾਸਤੇ ਤਿਆਰ ਹਾਂ। ਮੈਂ ਤਾਂ ਜੀ ਕੇਸ ਨੂੰ ਨਿਬੇੜ ਕੇ ਹੀ ਰਾਜੀ ਹਾਂ। ਮੈਨੂੰ ਤਾਂ ਇਹਨਾਂ ਤੇ ਤਰਸ ਆਉਂਦਾ ਹੈ। ਵਿਚਾਰੇ ਛੁੱਟੀਆਂ ਲੈ ਆਉਂਦੇ ਨੇ, ਮੈਂ ਤਾਂ ਘਰ ਵਿਹਲਾ ਹੀ ਹੁੰਦਾ। ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਪਰ ਇਹ ਹੀ ਨਹੀਂ ਮੰਨਦੇ। ਗੁਰਨੇਕ ਨੇ ਆਪਣੇ ਵਿਹਲੇ ਹੋਣ ਤੇ ਸਾਡੀਆਂ ਛੁੱਟੀਆਂ ਲੈਣ ਵਾਲੀ ਗੱਲ ਨੂੰ ਇਸ ਤਰ੍ਹਾਂ ਖੱਚਰੇਪਣ ਨਾਲ ਪੇਸ਼ ਕੀਤਾ ਕਿ ਜਿਵੇਂ ਉਹਨੂੰ ਇਸ ਕੇਸ ਦੀ ਭੋਰਾ ਭਰ ਵੀ ਪਰਵਾਹ ਨਹੀਂ ਹੈ। ਉਹ ਇਸ ਮਾਮਲੇ ਨੂੰ ਲਮਕਾ ਕੇ ਹੀ ਰਾਜੀ ਸੀ। ਮੈਨੂੰ ਉਹਦੀ ਇਸ ਗੱਲ ਤੇ ਖਿਝ ਆ ਗਈ ਤੇ ਯਾਦਵਿੰਦਰ ਨੂੰ ਗੁੱਸਾ ਚੜ ਗਿਆ। ਭੜਕ ਪਿਆ, ਅੰਕਲ ਜਦ ਕਿਸੇ ਨੂੰ ਅਕਲ ਸਿਖਾਉਣੀ ਹੋਵੇ ਤਾਂ ਛੁੱਟੀਆਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਤੂੰ ਸੱਚਾਈ ਤੇ ਆ ਕਿ ਤੂੰ ਵੱਧ ਥਾਂ ਵਲਿਆ ਹੋਇਆ ਕਿ ਨਹੀਂ। ਅੱਗੋਂ ਸਗੋਂ ਤੂੰ ਸਾਡੇ ਨਾਲ ਚਲਾਕੀਆਂ ਕਰੀ ਜਾਂਦਾ। ਇੱਕ ਚੋਰ ਦੂਜਾ ਚਤਰ। ਤੇਰੇ ਦਿਮਾਗ 'ਚ ਕੋਈ ਹੋਰ ਗੱਲ ਹੋਏਗੀ। ਤੇਰੇ ਵਰਗੇ ਨੂੰ ਪੜ੍ਹਨੇ ਪਾਉਣ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿਵੇਂ ਅਸੀਂ 42 ਡਿਗਰੀ ਤਾਪਮਾਨ 'ਚ ਧੁੱਪੇ ਸੜਦੇ ਫਿਰਿਆ ਨਾ, ਤੈਨੂੰ ਏਸੀ 'ਚੋਂ ਕੱਢ ਕੇ ਸੜਕਾਂ ਤੇ ਨਾ ਰੋਲਿਆ ਤਾਂ ਸਾਨੂੰ ਵੀ ਆਪਣੇ ਪਿਓ ਦਾ ਪੁੱਤ ਨਾ ਸਮਝੀ। ਯਾਦਵਿੰਦਰ ਦੀ ਗੱਲ ਸੁਣ ਕੇ ਉਹ ਘਬਰਾ ਗਿਆ ਤੇ ਘਬਰਾਹਟ 'ਚ ਬੋਲਿਆ, ਤੁਸੀਂ ਮੇਰੇ ਖਿਲਾਫ ਝੂਠੀਆਂ ਸ਼ਿਕਾਇਤਾਂ ਪਾਈ ਜਾਂਦੇ ਹੋ ਤੇ ਮੈਂ ਜਵਾਬ ਦੇਈ ਜਾਂਦਾ। ਜਾਓ ਲਾ ਲਓ ਜ਼ੋਰ, ਛੁਡਾ ਲਓ ਜਗ੍ਹਾ। ਤੂੰ ਅੱਜ ਤੱਕ ਜਵਾਬ ਤਾਂ ਕੋਈ ਦਿੱਤਾ ਹੀ ਨਹੀਂ। ਮੇਰੇ ਕੋਲ ਨਿਗਮ ਦੀਆਂ RTI 'ਚ ਪਈਆਂ ਨੇ। ਜੇ ਸੱਚਾ ਹੈ ਤਾਂ ਕੱਢ ਰਜਿਸਟਰੀ ਤੇ ਮਨਵਾ ਆਪਦੀ ਜਗ੍ਹਾ। ਜੇ ਅਸੀਂ ਝੂਠੇ ਹੋਏ ਤਾਂ ਮੂਤ ਨਾਲ ਦਾੜੀ ਮਨਵਾਉਣ ਲਈ ਵੀ ਤਿਆਰ ਹਾਂ, ਮੈਂ ਤੈਸ਼ ਚਾ ਕੇ ਆਖਿਆ। ਸਾਡੀਆਂ ਤਲਖੀ ਵਾਲੀਆਂ ਗੱਲਾਂ ਸੁਣ ਕੇ ਵਕੀਲ ਵੀ ਕੁਝ ਘਬਰਾ ਗਿਆ ਤੇ ਉਹਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਤੇ ਫੇਰ ਬੋਲਿਆ, ਓਏ ਆਪਾਂ ਇੱਥੇ ਦੂਰੀਆਂ ਮਟਾਉਣ ਆਏ ਹਾਂ ਕਿ ਵਧਾਉਣ ਨਹੀਂ। ਜੇ ਮੇਰੇ ਤੇ ਵਿਸ਼ਵਾਸ ਰੱਖੋਗੇ ਤਾਂ ਮੈਂ ਤੁਹਾਡੀਆਂ ਸਾਰੀਆਂ ਗਲਤਫਹਿਮੀਆਂ ਦੂਰ ਕਰ ਦਾਂਗਾ। ਸਾਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਜੀ, ਪਰ ਸਾਨੂੰ ਆਪਣੇ ਹੱਕ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਬਾਕੀ ਫੈਸਲਾ ਇਸ ਅੰਕਲ ਦੇ ਹੱਥ ਹੈ। ਯਾਦਵਿੰਦਰ ਨੇ ਆਪਣਾ ਫੈਸਲਾ ਸੁਣਾ ਦਿੱਤਾ। ਅਸੀਂ ਦੋਵੇਂ ਚੁੱਪ ਕਰਕੇ ਬੈਠ ਗਏ ਤੇ ਉਹਨਾਂ ਦੋਵਾਂ ਦੇ ਫੈਸਲੇ ਦੀ ਉਡੀਕ ਕਰਨ ਲੱਗ ਪਏ। ਹੁਣ ਫੇਰ ਵਕੀਲ ਗੁਰਨੇਕ ਨੂੰ ਆਪਣੀ ਜ਼ਿੱਦ ਛੱਡਣ ਲਈ ਸਮਝਾਉਣ ਲੱਗ ਪਿਆ, ਪਰ ਉਹ ਟਸ ਤੋਂ ਮਸ ਨਹੀਂ ਸੀ ਹੋ ਰਿਹਾ। ਵਕੀਲ ਦੇ ਬੜਾ ਜ਼ਿਆਦਾ ਸਮਝਾਉਣ ਤੋਂ ਬਾਅਦ ਸ਼ਰਮੋ ਸ਼ਰਮੀ ਗੁਰਨੇਕ ਆਖਣ ਲੱਗਾ, ਮੈਂ ਹੁਣ ਤਾਂ ਕੋਈ ਵੀ ਸਮਝੌਤਾ ਨਹੀਂ ਕਰ ਸਕਦਾ। ਅਸੀਂ ਗਲੀ 'ਚ ਕੁਝ ਸਿਆਣੇ ਬੰਦਿਆਂ ਦਾ ਇਕੱਠ ਕਰਕੇ ਇਸ ਮਸਲੇ ਨੂੰ ਹੱਲ ਕਰਨ ਬਾਰੇ ਸੋਚ ਲਵਾਂਗੇ। ਚਲੋ ਠੀਕ ਹੈ, ਮੈਂ ਤੁਹਾਨੂੰ 1 ਹਫ਼ਤੇ ਦਾ ਸਮਾਂ ਦੇ ਦਿੰਦਾ। ਜੇ ਉੱਥੇ ਨਿਬੜ ਗਿਆ ਤਾਂ ਠੀਕ ਹੈ, ਨਹੀਂ ਅਗਲੇ ਮੰਗਲਵਾਰ ਫਿਰ ਮੇਰੇ ਕੋਲ ਆ ਜਿਓ। ਵਕੀਲ ਨੇ ਆਪਣਾ ਫੈਸਲਾ ਸੁਣਾ ਦਿੱਤਾ। ਸਰ 1 ਤਰੀਕ ਤੋਂ ਤਾਂ ਕੋਰਟ 'ਚ ਛੁੱਟੀਆਂ ਹੋ ਜਾਣੀਆਂ। ਫਿਰ ਤਾਂ ਮਸਲਾ ਛੁੱਟੀਆਂ ਦੇ ਬਾਅਦ ਤੇ ਹੀ ਜਾਏਗਾ ਤੇ ਤਰੀਕ ਵੀ ਬਾਅਦ 'ਚ ਹੀ ਪਾਉਣੀ ਪਏਗੀ। ਮੈਂ ਵਕੀਲ ਨੂੰ ਸੁਚੇਤ ਕਰਨਾ ਚਾਹਿਆ। ਕੋਈ ਨਹੀਂ, ਮੈਂ ਆਪੇ ਜੱਜ ਸਾਹਿਬ ਨਾਲ ਗੱਲ ਕਰਕੇ ਤੁਹਾਡੀ ਤਰੀਕ ਪਵਾ ਦੇਵਾਂਗਾ।
ਤੁਸੀਂ ਫਿਕਰ ਨਾ ਕਰੋ। ਰਹੀ ਗੱਲ ਕੋਰਟ 'ਚ ਛੁੱਟੀਆਂ ਦੀ, ਬਸ ਤੁਸੀਂ ਮਿੱਥੇ ਵੇਲੇ ਤੇ ਆ ਜਾਣਾ, ਬਾਕੀ ਮੈਂ ਵੇਖ ਲਵਾਂਗਾ। ਉਂਝ ਮੈਂ ਵੀ ਗੁਰਨੇਕ ਸਿੰਘ ਦੇ ਕੇਸ ਲੜਨ ਵਾਂਗ ਵਿਹਲਾ ਹੀ ਹੁੰਨਾ, ਇਸ ਲਈ ਇਹਨਾਂ ਵਾਂਗੂ ਇੱਥੇ ਆ ਕੇ ਬੈਠ ਜਾਣਾ। ਵਕੀਲ ਨੇ ਗੱਲ ਦਾ ਪਹਿਲਾ ਅੱਧ ਗੰਭੀਰਤਾ ਨਾਲ ਤੇ ਬਾਕੀ ਹਸਾ ਕੇ ਸਾਡਾ ਮੂਡ ਠੀਕ ਕਰਨ ਲਈ ਕਿਹਾ। ਕੋਰਟ ਤੋਂ ਬਾਹਰ ਆਉਂਦੇ ਵਕਤ ਯਾਦਵਿੰਦਰ ਨੇ ਮੈਨੂੰ ਗੰਭੀਰ ਹੁੰਦੇ ਹੋਏ ਆਖਿਆ, ਮੈਨੂੰ ਨਹੀਂ ਲੱਗਦਾ ਕਿ ਗੁਰਨੇਕਾ ਆਪਣੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦਾ ਹੈ। ਉਹਨੂੰ ਤਾਂ ਇਹ ਲੱਗਦਾ ਹੈ ਕਿ ਮੈਂ ਇਹਨਾਂ ਨੂੰ ਖਰਾਬ ਕਰੀ ਚੱਲਾਂ। ਆਪਾਂ ਨੂੰ ਧੱਕੇ ਖਾਂਦੇ ਸਾਲ ਹੋ ਗਿਆ, ਇਹ ਆਪਾਂ ਨੂੰ ਅਜੇ ਹੋਰ ਵੀ ਖਰਾਬ ਕਰੇਗਾ। ਹਾਂ, ਉਹਦੀਆਂ ਗੱਲਾਂ ਤੋਂ ਤਾਂ ਲੱਗਿਆ ਮੈਨੂੰ ਵੀ ਇਹੋ ਹੀ ਹੈ, ਪਰ ਹੁਣ ਕੀਤਾ ਵੀ ਕੀ ਜਾ ਸਕਦਾ, ਆਪਦਾ ਨੁਕਸਾਨ ਹੀ ਕਰਾਏਗਾ। ਮੈਂ ਦ੍ਰਿੜਤਾ ਨਾਲ ਜਵਾਬ ਦਿੱਤਾ, ਗੱਲ ਸੁਣ, ਇਹ ਲੱਤਾਂ ਦਾ ਭੂਤ ਹੈ, ਗੱਲਾਂ ਨਾਲ ਨਹੀਂ ਮੰਨਣਾ। ਆਪਾਂ ਇਹਦੇ ਨਜਾਇਜ਼ ਕਬਜ਼ੇ ਦੀ ਸ਼ਿਕਾਇਤ ਉੱਪਰ ਤੱਕ ਕਰ ਹੀ ਦਈਏ, ਫਿਰ ਭੱਜੇਗਾ ਉਹਨੇ। ਇਹ ਕੁਝ ਸੋਚ ਕੇ ਆਖਿਆ, ਕਰਨੀ ਤਾਂ ਇਹਦੀ ਵੀ ਪੈਣੀ ਹੈ ਤੇ ਨਗਰ ਨਿਗਮ ਦੀ ਵੀ, ਕਿ ਉਹ ਇਹ ਤੇ ਕੋਈ ਕਾਰਵਾਈ ਨਹੀਂ ਕਰ ਰਹੇ। ਜੇ ਈਓ ਬਰਾੜ ਨਾ ਬਦਲਦਾ ਤਾਂ ਉਹਨੇ ਆਪਣਾ ਸਾਰਾ ਮਸਲਾ 2 ਦਿਨਾਂ 'ਚ ਹੀ ਹੱਲ ਕਰਵਾ ਦੇਣਾ ਸੀ। ਚੱਲ ਹੁਣ ਸੋਚ ਕੇ ਸ਼ਿਕਾਇਤ ਇਹੋ ਜਿਹੀ ਹੋਵੇ ਜਿਸ ਤੋਂ ਮੌਕੇ ਦਾ ਅਧਿਕਾਰੀ ਭੱਜ ਨਾ ਸਕੇ। ਮੈਂ ਯਾਦਵਿੰਦਰ ਨੂੰ ਆਖਿਆ, ਘਰ ਚੱਲ, ਸ਼ਿਕਾਇਤ ਤਾਂ ਹੋਈ ਲੈ, ਤੇ ਇਹਨੂੰ ਕੁੱਤੀੜ ਨੂੰ ਪਦੀੜਾਂ ਵੇਖੀ ਕਿਵੇਂ ਪੈਂਦੀਆਂ। ਇਹ ਆਪਾਂ ਨੂੰ ਮਜਬੂਰ ਹੀ ਇੰਨਾ ਕਰੀ ਜਾਂਦਾ ਕਿ ਇਹਦਾ ਟਿਕਾਊ ਹੱਲ ਕਰਨਾ ਹੀ ਪੈਣਾ, ਯਾਦਵਿੰਦਰ ਨੇ ਹੌਕਾ ਲੈ ਕੇ ਆਖਿਆ। ਘਰ ਪੁੱਜਦੇ ਸਾਰੀ ਅਸੀਂ ਗੁਰਨੇਕ ਦੀਆਂ ਨਗਰ ਨਿਗਮ ਨੂੰ ਕੀਤੀਆਂ ਸਾਰੀਆਂ ਸ਼ਿਕਾਇਤਾਂ ਤੇ ਸਮੇਂ-ਸਮੇਂ ਦੇ ਨਗਰ ਨਿਗਮ ਨੂੰ ਪਾਈਆਂ ਗਈਆਂ ਤੇ ਪ੍ਰਾਪਤ ਹੋਈਆਂ ਆਰਟੀਆਈਆਂ ਦੀ ਕਾਪੀਆਂ ਨੂੰ ਲੜੀਬੱਧ ਕਰ ਲਿਆ ਤੇ ਸਾਨੂੰ ਇੱਕ ਆਰਟੀਆਈ ਦਾ ਜਵਾਬ, ਜਿਹੜਾ ਕਿ ਕੁਝ ਦਿਨ ਪਹਿਲਾਂ ਹੀ ਪ੍ਰਾਪਤ ਹੋਇਆ ਸੀ, ਉਹ ਸਾਡੇ ਕੇਸ ਲਈ ਬੜਾ ਹੀ ਲਾਹੇਵੰਦ ਪਾਸਿਆ। ਇਸ ਨਗਰ ਨਿਗਮ ਨੇ ਮੰਨਿਆ ਸੀ ਕਿ ਗੁਰਨੇਕ ਸਿੰਘ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਹੈ, ਪਰ ਉਸ ਨੇ ਇਹਨਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਦੂਜੇ ਪੈਰੇ 'ਚ ਦੱਸਿਆ ਗਿਆ ਸੀ ਕਿ ਉਸ ਉੱਪਰ ਕੋਈ ਵੀ ਕਾਨੂੰਨੀ ਕਾਰਵਾਈ ਇਸ ਲਈ ਨਹੀਂ ਕੀਤੀ ਜਾ ਸਕੀ ਕਿਉਂਕਿ ਨਗਰ ਨਿਗਮ ਕੋਲ ਗੁਰਨੇਕ ਸਿੰਘ ਦੁਆਰਾ ਪਾਸ ਕਰਵਾਏ ਗਏ ਨਕਸ਼ੇ, ਸੀਵਰੇਜ ਤੇ ਪਾਣੀ ਦਾ ਕੁਨੈਕਸ਼ਨ ਲੈਣ ਦਾ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਹੁਣ ਸਾਡੇ ਕੋਲ ਸਰਕਾਰੀ ਤੌਰ ਤੇ ਪੱਕਾ ਸਬੂਤ ਹੱਥ ਆ ਚੁੱਕਾ ਸੀ, ਜਿਸ 'ਚ ਗੁਰਨੇਕ ਸਾਲ ਬੀਤ ਜਾਣ ਦੇ ਬਾਵਜੂਦ ਆਪਣੀ ਰਜਿਸਟਰਡ ਡੀਡ ਨਗਰ ਨਿਗਮ ਕੋਲ ਜਾਣਬੁੱਝ ਕੇ ਪੇਸ਼ ਨਹੀਂ ਕਰ ਰਿਹਾ ਸੀ। ਦੂਜਾ ਇਹ ਕਿ ਜਦ ਉਹਦੇ ਮਕਾਨ 'ਚ ਸੀਵਰੇਜ ਤੇ ਪਾਣੀ ਦਾ ਕੁਨੈਕਸ਼ਨ ਦਿੱਤਾ ਗਿਆ ਹੈ ਤੇ ਉਹਦੇ ਮਕਾਨ ਦੇ ਨਕਸ਼ੇ ਨੂੰ ਵੀ ਨਗਰ ਨਿਗਮ ਦੁਆਰਾ ਪਾਸ ਕੀਤਾ ਗਿਆ ਤਾਂ ਰਿਕਾਰਡ ਮੌਜੂਦ ਨਾ ਹੋਣ ਬਾਰੇ ਗਲਤ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਜਦ ਸਰਕਾਰ ਨੇ ਹਰ ਇੱਕ ਨੂੰ ਪ੍ਰਾਪਰਟੀ ਟੈਕਸ ਭਰਨਾ ਜ਼ਰੂਰੀ ਕੀਤਾ ਹੋਇਆ ਹੈ, ਜਿਹਨੂੰ ਜਮ੍ਹਾਂ ਕਰਾਉਣ ਵੇਲੇ ਇੱਕ ਫਾਰਮ ਦੇ ਨਾਲ-ਨਾਲ ਮਕਾਨ ਦੀ ਰਜਿਸਟਰੀ ਦੀ ਕਾਪੀ ਵੀ ਨੱਥੀ ਕਰਵਾਈ ਜਾਂਦੀ ਹੈ, ਇਹਦਾ ਮਤਲਬ ਹੈ ਕਿ ਨਗਰ ਨਿਗਮ ਝੂਠੀ ਜਾਣਕਾਰੀ ਦੇ ਰਿਹਾ ਜਾਂ ਫਿਰ ਗੁਰਨੇਕ ਆਪਣਾ ਪ੍ਰਾਪਰਟੀ ਟੈਕਸ ਹੀ ਜਮ੍ਹਾਂ ਨਹੀਂ ਕਰਵਾ ਰਿਹਾ। ਜੇ ਉਹ ਇਹ ਟੈਕਸ ਜਮ੍ਹਾਂ ਕਰਵਾ ਰਿਹਾ ਹੈ ਤਾਂ ਨਗਰ ਨਿਗਮ ਦੇ ਕਰਮਚਾਰੀ ਮਿਲੀ ਭੁਗਤ ਨਾਲ ਉਹਦਾ ਰਿਕਾਰਡ ਦੇਣ ਤੋਂ ਆਨਾਕਾਨੀ ਕਰ ਰਹੇ ਹੈ। ਅਸੀਂ ਉਪਰੋਕਤ ਸਾਰੇ ਤੱਥਾਂ ਨੂੰ ਤਰਤੀਬ 'ਚ ਲਿਖ ਕੇ ਆਪਣੀ ਸ਼ਿਕਾਇਤ ਤਿਆਰ ਕਰਕੇ ਰੱਖ ਲਈ। ਇਹ ਵੀ ਫੈਸਲਾ ਕਰ ਲਿਆ ਕਿ ਕੇਵਲ 1 ਹਫ਼ਤੇ ਤੱਕ ਇੰਤਜ਼ਾਰ ਕਰਨਾ ਹੈ। ਜੇ ਇਹਨਾਂ 7 ਦਿਨਾਂ 'ਚ ਕੁਝ ਨਹੀਂ ਹੁੰਦਾ ਤਾਂ ਇਸ ਸ਼ਿਕਾਇਤ ਨੂੰ ਸੰਬੰਧਿਤ ਵਿਭਾਗ ਨੂੰ ਭੇਜ ਦੇਣਾ। 2-3 ਦਿਨ ਲੰਘ ਚੁੱਕੇ ਸੀ। ਹੁਣ ਤਾਂ ਸਭ ਨੂੰ ਇਸ ਤਰ੍ਹਾਂ ਦੇ ਲਾਰਿਆਂ ਨਾਲ ਮਨ ਪਰਚਾਉਣ ਦੀ ਆਦਤ ਪੈ ਗਈ ਸੀ। ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਜਦ ਦੂਜੀ ਧਿਰ ਦੇ ਸਭ ਬੰਦਿਆਂ ਨੂੰ ਪਤਾ ਹੈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤਾਂ ਆਪਣੀ ਗਲਤੀ ਕਿਉਂ ਨਹੀਂ ਮੰਨ ਰਹੇ, ਉਹ ਅੜੀ ਕਿਉਂ ਕਰ ਰਹੇ ਆ। ਝੂਠੇ ਹੋਣ ਕਾਰਨ ਸ਼ਾਇਦ ਉਹਨਾਂ ਦਾ ਅੰਦਰਲਾ ਹੀਣ ਭਾਵ ਇੰਨਾ ਜ਼ਿਆਦਾ ਭਾਰੂ ਹੋਇਆ ਪਿਆ ਸੀ, ਉਹਨਾਂ ਨੂੰ ਸਾਡਾ ਸਾਹਮਣਾ ਕਰਨਾ ਔਖਾ ਲੱਗ ਰਿਹਾ ਸੀ। 1 ਜੂਨ ਨੂੰ ਸਕੂਲਾਂ ਤੇ ਅਦਾਲਤਾਂ 'ਚ ਛੁੱਟੀਆਂ ਹੋ ਚੁੱਕੀਆਂ ਸੀ ਤੇ ਪਿਛਲੇ ਸਾਲ ਵਾਂਗ ਇਸ ਵਾਰ ਵੀ ਆਪਣੇ ਸਾਥੀਆਂ ਨਾਲ ਬਾਹਰ ਘੁੰਮਣ ਫਿਰਨ ਦਾ ਕੋਈ ਵੀ ਪ੍ਰੋਗਰਾਮ ਨਾ ਬਣ ਸਕਿਆ। ਮੈਂ ਇਸ ਬਣ ਰਹੇ ਪ੍ਰੋਗਰਾਮ ਨੂੰ ਖੁਦ ਹੀ ਬਹਾਨਾ ਬਣਾ ਕੇ ਟਾਲ ਦਿੱਤਾ ਸੀ। ਆਪਣੇ ਸਹੁਰੇ ਸਮਝੌਤੇ ਦੀ ਮੈਂ ਕਿਸੇ ਕੋਲ ਵੀ ਭਾਵ ਤੱਕ ਨਹੀਂ ਨਿਕਲਣ ਦਿੱਤੀ। ਛੁੱਟੀਆਂ ਹੋਣ ਸਦਕਾ ਮੇਰੇ ਮਨ 'ਚ ਬਾਰ-ਬਾਰ ਛੁੱਟੀਆਂ ਲੈਣ ਦੀ ਚਿੰਤਾ 1 ਮਹੀਨੇ ਲਈ ਟਲ ਗਈ ਸੀ। ਮੈਡੀਏਸ਼ਨ ਦੀ ਅਗਲੀ ਤਰੀਕ ਵੀ ਆ ਗਈ ਸੀ। ਅਸੀਂ ਫਿਰ ਜਾ ਹਾਜ਼ਰ ਹੋਏ। ਵਕੀਲ ਨੇ ਸਾਨੂੰ ਸਵਾਲ ਕੀਤਾ, ਕਿਉਂ ਕੁਝ ਨਿਬੜਿਆ? ਨਹੀਂ ਸਰ, ਇਕੱਠ ਹੀ ਨਹੀਂ ਹੋਇਆ। ਮੈਂ ਆਖਿਆ, ਨਹੀਂ ਜੀ, ਅਸੀਂ MC ਨਾਲ ਸੰਪਰਕ ਕੀਤਾ ਸੀ ਪਰ ਉਹ ਵਿਹਲਾ ਨਹੀਂ ਸੀ, ਇਸ ਲਈ ਸਾਨੂੰ 1 ਹਫ਼ਤੇ ਦਾ ਸਮਾਂ ਹੋਰ ਦੇ ਦਿਓ। ਗੁਰਨੇਕ ਨੇ ਆਪਣੇ ਵੱਲੋਂ ਸਫਾਈ ਦਿੱਤੀ। ਤੁਸੀਂ ਦੱਸੋ ਕੇਸ ਵਾਪਸ ਲੈਣਾ ਕਿ ਨਹੀਂ, ਆਪਾਂ ਗੱਲ ਨਿਬੇੜੀਏ। ਵਕੀਲ ਨੇ ਗੁਰਨੇਕ ਨੂੰ ਸਿੱਧਾ ਸਵਾਲ ਕੀਤਾ। ਨਹੀਂ ਜੀ, ਮੈਂ ਇਕੱਲਾ ਕੁਝ ਵੀ ਨਹੀਂ ਆਖ ਸਕਦਾ, ਅਸੀਂ ਉੱਥੇ ਹੀ ਸਾਰੀ ਗੱਲ ਕਰਾਂਗੇ, ਬਸ 1 ਹਫ਼ਤੇ ਦਾ ਸਮਾਂ ਹੋਰ ਦੇ ਦਿਓ। ਗੁਰਨੇਕ ਦੀਆਂ ਗੱਲਾਂ 'ਚੋਂ ਚਲਾਕੀ ਝਲਕ ਰਹੀ ਸੀ। ਯਾਰ ਤੂੰ ਹਫ਼ਤਾ ਛੱਡ, ਮੇਰੇ ਕੋਲ 15 ਦਿਨ ਦਾ ਸਮਾਂ ਲੈ ਜਾਏ। ਤੁਸੀਂ ਆ ਮੰਗਲਵਾਰ ਛੱਡ ਕੇ ਅਗਲੇ ਮੰਗਲ ਨੂੰ ਆਇਓ। ਵਕੀਲ ਨੇ 15 ਦਿਨ ਦੀ ਤਾਰੀਖ ਪਾ ਕੇ ਸਾਨੂੰ ਤੋਰਤਾ। ਬਾਹਰ ਆ ਕੇ ਮੈਂ MC ਨੂੰ ਫੋਨ ਕਰਕੇ ਪੁੱਛਿਆ ਕਿ ਕੀ ਦੂਜੀ ਧਿਰ ਨੇ ਤੁਹਾਡੇ ਨਾਲ ਕੋਈ ਸੰਪਰਕ ਕੀਤਾ ਸੀ। ਉਹਨੇ ਦੱਸਿਆ ਕਿ ਉਸ ਨਾਲ ਇਸ ਮਾਮਲੇ 'ਚ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਸੀ ਤੇ ਪਿਛਲਾ ਸਾਰਾ ਹਫ਼ਤਾ ਉਹ ਕਿਤੇ ਬਾਹਰ ਵੀ ਨਹੀਂ ਗਿਆ। ਸਾਨੂੰ ਗੁਰਨੇਕ ਦੀ ਇਸ ਨਵੀਂ ਚੁਸਤੀ ਵਾਲੇ ਦਾਅ 'ਤੇ ਬੜਾ ਹੀ ਗੁੱਸਾ ਆਇਆ। ਘਰ ਪੁੱਜਦੇ ਸਾਰ ਪਹਿਲਾਂ ਦੀ ਲਿਖੀ ਪਈ ਸ਼ਿਕਾਇਤ ਨੂੰ ਸੂਬੇ ਦੇ ਉਪ ਮੁੱਖ ਮੰਤਰੀ ਦੀ ਆਮ ਜਨਤਾ ਦੇ ਦਰਬਾਰ ਵਾਲੇ ਈਮੇਲ ਐਡਰੈਸ 'ਤੇ ਮੇਲ ਕਰ ਦਿੱਤਾ। ਅੰਗ 24।
ਉਹਨਾਂ ਦਿਨਾਂ 'ਚ ਹੀ ਆਪਣੀ 181 ਨੰਬਰ ਤੇ ਕੀਤੀ ਹੋਈ ਬੱਸ ਵਾਲੀ ਸ਼ਿਕਾਇਤ ਦਾ ਉੱਤਰ ਪਤਾ ਲੈਣ ਲਈ ਮੈਂ ਇਸੇ ਨੰਬਰ ਤੇ ਦੁਬਾਰਾ ਫੋਨ ਮਿਲਾ ਲਿਆ। ਮੈਂ ਆਪਰੇਟਰ ਨੂੰ ਆਪਣੀ ਸ਼ਿਕਾਇਤ ਦਾ ਨੰਬਰ ਦੱਸਿਆ ਤਾਂ ਉਹਨੇ ਆਖਿਆ ਕਿ ਅਜੇ ਤੱਕ ਐਸਐਸਪੀ ਦਫ਼ਤਰ ਤੋਂ ਕੋਈ ਵੀ ਰਿਪੋਰਟ ਨਹੀਂ ਪਹੁੰਚੀ। ਮੈਂ ਗੁੱਸੇ ਨਾਲ ਆਖਿਆ, ਜਦ 15 ਦਿਨ ਤੋਂ ਵੱਧ ਦਾ ਸਮਾਂ ਲੰਘ ਚੁੱਕਾ ਹੈ ਤਾਂ ਨਿਯਮਾਂ ਮੁਤਾਬਕ ਰਿਪੋਰਟ ਭੇਜਣੀ ਬਣਦੀ ਸੀ। ਤਾਂ ਆਖਣ ਲੱਗਾ, ਸਰ ਇਹ ਕੇਸ ਬੜਾ ਪੁਰਾਣਾ ਹੈ, ਅਜਿਹੇ ਕੇਸਾਂ ਦੀ ਜਾਂਚ ਲਈ ਵਧੇਰੇ ਸਮਾਂ ਚਾਹੀਦਾ ਹੈ, ਇਸ ਲਈ ਤੁਸੀਂ 1 ਮਹੀਨੇ ਤੱਕ ਦਾ ਇੰਤਜ਼ਾਰ ਕਰੋ। ਇਹ ਕਹਿੰਦਿਆਂ ਉਹਨੇ ਮੇਰੀ ਕੋਈ ਗੱਲ ਹੋਰ ਸੁਣੇ ਬਿਨਾਂ ਫੋਨ ਹੀ ਕੱਟ ਦਿੱਤਾ। ਉਸ ਨਾਲ ਕਰਨ ਵਾਲੀਆਂ ਕੋਰੀਆਂ ਕਰਾਰੀਆਂ ਗੱਲਾਂ ਮੇਰੇ ਦਿਲ 'ਚ ਹੀ ਰਹਿ ਗਈਆਂ। ਪਰ ਹੁਣ ਕੀ ਕੀਤਾ ਜਾ ਸਕਦਾ ਸੀ? ਮੈਂ ਸੋਚ ਰਿਹਾ ਸੀ ਕਿ ਜਿਹੜੀ ਪੁਲਿਸ ਫੋਟੋਆਂ ਤੇ ਮੂਵੀ ਵਰਗੇ ਪੁਖਤਾ ਸਬੂਤ ਵੇਖ ਕੇ ਵੀ 15 ਦਿਨਾਂ 'ਚ ਕਿਸੇ ਸਿੱਟੇ ਤੇ ਨਹੀਂ ਪੁੱਜ ਸਕੀ, ਉਹਨੇ 1 ਮਹੀਨੇ 'ਚ ਕਿਹੜਾ ਨਵਾਂ ਮਾਰਕਾ ਮਾਰ ਦੇਣਾ। ਫਿਰ ਦਿਮਾਗ 'ਚ ਆਉਣ ਲੱਗਾ ਕਿ ਐਵੇਂ ਨਾ ਸੋਚ, ਇਹ ਪੁਲਿਸ ਮਹਿਕਮਾ ਹੈ, ਇਹਦਾ ਇੱਕੋ ਇੱਕ ਮਕਸਦ ਸਿਰਫ ਦੂਜਿਆਂ ਦੇ ਅਪਰਾਧ ਫੜਨੇ, ਸਹੀ ਨੂੰ ਗਲਤ ਠਹਿਰਾਉਣਾ, ਆਪਣੇ ਕਰਮਚਾਰੀਆਂ ਦੇ ਵੱਡੇ ਤੋਂ ਵੱਡੇ ਅਪਰਾਧ ਤੇ ਪਰਦਾ ਪਾਉਣਾ ਹੀ ਹੈ। ਇਸ ਲਈ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਮਹਿਕਮਾ ਆਮ ਲੋਕਾਂ ਦੇ ਵਿਰੁੱਧ ਇੱਕ ਧਿਰ ਬਣ ਕੇ ਵਿਚਰ ਰਿਹਾ। ਕਰਦਿਆਂ ਕਰਾਉਂਦਿਆਂ ਕੁਝ ਦਿਨ ਹੋਰ ਲੰਘ ਗਏ। ਇੱਕ ਦਿਨ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ ਤੇ ਜਦ ਮੈਂ ਪੁਲਿਸ ਵਿਭਾਗ ਦਾ ਨੰਬਰ ਸਕਰੀਨ ਤੇ ਵੇਖਿਆ ਤਾਂ ਮੈਂ ਚੁਕੰਨਾ ਹੋ ਗਿਆ। ਆਪਰੇਟਰ ਨੇ ਮੇਰਾ ਨਾਮ ਤੇ ਪਤਾ ਪੁੱਛ ਕੇ ਮੇਰੇ ਦੁਆਰਾ ਕੀਤੀ ਗਈ ਸ਼ਿਕਾਇਤ ਦਾ ਵੇਰਵਾ ਸੰਖੇਪ 'ਚ ਦੱਸਿਆ। ਜਦ ਉਹਨੂੰ ਤਸੱਲੀ ਹੋ ਗਈ ਕਿ ਫੋਨ ਉੱਪਰ ਅਸਲ ਸ਼ਿਕਾਇਤਕਰਤਾ ਹੀ ਗੱਲ ਕਰ ਰਿਹਾ ਹੈ ਤਾਂ ਉਹਨੇ ਐਸਐਸਪੀ ਦਫ਼ਤਰ ਦੁਆਰਾ ਭੇਜੀ ਗਈ ਰਿਪੋਰਟ ਪੜ੍ਹਨੀ ਸ਼ੁਰੂ ਕਰਤੀ। ਸਰ, ਸਾਨੂੰ ਆਈ ਰਿਪੋਰਟ ਮੁਤਾਬਕ ਪੁਲਿਸ ਬੱਸ ਦੀ ਗਲਤ ਵਰਤੋਂ ਨਹੀਂ ਹੋਈ ਹੈ। ਮਲਕੀਤ ਸਿੰਘ ਇਸ ਸਰਕਾਰੀ ਬੱਸ ਨੂੰ ਸਕੂਲੀ ਬੱਚਿਆਂ ਨੂੰ ਸਕੂਲ ਲੈ ਜਾਣ ਅਤੇ ਵਾਪਸ ਲਿਆਉਣ ਲਈ ਡਰਾਈਵਰ ਵਜੋਂ ਸੇਵਾ ਨਿਭਾਉਂਦਾ ਸੀ। ਉਹ ਇਸ ਗਲੀ 'ਚੋਂ ਬੱਚਿਆਂ ਨੂੰ ਚੁੱਕਣ ਵਾਸਤੇ ਬੱਸ ਲੈ ਕੇ ਆਉਂਦਾ ਸੀ, ਜਿਸ ਕਾਰਨ ਹੀ ਬੱਸ ਉਸ ਨੂੰ ਇੱਥੇ ਖੜਾਉਣੀ ਪੈਂਦੀ ਸੀ। ਜਪਨਾਮ ਸਿੰਘ ਦਾ ਇਸ ਬੱਸ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ। ਫਿਰ ਵੀ ਮਸਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਮਲਕੀਤ ਸਿੰਘ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹੈ। ਕੀ ਤੁਸੀਂ ਇਸ ਰਿਪੋਰਟ ਨਾਲ ਸਹਿਮਤ ਹੋ? ਆਖਰੀ ਗੱਲ ਕਹਿੰਦੇ ਉਹਦੇ ਬੋਲਾਂ 'ਚੋਂ ਡਰ ਝਲਕ ਰਿਹਾ ਸੀ। ਨਹੀਂ ਜੀ, ਮੈਂ ਅਜੇ ਕੁਝ ਨਹੀਂ ਆਖ ਸਕਦਾ, ਮੈਂ ਆਪਣੇ ਵਕੀਲ ਨਾਲ ਗੱਲ ਕਰਕੇ ਦੱਸਾਂਗਾ, ਮੈਂ ਗੁੱਸੇ ਨਾਲ ਬੋਲਿਆ। ਸਰ, ਤੁਸੀਂ ਜਿਸ ਕਿਸੇ ਨਾਲ ਮਰਜ਼ੀ ਸਲਾਹ ਕਰੋ, ਅਸੀਂ ਤੁਹਾਨੂੰ ਰੋਕਦੇ ਨਹੀਂ, ਪਰ ਮੈਂ ਪੁੱਛ ਰਿਹਾ ਕਿ ਤੁਸੀਂ ਇਸ ਨਾਲ ਸਹਿਮਤ ਹੋ? ਨੇ ਫਿਰ ਬਚਾਅ ਨਾਲ ਪੁੱਛਿਆ। ਨਹੀਂ ਜੀ, ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ। ਇਹ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਇੱਕ ਤਰਫਾ ਜਾਂਚ ਕੀਤੀ ਗਈ ਹੈ। ਮੈਂ ਫਿਰ ਗੁੱਸੇ ਨਾਲ ਆਖਿਆ, ਜੇ ਤੁਸੀਂ ਸਹਿਮਤ ਨਹੀਂ ਹੋ ਤਾਂ ਤੁਸੀਂ ਐਸਐਸਪੀ ਸਾਹਿਬ ਨੂੰ ਆਪਣੀ ਸ਼ਿਕਾਇਤ ਕਰੋ। ਸਾਡੇ ਵੱਲੋਂ ਤੁਹਾਡੀ ਇਹ ਸ਼ਿਕਾਇਤ ਬੰਦ ਕਰ ਦਿੱਤੀ ਗਈ ਹੈ। ਪੁਲਿਸ ਹੈਲਪਲਾਈਨ ਨਾਲ ਗੱਲ ਕਰਨ ਲਈ ਆਪ ਜੀ ਦਾ ਧੰਨਵਾਦ, ਆਖ ਕੇ ਉਹਨੇ ਫੋਨ ਕੱਟਣ ਦੀ ਕੀਤੀ। ਇੱਕ ਵਾਰ ਤਾਂ ਮੈਂ ਫਿਰ ਚਿੰਤਾ 'ਚ ਪੈ ਗਿਆ ਕਿ ਪੁਲਿਸ ਵਿਭਾਗ ਨੇ ਕਿਹੋ ਜਿਹੀ ਜਾਂਚ ਕੀਤੀ ਗਈ ਹੈ, ਸੱਚ ਦਾ ਝੂਠ ਬਣਾਇਆ ਪਿਆ। ਪਰ ਫਿਰ ਕਾਫੀ ਦੇਰ ਸੋਚ ਵਿਚਾਰ ਕੇ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਫੋਨ ਮਿਲਾ ਕੇ ਸਭ ਬਾਰੇ ਦੱਸਦਾ। ਉਹ ਹੱਸ ਕੇ ਆਖਣ ਲੱਗਾ, ਚੱਲ ਕੋਈ ਨਹੀਂ, ਫਿਕਰ ਨਾ ਕਰ, ਵਿਭਾਗੀ ਜਾਂਚ ਤਾਂ ਕਰਵਾਉਣਗੇ ਹੀ, ਤੂੰ ਸ਼ੁਕਰ ਕਰਕੇ ਖੁਸਰਿਆਂ ਦੇ ਘਰ ਲੇਲਾ ਤਾਂ ਜੰਮਿਆ। ਆਪਾਂ ਕੁਝ ਕੁ ਦਿਨਾਂ 'ਚ ਉਹਦੀ ਰਿਪੋਰਟ ਵੀ ਆਰਟੀਆਈ ਰਾਹੀਂ ਮੰਗ ਲਾਂਗੇ। ਮੈਨੂੰ ਲੱਗਦਾ ਉਦੋਂ ਤੱਕ ਤੇਰਾ ਮਸਲਾ ਉਂਝ ਹੀ ਹੱਲ ਹੋ ਜਾਣਾ, ਜੇ ਨਾ ਹੋਇਆ ਤਾਂ ਮੀਡੀਆ ਤਾਂ ਕਿਤੇ ਗਿਆ ਹੀ ਨਹੀਂ। ਹੁਣ ਮੇਰੇ ਲਈ ਇੱਕ ਹੀ ਤਸੱਲੀ ਦੀ ਗੱਲ ਸੀ ਕਿ ਦੂਜੀ ਧਿਰ ਦੇ ਸਿਰ ਤੇ ਵਿਭਾਗੀ ਜਾਂਚ ਦੀ ਤਲਵਾਰ ਅਜੇ ਵੀ ਲਟਕ ਰਹੀ ਸੀ, ਜਿਸ ਨਾਲ ਮੈਨੂੰ ਵੀ ਸਮਾਂ ਮਿਲ ਜਾਣਾ ਸੀ ਤੇ ਜੇ ਉਹ ਨਾ ਸੁਧਰਦੇ ਤਾਂ ਮੈਂ ਉਹਨਾਂ ਉੱਤੇ ਨਵਾਂ ਵਾਰ ਵੀ ਕਰ ਸਕਦਾ ਸੀ। ਕਈ ਦਿਨ ਲੰਘ ਚੁੱਕੇ ਸੀ ਪਰ ਦੂਜੀ ਧਿਰ ਵੱਲੋਂ ਕਿਸੇ ਵੀ ਸਮਝੌਤੇ ਲਈ ਨਹੀਂ ਭੇਜਿਆ ਗਿਆ। ਸੀ। ਇੱਕ ਦਿਨ ਸਿਖਰ ਦੁਪਹਿਰੇ ਸਾਡੇ ਘਰ ਦੀ ਘੰਟੀ ਵੱਜੀ। ਮੇਰੇ ਦਿਮਾਗ 'ਚ ਆਇਆ ਕਿ ਇਸ ਵੇਲੇ ਤਾਂ ਜ਼ਰੂਰ ਡਾਕੀਆ ਜਾਂ ਫਿਰ ਕਿਸੇ ਸਰਕਾਰੀ ਦਫ਼ਤਰ ਦਾ ਹਰਕਾਰਾ ਹੀ ਆਇਆ ਹੋਏਗਾ। ਜਦ ਮੈਂ ਬੂਹਾ ਖੋਲ੍ਹਿਆ, ਸਾਹਮਣੇ ਖੜੇ ਇੱਕ ਅਣਜਾਣ ਬੰਦੇ ਤੇ ਔਰਤ ਨੂੰ ਵੇਖ ਕੇ ਜ਼ਰਾ ਕੁ ਹੈਰਾਨ ਹੋ ਗਿਆ। ਜਦ ਉਹਨਾਂ ਨੇ ਆਪਣੀ ਜਾਣ ਪਛਾਣ ਕਰਾਈ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਔਰਤ ਤਾਂ ਮਲਕੀਤ ਪੁਲਸੀਏ ਦੀ ਘਰਵਾਲੀ ਤੇ ਆਦਮੀ ਉਹਨਾਂ ਦਾ ਕੋਈ ਨਜ਼ਦੀਕੀ ਸੀ। ਮੈਂ ਇਹਨਾਂ ਦੋਵਾਂ ਨੂੰ ਪਹਿਲੀ ਵਾਰੀ ਵੇਖਿਆ ਸੀ ਤੇ ਮੈਂ ਉਹਨਾਂ ਨੂੰ ਅੰਦਰ ਆ ਜਾਣ ਲਈ ਆਖਿਆ। ਉਹਨਾਂ ਦੀ ਆਮਦ ਕਾਰਨ ਘਰ ਦੇ ਸਾਰੇ ਜੀ ਡਰਾਇੰਗ ਰੂਮ 'ਚ ਇਕੱਠੇ ਹੋ ਗਏ। ਰਸਮੀ ਗੱਲਾਂ ਤੋਂ ਬਾਅਦ ਚੱਲ ਰਹੇ ਝਗੜੇ ਬਾਰੇ ਗੱਲਬਾਤ ਸ਼ੁਰੂ ਹੋ ਗਈ। ਉਹਨਾਂ ਦੇ ਮੁਤਾਬਕ ਇਸ ਚੱਲ ਰਹੇ ਝਗੜੇ ਕਾਰਨ ਉਹ ਬੜੀ ਹੀ ਜ਼ਿਆਦਾ ਮਾਨਸਿਕ ਪੀੜਾ 'ਚੋਂ ਗੁਜ਼ਰ ਰਹੇ ਹੈ। ਇਸ ਲਈ ਉਹਨਾਂ ਨੇ ਸ਼ਾਂਤੀ ਲਈ ਪਹਿਲ ਕੀਤੀ ਸੀ ਤੇ ਅਸੀਂ ਵੀ ਸਾਰੀ ਸਥਿਤੀ ਸਪਸ਼ਟ ਕੀਤੀ ਕਿ ਪਹਿਲਾਂ ਤਾਂ ਅਸੀਂ ਮਲਕੀਤ ਨਾਲ ਗੱਲ ਕਰ ਦਿੱਤੀ ਸੀ, ਜਿਹਨੂੰ 8-9 ਮਹੀਨੇ ਬੀਤ ਚੁੱਕੇ। ਜੇ ਉਦੋਂ ਹੀ ਸਮਝ ਜਾਂਦੇ ਤਾਂ ਗੱਲ ਇੱਥੋਂ ਤੱਕ ਵਧਣੀ ਨਹੀਂ ਸੀ। ਉਹਨਾਂ ਦੀ ਗੱਲਬਾਤ ਦਾ ਕੇਂਦਰ ਬਿੰਦੂ ਕੇਵਲ ਇਹੀ ਸੀ ਕਿ ਅਸੀਂ ਬੱਸ ਵਾਲਾ ਕੇਸ ਵਾਪਸ ਲੈ ਲਈਏ, ਗੁਰਨੇਕ ਵਾਲੇ ਕੇਸ ਦਾ ਨਿਪਟਾਰਾ ਅਦਾਲਤ ਦੇ ਫੈਸਲੇ ਤੇ ਛੱਡ ਦਈਏ। ਇਹ ਗੱਲ ਸਾਨੂੰ ਬਿਲਕੁਲ ਹੀ ਮਨਜ਼ੂਰ ਨਹੀਂ ਸੀ ਕਿਉਂਕਿ ਅਸੀਂ ਸਾਰੇ ਕੇਸਾਂ ਦਾ ਨਿਪਟਾਰਾ ਇਕੱਠਾ ਹੀ ਕਰਨਾ ਚਾਹੁੰਦੇ ਸੀ। ਮੇਰੇ ਵਿਰੁੱਧ ਕੀਤੇ ਗਏ ਸਾਰੇ ਕੇਸ ਉਹਨਾਂ ਦੇ ਸਾਂਝੇ ਗੁੱਟ ਦੁਆਰਾ ਹੀ ਕੀਤੇ ਗਏ ਸੀ। ਇਸ ਲਈ ਮੈਂ ਆਪਣੇ ਤਕੜੇ ਪੱਖ ਦਾ ਸਮਝੌਤਾ ਕਰਕੇ ਇਕੱਲਾ ਹੀ 7-8 ਸਾਲ ਤੱਕ ਲੰਮੇ ਚੱਲਣ ਵਾਲੇ ਕੇਸ ਦੀਆਂ ਤਰੀਕਾਂ ਭੁਗਤਣ ਦੇ ਹੱਕ 'ਚ ਨਹੀਂ ਸੀ।
ਨਾਲੇ ਸਾਨੂੰ ਗਰਜ ਵੀ ਕੀ ਸੀ ਅਸੀਂ ਅਜਿਹਾ ਸਮਝੌਤਾ ਕਰਦੇ। ਉਹਨਾਂ ਮੁਤਾਬਕ ਜਦ ਇਹ ਬੱਸ ਪਿਛਲੇ 6-7 ਸਾਲਾਂ ਤੋਂ ਉੱਥੇ ਖੜ੍ਹ ਰਹੀ ਸੀ ਤੇ ਕਿਸੇ ਨੇ ਵੀ ਤਕਲੀਫ ਨਹੀਂ ਸੀ। ਅਸੀਂ ਇਹਦਾ ਵਿਰੋਧ ਜਾਣਬੁੱਝ ਕੇ ਕਰ ਰਹੇ ਸੀ। ਅਸੀਂ ਉਹਨਾਂ ਨੂੰ ਦੱਸਤਾ ਕਿ ਜਦ ਸਾਡੇ ਵਿਰੁੱਧ ਮੁਕੱਦਮਾ ਕੀਤਾ ਗਿਆ ਤਾਂ ਅਸੀਂ ਨਾ ਚਾਹੁੰਦੇ ਹੋਏ ਵੀ ਇਹ ਸਭ ਕੁਝ ਕਰਨ ਖਾਤਰ ਮਜਬੂਰ ਹੋਏ ਹਾਂ। ਕਾਫੀ ਸਮਾਂ ਗੱਲਬਾਤ ਚੱਲਦੀ ਰਹੀ। ਅੰਤ ਸਿੱਟਾ ਇਹ ਨਿਕਲਿਆ ਕਿ ਉਹ ਗੁਰਨੇਕ ਨੂੰ ਝੂਠਾ ਕੇਸ ਵਾਪਸ ਕਰਨ ਲਈ ਮਨਾਉਣਗੇ। ਮੇਰੀ ਹੈਰਾਨੀ ਦੀ ਹੱਦ ਉਦੋਂ ਜਵਾਬ ਦੇ ਗਈ ਜਦ ਅਮਰਿੰਦਰ ਤੇ ਯਾਦਵਿੰਦਰ, ਜੋ ਕਿ ਸੰਯੋਗਵਸ ਉਸ ਦਿਨ ਘਰ ਹੀ ਸਨ, ਨੇ ਉਸ ਸਭ ਦੀ ਵੀਡੀਓ ਵੀ ਬਣਾ ਲਈ। ਹੁਣ ਰਾਜੀਨਾਮਾ ਨਾ ਹੋਣ ਦੀ ਸੂਰਤ ਤੇ ਬੱਸ ਵਾਲਾ ਕੇਸ ਅੱਗੇ ਵਧਾਉਣ ਦੀ ਹਾਲਤ ਵਿੱਚ ਸਾਡੇ ਕੋਲ ਇਸ ਬੱਸ ਨੂੰ 6-7 ਸਾਲਾਂ ਤੋਂ ਉੱਥੇ ਖੜੀ ਕਰਨ ਦਾ ਇਕਬਾਲੀਆ ਬਿਆਨ ਵੀ ਮੂਵੀ ਦੇ ਰੂਪ 'ਚ ਸਾਡੇ ਹੱਥ ਲੱਗ ਚੁੱਕਾ ਸੀ। ਕਿਤੇ ਵੀ ਪੇਸ਼ ਕਰਨ ਵਾਸਤੇ ਇੱਕ ਬਹੁਤ ਹੀ ਵੱਡਾ ਤੇ ਪੁਖਤਾ ਸਬੂਤ ਸੀ। ਘਰ ਦੇ ਸਾਰੇ ਇਸ ਗੱਲ ਤੇ ਇਕਮਤ ਸਨ ਕਿ ਜਦੋਂ ਨੀਵੇਂ ਹੋ ਕੇ ਆਪਣੇ ਘਰ ਆ ਗਏ ਤਾਂ ਉਹਨਾਂ ਦੇ ਬੱਸ ਵਾਲੇ ਕੇਸ 'ਚ ਹੋਰ ਕਾਰਵਾਈ ਨਾ ਕੀਤੀ ਜਾਏ। ਕਿਸੇ ਦਾ ਆਪ ਚੱਲ ਕੇ ਉਹ ਵੀ ਔਰਤ ਘਰ ਸਮਝੌਤਾ ਕਰਨ ਆਉਣ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਦੇ ਹੱਥ ਖੜੇ ਹੈ। ਇਸ ਲਈ ਹਥਿਆਰ ਸੁੱਟ ਚੁੱਕੇ ਬੰਦੇ ਉੱਤੇ ਵਾਰ ਕਰਨ 'ਚ ਸਾਡੀ ਬਹਾਦਰੀ ਨਹੀਂ, ਸਗੋਂ ਮੱਕਾਰੀ ਤੇ ਕਮਜ਼ੋਰੀ ਸਾਬਤ ਹੋਣੀ ਸੀ। ਇਹ ਗੱਲ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਵਿੱਚ ਸ਼ਾਮਲ ਹੈ। ਭਾਵੇਂ ਕਿ ਮੈਂ ਮਲਕੀਤ ਨੂੰ ਬਹੁਤ ਦੇਰ ਪਹਿਲਾਂ ਨੈਤਿਕ ਕਦਰਾਂ ਕੀਮਤਾਂ ਤੇ ਚੰਗੇ ਗੁਆਂਢੀਆਂ ਵਾਂਗ ਰਹਿਣ ਬਾਰੇ ਕਹਿ ਤੇ ਇਸ ਗੱਲ ਦੀ ਅਹਿਮੀਅਤ ਵੀ ਸਮਝਾ ਚੁੱਕਾ ਸੀ, ਪਰ ਉਹ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਸੀ ਤੇ ਉਹਨਾਂ ਨੇ ਰਲ ਕੇ ਮੇਰੇ ਤੇ ਵਾਰ ਕਰਨੇ ਬੰਦ ਨਹੀਂ ਕੀਤੇ। ਉਹਨਾਂ ਦੇ ਸਾਡੇ ਘਰ ਹੀਣੇ ਹੋ ਕੇ ਆਉਣ ਨਾਲ ਅਸੀਂ ਉਹਨਾਂ ਵੱਲੋਂ ਬਿਨਾਂ ਵਜ੍ਹਾ ਕੀਤੇ ਸਭ ਕੁਝ ਨੂੰ ਭੁਲਾ ਦੇਣ ਤੇ ਇਸ ਉੱਤੇ ਮਿੱਟੀ ਪਾਉਣ ਦੀ ਸੋਚ ਲਈ ਸੀ। ਹੁਣ ਦੂਜੀ ਧਿਰ 'ਚੋਂ ਨਜਾਇਜ਼ ਕਬਜ਼ਾਧਾਰੀ ਗੁਰਨੇਕ ਦਾ ਆਪਣੀ ਅੜੀ ਛੱਡਣਾ ਹੀ ਬਾਕੀ ਰਹਿ ਗਿਆ, ਜਿਹੜਾ ਕਿ ਉਹਨਾਂ ਦੇ ਦੱਸਣ ਮੁਤਾਬਕ ਅਜੇ ਤੱਕ ਵੀ ਗਧਿਆਂ ਵਰਗੀ ਮੈਂ ਨਾ ਮਾਨੂ ਵਾਲੀ ਅੜੀ ਤੇ ਅੜਿਆ ਹੋਇਆ ਹੀ ਜਾਪ ਰਿਹਾ ਸੀ। ਅਗਲੇ ਦਿਨ ਹੀ ਅਸੀਂ ਮਹਿਸੂਸ ਕੀਤਾ ਕਿ ਦੂਜੀ ਧਿਰ 'ਚ ਕੁਝ ਵਧੇਰੇ ਹਿਲਜੁਲ ਹੋਣੀ ਸ਼ੁਰੂ ਹੋ ਗਈ ਸੀ। ਉਹਨਾਂ ਨੇ MC ਸੁਰਜੀਤ ਸਿੰਘ ਤੱਕ ਪਹੁੰਚ ਕੀਤੀ ਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਉਹਦੀ ਮਦਦ ਮੰਗੀ। MC ਨੇ ਸਾਡੇ ਗੱਲ ਕਰਕੇ ਬੈਠਕ ਦਾ ਸਮਾਂ ਦੇ ਦਿੱਤਾ। ਸਾਨੂੰ ਪਤਾ ਲੱਗਾ ਕਿ ਦੂਜੀ ਧਿਰ ਆਪਣੇ ਪਾਛੂਆਂ ਨੂੰ ਵੱਡੀ ਗਿਣਤੀ 'ਚ ਇਕੱਠਾ ਕਰ ਰਹੀ ਹੈ। ਇਸ ਲਈ ਅਸੀਂ ਵੀ ਆਪਣੇ ਹੱਕ 'ਚ ਡਟਣ ਵਾਲੇ ਤੇ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਹੋਣ ਵਾਲੇ ਇਸ ਇਕੱਠ ਬਾਰੇ ਜਾਣਕਾਰੀ ਦੇ ਕੇ ਪਹੁੰਚਣ ਲਈ ਆਖ ਦਿੱਤਾ। ਮਿੱਥੇ ਦਿਨ MC ਸੁਰਜੀਤ ਸਿੰਘ ਦੇ ਘਰ ਦੋਵਾਂ ਧਿਰਾਂ ਦਾ ਵਾਹਵਾ ਹੀ ਇਕੱਠ ਹੋ ਗਿਆ ਸੀ। ਉਹ ਵੀ ਇੰਨੇ ਬੰਦਿਆਂ ਨੂੰ ਵੇਖ ਕੇ ਘਬਰਾ ਗਿਆ। ਗੱਲਬਾਤ ਸਧਾਰਨ ਜੀਆਂ ਗੱਲਾਂ ਤੋਂ ਚੱਲ ਕੇ ਬਹਿਸਬਾਜ਼ੀ ਤੋਂ ਵੀ ਅੱਗੇ ਨਿਕਲ ਕੇ ਤੂੰ ਮੈਂ ਤੱਕ ਪੁੱਜ ਗਈ। ਉਹਨਾਂ ਦਾ ਇੱਕ ਪਾਛੂ ਜ਼ਿਆਦਾ ਹੀ ਤੱਤਾ ਹੋਇਆ ਬੋਲਣ ਲੱਗ ਪਿਆ। ਉਹਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਸੀ। ਗੁਰਨੇਕ ਸਿੰਘ ਨੂੰ ਮੇਰੇ ਸਾਹਮਣੇ ਇਹਨਾਂ ਦੋਵਾਂ ਭਰਾਵਾਂ ਨੇ ਬੜਾ ਕੁੱਟਿਆ ਸੀ। ਅਸੀਂ ਨਹੀਂ ਸਹਿਣੀ ਇਹਨਾਂ ਦੀ ਗੁੰਡਾਗਰਦੀ। ਕੱਲ ਦੀ ਭੂਤਨੀ ਸਿਵਿਆਂ ਚੱਦ ਉਹ ਹੋਰ ਵੀ ਉੱਚੀ ਉੱਚੀ ਬੋਲਣ ਲੱਗ ਪਿਆ। ਮੈਨੂੰ ਉਸ ਉੱਤੇ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਮੈਂ ਉਹਨੂੰ ਟੁੱਟ ਕੇ ਪੈ ਗਿਆ। ਸਾਡੀ ਪਿੱਠ ਪਿੱਛੇ ਇੱਟਾਂ ਚੁੱਕਣ ਤੇ ਗਾਲਾਂ ਕੱਢਣ ਤੇਰਾ ਮੁੰਡਾ ਹੀ ਆਉਂਦਾ ਹੁੰਦਾ ਸੀ ਨਾ। ਉਹਨੂੰ ਆਖ, ਜੇ ਇੱਕ ਪਿਓ ਦਾ ਹੈ ਤਾਂ ਹੁਣ ਆਵੇ ਸਾਡੇ ਸਾਹਮਣੇ, ਆ ਕੇ ਕਰੇ ਗੁੰਡਾਗਰਦੀ, ਫੇਰ ਦੱਸਾਂਗੇ ਉਹਨੂੰ ਕਿ ਕਿਵੇਂ ਕਿਸੇ ਦੇ ਘਰ ਅੱਗੇ ਆ ਕੇ ਲਲਕਾਰੇ ਮਾਰੀਦੇ ਨੇ। ਮੇਰੀ ਗੱਲ ਸੁਣ ਕੇ ਉਹਦੀ ਜਿਵੇਂ ਬੜੀ ਵੱਡੀ ਚੋਰੀ ਫੜੀ ਗਈ। ਉਸੇ ਵੇਲੇ ਬਰਫ਼ 'ਚ ਲੱਗ ਗਿਆ। ਭਰੀ ਪੰਚਾਇਤ 'ਚ ਉਹਨੂੰ ਕੋਈ ਵੀ ਗੱਲ ਨਹੀਂ ਸੀ ਆ ਰਹੀ। ਉਹਨੂੰ ਚੁੱਪ ਹੋਇਆ ਵੇਖ ਕੇ ਮੈਂ ਫੇਰ ਕਿਹਾ, ਚੱਲ ਆ, ਤੁਰ ਮੇਰੇ ਨਾਲ, ਚੱਲ ਉਸੇ ਥਾਂ ਤੇ, ਲਿਆ ਆਪਣੇ ਵੱਡੇ ਬਦਮਾਸ਼ ਨੂੰ, ਵਿਖਾਈਏ ਪੰਜੀ ਦਾ ਭੌਣ। ਸਾਡੀ ਸ਼ਰਾਫਤ ਨੂੰ ਕਮਜ਼ੋਰੀ ਸਮਝੀ ਜਾਂਦੇ ਆ ਓਏ। ਲਿਆ ਅਮਲੀ, ਜਿਹੜੇ ਤੂੰ ਸਾਡੇ ਗਲ ਪਾਉਣ ਨੂੰ ਫਿਰਦਾ, ਇੱਕ ਵਾਰ ਤੈਨੂੰ ਵੀ ਵਿਖਾਈ ਦਈਏ। ਨਸ਼ੇ ਹੀ ਵੇਚਦਾ, ਹੋਰ ਤੇਰੇ ਹਲ ਨਹੀਂ ਵਗਦੇ ਜਿਹੜਾ ਆਕੜ ਕੇ ਬੋਲੀ ਜਾਂਦਾ। ਲਿਆ ਆਪਦੇ ਜਵਾਈ ਪੁਲਸੀਏ ਜਿਨ੍ਹਾਂ ਦੇ ਸਿਰ ਤੇ ਚੰਬਲਿਆ ਫਿਰਦਾ। ਇਹ ਗੱਲ ਮੈਂ ਸਾਰੇ ਹਾਜ਼ਰ ਬੰਦਿਆਂ ਨੂੰ ਸੰਬੋਧਿਤ ਹੋ ਕੇ ਪੂਰਾ ਲੋਹਾ ਲਾਖਾ ਹੁੰਦੇ ਨੇ ਆਖੀ। ਕਰਨੀਆਂ ਬਲੈਕਾਂ ਤੇ ਪੰਗੇ ਕਾਮਰੇਡਾਂ ਨਾਲ ਇਹੀ ਤੁਹਾਨੂੰ ਸ਼ਰੀਫ ਟੱਕਰੇ ਆ। ਕਿਸੇ ਮੇਰੇ ਵਰਗੇ ਨਾਲ ਸਿੱਧਾ ਪੱਲਾ ਪਿਆ ਹੁੰਦਾ ਤਾਂ ਘੁੱਗੀ ਘੈਂ ਕਰਕੇ ਰੱਖ ਦੇਣੀ ਸੀ। ਸਮਾਜ 'ਚ ਰਹਿਣ ਦਾ ਵੱਲ ਸਿੱਖੋ ਪਹਿਲਾਂ। ਦਰਸ਼ਨ ਸਿੰਘ ਤੂਰ ਨੇ ਤੈਸ਼ ਚਾ ਕੇ ਕਿਹਾ। ਇਹਨਾਂ ਗੱਲਾਂ ਨੂੰ ਸੁਣ ਕੇ ਉਹ ਬਲੈਕੀਆ ਤਾਂ ਮੋਦੀ ਝਾਗੰਗ ਬੈਠ ਗਿਆ। ਦੂਜੀ ਧਿਰ ਦਾ ਇੱਕ ਬੰਦਾ ਧੀਮੀ ਆਵਾਜ਼ 'ਚ ਬੋਲਿਆ, ਜੀ ਕਾਗਜ਼ਾਂ ਮੁਤਾਬਕ ਜਗ੍ਹਾ ਤਾਂ ਤੁਹਾਡੀ ਹੈ, ਵੇਖ ਲਓ ਕਿਵੇਂ ਕਰਨਾ। ਉਹਦੇ ਬੋਲ ਸੁਣ ਕੇ ਯਾਦਵਿੰਦਰ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਉੱਤਰ ਦਿੱਤਾ, ਸ਼ੁਕਰ ਹੈ ਅੱਜ ਤੁਹਾਡੀ ਧਿਰ ਨੇ ਪਹਿਲੀ ਵਾਰ ਆਪਣੇ ਮੂੰਹੋਂ ਸੱਚੇ ਬਚਨ ਬਿਲਾਸ ਕੀਤੇ। ਮਨ ਬੜਾ ਖੁਸ਼ ਹੋਇਆ। ਦੂਜੀ ਧਿਰ ਇਸ ਗੱਲ ਤੇ ਅੜੀ ਹੋਈ ਸੀ ਕਿ ਉਸ ਜਗ੍ਹਾ ਉੱਤੇ ਕੰਧ ਹੋਣ ਨਾਲ ਗਲੀ ਤੰਗ ਹੋ ਜਾਣੀ ਹੈ। ਇਸ ਨਾਲ ਸਭ ਨੂੰ ਤਕਲੀਫ ਹੋਏਗੀ। ਅਸੀਂ ਇਸ ਗੱਲ ਤੇ ਪੱਕੇ ਸੀ ਕਿ ਜਦ ਗੁਰਨੇਕ ਨਜਾਇਜ਼ ਕਬਜ਼ਾ ਕਰੀ ਬੈਠਾ ਹੈ, ਉਹਦੇ ਦਰਵਾਜ਼ੇ 'ਚੋਂ ਹੀ ਗਲੀ ਭੀੜੀ ਹੈ, ਜਦਕਿ ਸਾਡੀ ਜਗ੍ਹਾ ਸਾਨੂੰ ਮਿਲਣ ਉਪਰੰਤ ਵੀ 20 ਫੁੱਟ ਤੋਂ ਵੱਧ ਗਲੀ ਫਿਰ ਵੀ ਬਚ ਰਹੀ ਹੈ। ਇਸ 'ਚ ਕਿਸੇ ਦੇ ਤੰਗ ਪਰੇਸ਼ਾਨ ਹੋਣ ਦੀ ਕੋਈ ਵਜ੍ਹਾ ਨਹੀਂ ਬਣਦੀ। ਤੁਸੀਂ ਬਾਰ-ਬਾਰ ਆਖ ਰਹੇ ਹੋ ਨਾ ਮੈਂ ਗਲੀ ਨੱਪੀ ਹੋਈ ਹੈ ਤੇ ਰਜਿਸਟਰੀ ਵੀ ਮੰਗੀ ਜਾਂਦੇ ਹੋ। ਜਾਓ ਲਾ ਲਓ ਜ਼ੋਰ। ਮੈਂ ਨਹੀਂ ਰਜਿਸਟਰੀ ਵਿਖਾਉਂਦਾ। ਜੇ
ਹਿੰਮਤ ਤਾਂ ਕਬਜ਼ਾ ਛੁਡਵਾ ਕੇ ਵੇਖ ਲਓ। ਮੇਰੀਆਂ ਤਾਂ 2 ਮੰਜ਼ਲਾਂ ਬਣਾਈਆਂ ਪਈਆਂ ਨੇ। ਗੁਰਨੇਕ ਪੂਰੇ ਰੋਬ 'ਚ ਤੇ ਹੰਕਾਰ 'ਚ ਬੋਲਿਆ। ਤੂੰ ਗੱਲ ਕਰਦਾ ਸਾਡੇ ਨਾਲ ਵੱਡਿਆ ਚੋਰਾ। ਅਸੀਂ ਅਜੇ ਤੇਰੇ ਵੱਲ ਤਾਂ ਹੋਏ ਹੀ ਨਹੀਂ। ਜਿਸ ਦਿਨ ਤੈਨੂੰ ਵੀ ਸਿੱਧੇ ਹੋ ਗਏ ਤੂੰ ਤਾਂ ਸੁਪਨੇ 'ਚ ਉੱਠ ਕੇ ਆਪਣੀ ਰਜਿਸਟਰੀ ਦੀਆਂ ਦੂਰੀਆਂ ਤੀਰੀਆਂ ਕਾਪੀਆਂ ਸਾਨੂੰ ਵਿਖਾਉਂਦਾ ਫਿਰੇਂਗਾ। ਪੁਆੜੇ ਦੀਏ ਜੜੇ ਤੈਨੂੰ ਵੀ ਵੇਖਦੇ ਹਾਂ। ਅਸੀਂ ਸਮਾਜ 'ਚ ਚੰਗੀ ਤਰ੍ਹਾਂ ਰਹਿਣ ਖਾਤਰ ਚਾਹੁੰਦੇ ਹਾਂ ਕਿ ਸਮਝੌਤਾ ਵਧੀਆ ਚੀਜ਼ ਹੁੰਦੀ ਹੈ, ਪਰ ਤੂੰ ਇਸ ਗੱਲ ਨੂੰ ਸਮਝ ਹੀ ਨਹੀਂ ਰਿਹਾ। ਜਦ ਅਸੀਂ ਤੇਰੇ ਇਸ ਕਬਜ਼ੇ ਵਾਲੇ ਥਾਂ ਸੰਬੰਧੀ ਇੱਕ ਬ੍ਰਹਮ ਅਸਤਰ ਚਲਾ ਦਿੱਤਾ ਤਾਂ ਤੁਹਾਡੀਆਂ 3 ਪੀੜ੍ਹੀਆਂ ਵੀ ਵਾਹੀਆਂ ਬੀਜੀਆਂ ਹਰੀਆਂ ਨਹੀਂ ਹੋਣੀਆਂ। ਇਹਨਾਂ ਦੀ ਬੋਲਤੀ ਤਾਂ ਬੰਦ ਕਰਤੀ ਹੈ। ਤੇਰੇ ਵਿਰੁੱਧ ਵੀ ਬਹੁਤ ਕੁਝ ਹੈ ਸਾਡੇ ਕੋਲ। ਜੇ ਚਾਹੁੰਦਾ ਤਾਂ ਇਸ ਭਰੀ ਸਭਾ 'ਚ ਸਾਰੇ ਸਬੂਤ ਪੇਸ਼ ਕਰੀਏ। ਯਾਦਵਿੰਦਰ ਜਪਨਾਮ ਹੋਰਾਂ ਵੱਲ ਇਸ਼ਾਰਾ ਕਰਕੇ ਉਹਨੂੰ ਚਾਰੇ ਚੁੱਕ ਕੇ ਪੈ ਨਿਕਲਿਆ। ਮੈਂ ਉਹਦਾ ਗੋਡਾ ਨੱਪ ਦਿੱਤਾ ਤਾਂ ਉਹ ਬ੍ਰਹਮ ਅਸਤਰ ਵਾਲੀ ਗੱਲ ਦਾ ਭੇਤ ਅਜੇ ਬਣਿਆ ਹੀ ਰਹਿਣ ਦੇਵੇ। ਮੇਰੀ ਨਜ਼ਰ ਗੁਰਨੇਕ ਦੇ ਚਿਹਰੇ ਤੇ ਪਈ ਤਾਂ ਮੈਂ ਉਹਦਾ ਚਿਹਰਾ ਪਹਿਲੀ ਵਾਰ ਪੀਲਾ ਪੈਂਦਾ ਵੇਖਿਆ। ਅਜੇ ਤਾਂ ਅਸੀਂ ਕਿਸੇ ਦੇ ਬਚਨ ਦੇ ਬੱਧੇ ਹੋਏ ਹਾਂ, ਨਹੀਂ ਤਾਂ ਸਬੂਤ ਤਾਂ ਮੇਰੀ ਜੇਬ 'ਚ ਹੈ। ਤੁਸੀਂ ਤਾਂ ਸਾਡੇ ਇੱਕ ਝਟਕੇ ਦੀ ਮਾਰ ਨਹੀਂ ਵੱਡੇ ਬਣੇ ਫਿਰਦੇ ਹੋ ਬਦਮਾਸ਼ ਖਾਕੀ ਕੁੱਤਿਆਂ ਦੇ ਸਿਰ ਤੇ। ਮੈਂ ਆਪਣੀ ਜੇਬ 'ਚੋਂ ਆਪਣਾ ਮੋਬਾਈਲ ਕੱਢ ਕੇ ਵਿਖਾਉਂਦਿਆਂ ਕਿਹਾ। ਜਿਵੇਂ ਕਹਿੰਦੇ ਆ ਚੋਰ ਨੂੰ ਆਪਣਾ ਪਾਲਾ ਮਾਰ ਜਾਂਦਾ, ਇਸੇ ਤਰ੍ਹਾਂ ਉਹ ਯਾਦਵਿੰਦਰ ਤੇ ਮੇਰੀ ਕੋਰੀ ਕਰਾਰੀ ਗੱਲ ਸੁਣ ਕੇ ਗੁਰਨੇਕ ਗੁੰਮਸੁੰਮ ਹੋ ਗਿਆ। ਉਹਨੂੰ ਪਤਾ ਹੀ ਨਾ ਲੱਗੇ ਕਿ ਡੂਮਣੇ ਦੇ ਛੱਤੇ ਤੇ ਰੋੜਾ ਮਾਰ ਕੇ ਉਹ ਕਿੱਧਰ ਨੂੰ ਭੱਜੇ। ਇਸ ਰੌਲੇ ਰੱਪੇ 'ਚ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣ ਰਹੇ ਬਲਵੰਤ ਮੱਖੂ ਨੇ ਸਭ ਨੂੰ ਚੁੱਪ ਕਰਵਾ ਕੇ ਆਪਣੇ ਵੱਲੋਂ ਇੱਕ ਸੁਝਾਅ ਪੇਸ਼ ਕੀਤਾ। ਵੇਖੋ ਜੀ, ਅਸੀਂ ਇਸ ਕੇਸ ਨਾਲ ਪਹਿਲੇ ਦਿਨੋਂ ਹੀ ਜੁੜੇ ਹੋਏ ਹਾਂ ਤੇ ਸਾਨੂੰ ਇਸ ਕੇਸ ਦਾ ਇੱਕ ਪਹਿਲੂ ਪਤਾ ਹੈ। ਦੋਵੇਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਮੇਰੇ ਦਿਮਾਗ 'ਚ ਇਸ ਸਮੱਸਿਆ ਦਾ ਇੱਕ ਹੱਲ ਉਪਜ ਰਿਹਾ ਹੈ। ਜੇ ਆਖੋ ਤਾਂ ਦੱਸਾਂ। ਤਦ ਸਭ ਨੇ ਉਹਨੂੰ ਸਹਿਮਤੀ ਦੇ ਦਿੱਤੀ ਤਾਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਵੇਖੋ ਜੀ, ਗੱਲ ਬੜੀ ਵੱਧ ਚੁੱਕੀ ਹੈ। ਸਰਕਾਰੀ ਰਿਕਾਰਡ ਮੁਤਾਬਕ ਵੀ ਇਹ ਜਗ੍ਹਾ ਇਸ ਮੁੰਡੇ ਦੀ ਹੀ ਬਣਦੀ ਹੈ। ਇਹ ਇਹਨੂੰ ਵਰਤਦੇ ਵੀ ਆ ਰਹੇ ਹਨ। ਗਲੀ ਦੇ ਕੁਝ ਬੰਦਿਆਂ ਨੇ ਇਸ ਥਾਂ ਤੇ ਕੰਧ ਕਰਨ 'ਚ ਇਤਰਾਜ਼ ਹੈ। ਚਲੋ ਆਪਾਂ ਇਸ ਇਤਰਾਜ਼ ਨੂੰ ਕੁਝ ਦੇਰ ਲਈ ਠੀਕ ਵੀ ਮੰਨ ਲੈਂਦੇ ਹਾਂ। ਹੁਣ ਇਹਨਾਂ ਦੀ ਗੱਲ ਕਰਦੇ ਹਾਂ। ਇਹਨਾਂ ਨੂੰ ਗੁਰਨੇਕ ਦੀ ਨਜਾਇਜ਼ ਉਸਾਰੀ ਤੇ ਇਤਰਾਜ਼ ਹੈ, ਜੋ ਕਿ ਬਿਲਕੁਲ ਜਾਇਜ਼ ਵੀ ਹੈ। ਗੁਰਨੇਕ ਸਾਹਮਣੇ ਬੈਠਾ ਹੈ। ਇਸ ਕੋਲ ਆਪਣੀ ਮਾਲਕੀ ਨੂੰ ਦਰਸਾਉਂਦਾ ਹੋਇਆ ਕੋਈ ਵੀ ਸਬੂਤ ਨਹੀਂ ਹੈ। ਇਹ ਗੱਲ ਸੁਣ ਕੇ ਗੁਰਨੇਕ ਦੀ ਨੀਵੀਂ ਪੈ ਗਈ ਤੇ ਉਸ ਤੋਂ ਕੁਝ ਵੀ ਬੋਲਿਆ ਨਾ ਗਿਆ। ਦੋਵੇਂ ਧਿਰਾਂ ਨੂੰ ਸੰਤੁਸ਼ਟ ਕਰਨ ਦਾ ਇੱਕੋ ਇੱਕ ਹੱਲ ਇਹ ਹੈ ਕਿ ਇਹ ਧਿਰ ਆਪਣੀ ਖਰੀਦੀ ਹੋਈ ਜਗ੍ਹਾ ਤੇ ਵੀ ਕੰਧ ਨਹੀਂ ਕਰੇਗੀ ਤੇ ਗੁਰਨੇਕ ਨੇ ਜਿੰਨੀ ਜਗ੍ਹਾ ਵੱਧ ਵਲੀ ਹੈ ਉੱਥੋਂ ਆਪਣਾ ਕਬਜ਼ਾ ਛੱਡ ਦੇ। ਉਹਦੀ ਢਾਹ ਢੁਆਈ ਤੇ ਜੋ ਵੀ ਖਰਚਾ ਹੋਏਗਾ ਉਹ ਇਹ ਮੁੰਡਾ ਦੇ ਦੇਗਾ। ਜੇ ਇਹ ਨਹੀਂ ਦੇਗਾ ਤੇ ਅਸੀਂ ਜਥੇਬੰਦੀ ਦੇ ਤੌਰ ਤੇ ਇਕੱਠਾ ਕਰਕੇ ਗੁਰਨੇਕ ਨੂੰ ਦੇ ਦਾਂਗੇ। ਸਾਨੂੰ ਮਨਜ਼ੂਰ ਹੈ। ਖਰਚਾ ਯੂਨੀਅਨ ਨਹੀਂ, ਮੈਂ ਕਰਾਂਗਾ, ਮੇਰੇ ਪਿਤਾ ਜੀ ਨੇ ਛਾਤੀ ਤੇ ਹੱਥ ਮਾਰ ਕੇ ਆਖਿਆ। ਇਹ ਗੱਲ ਸੁਣ ਕੇ ਦੂਜੀ ਧਿਰ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ। ਉਹ ਇਸ ਤਜਵੀਜ਼ ਦਾ ਵਿਰੋਧ ਕਰਨ ਲੱਗ ਪਏ। ਬਲਵੰਤ ਮੱਖੂ ਨੇ ਉਹਨਾਂ ਨੂੰ ਚੁੱਪ ਕਰਾਇਆ ਤੇ ਉਹਨਾਂ ਦੀ ਹਿਮਾਇਤ ਵਿੱਚ ਆਏ ਬੰਦਿਆਂ ਨੂੰ ਸੰਬੋਧਿਤ ਹੋਇਆ। ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਤੁਸੀਂ ਗਲਤ ਬੰਦੇ ਦੀ ਮਦਦ ਕਰਨ ਆਏ ਹੋ। ਇਸ ਲਈ ਆਪਣੀ ਫੋਕੀ ਹਿੰਡ ਛੱਡ ਦਿਓ। ਜੇ ਤੁਸੀਂ ਨਜਾਇਜ਼ ਕਬਜ਼ਾ ਢੁਆ ਨਹੀਂ ਸਕਦੇ ਤਾਂ ਤੁਸੀਂ ਜਾਇਜ਼ ਨੂੰ ਰੋਕਣ ਵਾਲੇ ਵੀ ਕੌਣ ਹੁੰਦੇ ਹੋ। ਜੇ ਤੁਸੀਂ ਅੱਜ ਝਗੜੇ ਨੂੰ ਹੁਣੇ ਨਿਬੇੜ ਦਿਓ ਤਾਂ ਮੈਂ ਆਪਣੇ ਤੌਰ ਤੇ 1 ਫੁੱਟ ਜਗ੍ਹਾ ਇਹਨਾਂ ਤੋਂ ਛੁਡਵਾ ਦੇਵਾਂਗਾ। ਇੰਨਾ ਕੁ ਮਾਣ ਮੈਨੂੰ ਇਹਨਾਂ ਤੇ ਹੈ, ਇਹ ਮੇਰੀ ਗੱਲ ਨਹੀਂ ਮੋੜਨਗੇ। ਮੈਂ ਅੰਕਲ ਦੀ ਇਸ ਮਾਣ ਵਾਲੀ ਗੱਲ ਤੇ ਫੁੱਲ ਚੜਾਉਣ ਹਿੱਤ ਉਹਦੀ ਤਾਈਦ ਕਰ ਦਿੱਤੀ। ਦੂਜੀ ਧਿਰ ਨੂੰ ਕੋਈ ਵੀ ਤਰਕ ਸੰਗਤ ਗੱਲ ਨਹੀਂ ਸੁੱਝ ਰਹੀ ਸੀ। ਉਹ ਤੇ ਸਿਰਫ ਹੋ ਹੱਲਾ ਕਰਕੇ ਹੀ ਸਾਨੂੰ ਦਬਾਉਣਾ ਤੇ ਦਬਕਾਉਣਾ ਚਾਹੁੰਦੇ ਸੀ, ਪਰ ਉਹ ਸਾਡੀਆਂ ਸੱਚ ਭਰੀਆਂ ਦਲੀਲਾਂ ਅੱਗੇ ਆਪਣੇ ਮਨਸੂਬੇ 'ਚ ਸਫਲ ਨਹੀਂ ਹੋ ਰਹੇ ਸੀ। ਘੰਟਾ ਭਰ ਘੈਂਸ ਹੁੰਦੀ ਰਹੀ ਤੇ ਗੱਲ ਵੇਰ ਰੌਲੇ 'ਚ ਹੀ ਪੈ ਚੁੱਕੀ ਸੀ। ਜ਼ਿਆਦਾ ਵਧਾਣ ਵੱਧਦਾ ਵੇਖ ਕੇ MC ਸੁਰਜੀਤ ਸਿੰਘ ਨੇ ਆਖਿਆ ਕਿ ਮੈਨੂੰ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਘੋਖਣ ਤੇ ਫੈਸਲਾ ਕਰਨ ਲਈ ਕੁਝ ਸਮਾਂ ਚਾਹੀਦਾ ਹੈ। ਮੈਂ ਦੋਵੇਂ ਧਿਰਾਂ ਨਾਲ ਉਹਨਾਂ ਦੇ ਘਰ ਜਾ ਕੇ ਗੱਲ ਕਰਾਂਗਾ। ਕਿਰਪਾ ਕਰਕੇ ਮੈਨੂੰ 1-2 ਦਿਨ ਦਾ ਸਮਾਂ ਦੇ ਦਿਓ, ਮੈਂ ਆਪੇ ਮਸਲਾ ਹੱਲ ਕਰਵਾ ਦਿਆਂਗਾ। ਹੁਣ ਇਸ ਤਰ੍ਹਾਂ ਇਕੱਠ ਨਹੀਂ ਕਰਨਾ, ਸਿਰਫ ਦੋਵੇਂ ਮੁੱਖ ਪਰਿਵਾਰਾਂ ਨਾਲ ਹੀ ਮੇਰੀ ਗੱਲਬਾਤ ਕੀਤੀ ਜਾਏਗੀ। ਇਸ ਲਈ ਹੋਰ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਭ ਇਸ ਰਾਏ ਨਾਲ ਰਾਜ਼ੀ ਹੋ ਗਏ ਤੇ ਉੱਠ ਕੇ ਉਹਦੇ ਘਰ ਤੋਂ ਬਾਹਰ ਆ ਗਏ। ਕੁਝ ਸਮਾਂ ਦੋਵੇਂ ਧਿਰਾਂ ਗਲੀ 'ਚ ਟੋਲੀਆਂ ਬਣਾ ਕੇ ਆਪਣੀ ਅਗਲੀ ਰਣਨੀਤੀ ਤੈਅ ਕਰਨ 'ਚ ਲੱਗੀਆਂ ਰਹੀਆਂ। ਅਸੀਂ ਸਭ ਨੇ ਘਰ ਆ ਕੇ ਰੋਟੀ ਪਾਣੀ ਛਕਣ ਤੇ ਪੈਗ ਲਾਉਣ ਦੀ ਸੁਲਾਹ ਮਾਰੀ, ਪਰ ਸਾਰਿਆਂ ਨੇ ਧੰਨਵਾਦੀ ਨਾ ਕਰਤੀ। ਕੁਝ ਦੇਰ ਬਾਅਦ ਸਭ ਆਪੋ ਆਪਣੇ ਘਰਾਂ ਨੂੰ ਤੁਰ ਪਏ। ਘਰ ਆ ਕੇ ਵੀ ਅਸੀਂ ਇਸ ਸਾਰੀ ਹੋਈ ਗੱਲਬਾਤ ਦੇ ਅਰਥ ਕੱਢਦੇ ਰਹੇ। ਸਾਨੂੰ ਇੱਕ ਤਸੱਲੀ ਤਾਂ ਇਹ ਹੋਈ ਕਿ ਦੂਜੀ ਧਿਰ ਕੋਲ ਕੋਈ ਵੀ ਤਰਕ ਨਹੀਂ ਸੀ। ਉਹਨਾਂ ਦੇ ਨਾਲ ਆਏ ਮੁਹੱਲੇ ਦੇ ਸਭ ਬੰਦਿਆਂ ਨੂੰ ਸੱਚਾਈ ਦਾ ਪਤਾ ਸੀ ਤੇ ਇਹ ਗਿਆਨ ਹੋਣ ਦੇ ਬਾਵਜੂਦ ਉਹ ਕੇਵਲ ਮੂੰਹ ਮੁਲਾਜੇ ਕਰਨੀ ਉਹਨਾਂ ਨਾਲ ਆਏ ਸੀ।
ਇਸ ਗੱਲ ਦਾ ਪੱਕਾ ਯਕੀਨ ਸਾਨੂੰ ਉਦੋਂ ਹੋ ਗਿਆ ਜਦ ਉਹਨਾਂ ਨਾਲ ਤੁਰਨ ਵਾਲਿਆਂ 'ਚੋਂ ਕਈਆਂ ਨੇ ਸਾਨੂੰ ਫੋਨ ਕਰਕੇ ਇਸ ਗੱਲ ਦਾ ਅਫਸੋਸ ਜ਼ਾਹਿਰ ਕੀਤਾ ਸੀ ਕਿ ਉਹ ਤਾਂ ਉਹਨਾਂ ਨੂੰ ਧੱਕੇ ਨਾਲ ਹੀ ਉੱਥੇ ਲੈ ਕੇ ਗਏ ਸੀ। ਸਾਨੂੰ ਪਹਿਲਾਂ ਵੀ ਪਤਾ ਸੀ, ਪਰ ਅੱਜ ਦਾ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਸੀ। ਇੱਕ ਦੋ ਨੂੰ ਤਾਂ SSP ਦਫ਼ਤਰ 'ਚ ਕੋਈ ਦਫ਼ਤਰੀ ਕੰਮਕਾਰ ਸੀ, ਜਿਸ ਕਰਕੇ ਉਹ ਜਪਨਾਮ ਦੇ ਆਖੇ ਹੀ ਗਏ ਸੀ। ਉਹ ਅੱਗੇ ਤੋਂ ਉਹਨਾਂ ਦੇ ਨਾਲ ਨਾ ਤੁਰਨ ਦੀ ਗੱਲ ਵੀ ਆਖ ਰਹੇ ਸੀ ਤੇ ਇਹਨਾਂ ਗੱਲਾਂ ਨੇ ਵੀ ਸਾਨੂੰ ਕੁਝ ਤਸੱਲੀ ਦਿੱਤੀ। ਉਹਨਾਂ ਦੀਆਂ ਗੱਲਾਂ 'ਚ ਇੱਕ ਝਲਕ ਵੀ ਸਪਸ਼ਟ ਵਿਖਾਈ ਦੇ ਰਹੀ ਸੀ ਕਿ ਹੁਣ ਦੋਵੇਂ ਪੁਲਿਸ ਵਾਲੇ ਤਾਂ ਮਾਮਲੇ ਨੂੰ ਜਿਵੇਂ ਕਿਵੇਂ ਕਰਕੇ ਨਿਬੇੜਨਾ ਚਾਹੁੰਦੇ ਸੀ। ਉਹਨਾਂ ਦੀ ਹਾਲਤ ਤਾਂ ਖਿਸਿਆਣੀ ਬਿੱਲੀ ਖੰਭਾਂ ਨੁੱਚੇ ਵਾਲੀ ਹੋਈ ਪਈ ਸੀ, ਪਰ ਗੁਰਨੇਕ ਦੀ ਧੌਣ 'ਚ ਅਜੇ ਵੀ ਕਿੱਲਾ ਅੜਿਆ ਹੋਇਆ ਸੀ। ਉਹਦੀ ਇੱਕ ਗੱਲ, ਜਦ ਅਦਾਲਤ ਨੇ ਸਟੇ ਦਿੱਤਾ ਹੋਇਆ, ਆਪਾਂ ਕੇਸ ਨੂੰ ਚੱਲਣ ਦਈਏ, ਜੋ ਫੈਸਲਾ ਅਦਾਲਤ ਕਰੇਗੀ ਵੇਖ ਲਵਾਂਗੇ, ਸਾਨੂੰ ਬੜੀ ਚੁੱਭ ਰਹੀ ਸੀ। ਇਸ ਗੱਲ 'ਚੋਂ ਉਹਦੇ ਅੰਦਰਲਾ ਹੰਕਾਰ ਸਾਫ਼ ਝਲਕ ਰਿਹਾ ਸੀ। ਜਦ ਕਿਸੇ 'ਚ ਇੰਨੀ ਜ਼ਿਆਦਾ ਆਕੜ ਆ ਜਾਏ ਤਾਂ ਉਹਦਾ ਕੀਤਾ ਵੀ ਕੀ ਜਾ ਸਕਦਾ ਹੈ। ਹੁਣ ਅਸੀਂ ਉਹਦੀ ਸ਼ਿਕਾਇਤ ਸੂਬੇ ਦੀ ਸਭ ਤੋਂ ਵੱਡੀ ਅਥਾਰਟੀ ਨੂੰ ਕਰ ਚੁੱਕੇ ਸੀ। ਸ਼ਾਇਦ ਇਹਦਾ ਵੀ ਉਸ ਉੱਪਰ ਕੋਈ ਵੀ ਅਸਰ ਨਹੀਂ ਸੀ ਹੋਇਆ। ਅਜਿਹੀ ਸਥਿਤੀ 'ਚ ਅਸੀਂ ਵੀ ਲਾਚਾਰ ਹੋਏ ਪਏ ਸੀ। ਇੱਕ ਦਿਨ ਪਾਰਕ 'ਚ ਸੈਰ ਕਰਦਿਆਂ ਮੈਨੂੰ ਸੁਰਜੀਤ ਸਿੰਘ ਮਿਲ ਪਿਆ। ਰਸਮੀ ਜੀਆਂ ਗੱਲਾਂ ਤੋਂ ਬਾਅਦ ਉਹ ਦੱਸਣ ਲੱਗ ਪਿਆ, ਮੈਂ ਗੁਰਨੇਕ ਨਾਲ ਗੱਲ ਕੀਤੀ ਸੀ, ਪਰ ਉਹ ਤੁਹਾਡੀ ਸਾਰੀ ਜਗ੍ਹਾ ਗਲੀ 'ਚ ਛੁਡਵਾਉਣ ਲਈ ਬਜਿੱਦ ਹੈ। ਇਸ ਲਈ ਮੈਂ ਦੁਬਾਰਾ ਤੁਹਾਡੇ ਕੋਲ ਨਹੀਂ ਆਇਆ। ਉਹਦੀ ਸੂਈ ਤਾਂ ਇੱਕੋ ਗੱਲ ਤੇ ਅੜੀ ਹੋਈ ਹੈ ਕਿ ਅਦਾਲਤ ਜੋ ਵੀ ਫੈਸਲਾ ਕਰ ਦੇਗੀ ਉਹ ਮੈਨੂੰ ਮਨਜ਼ੂਰ ਹੋਏਗਾ, ਪਰ ਇਸ ਤਰ੍ਹਾਂ ਉਹਨਾਂ ਨੂੰ ਜਗ੍ਹਾ ਵੜਨ ਨਹੀਂ ਦੇਵਾਂਗਾ। ਤੁਸੀਂ ਉਹਨੂੰ ਇਹ ਨਹੀਂ ਪੁੱਛਿਆ ਕਿ ਤੇਰੀ ਵੀ ਅੱਧੀ ਗਲੀ ਨੱਪੀ ਹੋਈ ਹੈ? ਮੈਂ ਸ਼ਿਕਵੇ ਨਾਲ ਆਖਿਆ। ਮੈਂ ਤਾਂ ਆਖਿਆ ਸੀ, ਪਰ ਉਹ ਆਖਣ ਲੱਗਾ ਕਿ ਜੇ ਕਿਸੇ 'ਚ ਹਿੰਮਤ ਹੈ ਤੇ ਮੇਰੇ ਤੋਂ ਛੁਡਵਾ ਲਵੇ। ਹੁਣ ਦੱਸੋ ਮੈਂ ਕੀ ਕਰ ਸਕਦਾ? ਇਸ ਲਈ ਮੈਂ ਆਇਆ ਨਹੀਂ। ਉਹਨੇ ਆਪਣੇ ਨਾ ਆਉਣ ਦੀ ਸਫਾਈ ਦਿੱਤੀ। ਚਲੋ ਜੀ, ਠੀਕ ਹੈ, ਅਸੀਂ ਮੁਕੱਦਮਾ ਲੜ ਲਵਾਂਗੇ, ਕੋਈ ਗੱਲ ਨਹੀਂ, ਪਰ ਉਹਨੂੰ ਮੇਰਾ ਸੁਨੇਹਾ ਜ਼ਰੂਰ ਦੇ ਦਿਓ ਕਿ ਸਾਡੀ ਕੀਤੀ ਗਈ ਕਾਨੂੰਨੀ ਕਾਰਵਾਈ ਤੋਂ ਭੱਜੇ ਨਾ, ਸਾਹਮਣੇ ਹੋ ਕੇ ਲੜੇ, ਫੇਰ ਹੀ ਨਜ਼ਾਰਾ ਆਏਗਾ। ਮੈਂ ਖਿੱਚ ਕੇ ਆਖਿਆ, ਨਹੀਂ ਛੋਟੇ ਵੀਰ, ਆਪਾਂ ਗੱਲ ਵਧਾਉਣੀ ਨਹੀਂ, ਮਸਲਾ ਹੱਲ ਹੀ ਕਰਨਾ। ਮੈਂ ਇੱਕ ਵਾਰ ਫੇਰ ਗੁਰਨੇਕ ਨੂੰ ਸਮਝਾ ਕੇ ਵੇਖਾਂਗਾ। ਸ਼ਾਇਦ ਉਹ ਮੇਰੀ ਦਿੱਤੀ ਧਮਕੀ ਨੂੰ ਸਮਝ ਗਿਆ ਸੀ ਤੇ ਮਹੱਲੇ ਦਾ MC ਹੋਣ ਕਰਕੇ ਮਸਲੇ ਨੂੰ ਜਲਦੀ ਤੋਂ ਜਲਦੀ ਤੇ ਸਹੀ ਢੰਗ ਨਾਲ ਨਿਬੇੜਨਾ ਚਾਹੁੰਦਾ ਸੀ। ਮੈਂ ਕਿਹੜਾ ਇਸ ਮਸਲੇ ਨੂੰ ਵਧਾ ਕੇ ਰਾਜੀ ਸੀ। ਮੈਨੂੰ ਪਤਾ ਸੀ ਕਿ ਜੇ ਇਸ ਮਸਲੇ 'ਚ ਹੋਰ ਜ਼ਿਆਦਾ ਖਲਾਰਾ ਪੈ ਗਿਆ ਤਾਂ ਦੋਵਾਂ ਪੁਲਿਸ ਵਾਲਿਆਂ ਦੀ ਨੌਕਰੀ ਤਾਂ ਜਾਣੀ ਹੈ, ਨਾਲ ਦੀ ਨਾਲ ਉਹਨਾਂ ਨੂੰ ਜੇਲ੍ਹ ਵੀ ਪੱਕੀ ਹੋ ਜਾਣੀ ਸੀ। ਗੁਰਨੇਕ ਦਾ ਘਰ ਤੁਰੰਤ ਢਹਿਣਾ ਤਾਂ ਬੇਸ਼ੱਕ ਅਜੇ ਪੱਕਾ ਨਹੀਂ ਸੀ, ਪਰ ਕਈ ਸਾਲਾਂ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਢਹਿਣਾ ਹੀ ਢਹਿਣਾ ਸੀ। ਮੈਂ ਆਪਣੀ ਸੋਚ ਮੁਤਾਬਕ ਹੀ ਸੋਚ ਰਿਹਾ ਸੀ ਕਿ ਇਹਨਾਂ ਦੁਸ਼ਟਾਂ ਦਾ ਅੰਤ ਮੇਰੇ ਹੱਥੋਂ ਨਾ ਹੋਵੇ ਤਾਂ ਆਪਣੇ ਕੁਕਰਮਾਂ ਦੇ ਬੋਝ ਹੇਠ ਆਪ ਹੀ ਦਬ ਜਾਣ। ਸ਼ਾਇਦ ਇਹ ਧਾਰਨਾ ਅਸਲੀ ਜੁਝਾਰੂ ਬੰਦਿਆਂ ਵਾਲੀ ਨਹੀਂ ਸੀ। ਜ਼ੁਲਮ ਦਾ ਨਾਸ ਕਰਨ ਲਈ ਬੰਦੇ ਨੂੰ ਹਥਿਆਰ ਉਠਾਉਣੇ ਹੀ ਪੈਂਦੇ ਆ। ਮੈਂ ਇਤਿਹਾਸ ਦਾ ਵਿਦਿਆਰਥੀ ਤੇ ਅਧਿਆਪਕ ਹੋਣ ਦੇ ਨਾਤੇ ਪਿੱਛੇ ਵੱਲ ਨਜ਼ਰ ਮਾਰੀ। ਇੱਕਦਮ ਮੇਰੀਆਂ ਨਜ਼ਰਾਂ ਸਾਹਮਣੇ ਬਹੁਤ ਕੁਝ ਘੁੰਮ ਗਿਆ। ਮੈਂ ਸੋਚ ਰਿਹਾ ਸੀ, ਗੁਰੂ ਨਾਨਕ ਦੇਵ ਜੀ ਨੇ ਬਾਬਰ ਤੇ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨਾਲ ਟੱਕਰ ਕਿਉਂ ਲੈਣੀ ਪਈ? ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਰੀ ਉਮਰ ਜ਼ੁਲਮ ਦੇ ਵਿਰੁੱਧ ਲੜਾਈ ਲੜਦਿਆਂ ਹੀ ਲੰਘ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼ਮਈ ਜੀਵਨ ਵੀ ਮੇਰੀ ਸੋਚ ਤੇ ਭਾਰੂ ਹੋ ਜਾਂਦਾ ਸੀ। ਮੈਂ ਸੋਚ ਰਿਹਾ ਸੀ, ਉਹਨਾਂ ਨੂੰ ਆਪਣਾ ਸਾਰਾ ਸਰਬੰਸ ਤੇ ਪਿਆਰੇ ਸਿੱਖ ਵਾਰਨ ਦੀ ਕੀ ਲੋੜ ਸੀ? ਉਹਨਾਂ ਵੱਲੋਂ ਇਹ ਹਕੂਮਤੀ ਧਿਰ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ਦੇ ਵਿਰੁੱਧ ਤਲਵਾਰ ਚੁੱਕਣ ਵਾਲਾ ਕਰਮ ਹੀ ਸੀ। ਬੰਦਾ ਸਿੰਘ ਬਹਾਦਰ ਨੂੰ ਮੌਜ ਮਸਤੀ ਵਾਲੀ ਸਾਦਗਿਰੀ ਛੱਡ ਕੇ ਅਜਿਹੀਆਂ ਮੁਸੀਬਤਾਂ 'ਚ ਪੈਣ ਦੀ ਕੀ ਲੋੜ ਸੀ? ਸੋਚਦਿਆਂ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੁਭਾਸ਼ ਚੰਦਰ ਬੋਸ, ਜੁਝਾਰੂ ਧਿਰ ਨਾਲ ਜੁੜੇ ਹੋਏ ਹੋਰ ਸ਼ਹੀਦ ਚੇਤੇ ਆਉਂਦੇ। ਲੰਬੇ ਚਿਤਵਨ ਤੋਂ ਬਾਅਦ ਮੈਨੂੰ ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਂ ਇੱਕ ਜੁਝਾਰੂ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਵੀ ਦੁਸ਼ਟਾਂ ਦਾ ਪਹਿਲੇ ਹੱਲੇ ਹੀ ਨਾਸ਼ ਕਰਨ ਦੀ ਬਜਾਏ ਗਾਂਧੀਵਾਦੀ ਸਿਧਾਂਤਾਂ ਤੇ ਚੱਲਦਾ ਹੋਇਆ, ਜਿਵੇਂ ਉਹਨੇ ਕਿਸੇ ਵੱਲੋਂ ਚਪੇੜ ਮਾਰਨ ਤੇ ਆਪਣੀ ਦੂਜੀ ਗੱਲ ਵੀ ਉਹਦੇ ਅੱਗੇ ਕਰਤੀ ਸੀ, ਵਾਂਗ ਉਹਨਾਂ ਨਾਲ ਬਹੁਤ ਹੀ ਨਰਮੀ ਨਾਲ ਪੇਸ਼ ਆ ਰਿਹਾ ਤੇ ਉਹਨਾਂ ਨੂੰ ਬਾਰ-ਬਾਰ ਸੁਧਰਨ ਦਾ ਮੌਕਾ ਦੇਈ ਜਾ ਰਿਹਾ ਸੀ। ਮੇਰੀ ਮਾਨਸਿਕ ਹਾਲਤ ਬੜੀ ਅਜੀਬੋ-ਗਰੀਬ ਬਣ ਚੁੱਕੀ ਸੀ, ਕਿਉਂਕਿ ਜੁਝਾਰਵਾਦੀ ਸਿਧਾਂਤਾਂ ਮੁਤਾਬਕ ਮੈਂ ਦੂਜੀ ਧਿਰ ਦਾ ਅੰਤ ਕੁਝ ਹੀ ਪਲਾਂ 'ਚ ਕਰ ਸਕਦਾ ਸੀ, ਪਰ ਮੇਰੀ ਅਖੌਤੀ ਸੋਚ ਅਜੇ ਵੀ ਦੂਜੀ ਧਿਰ ਨੂੰ ਸੁਧਰ ਜਾਣ ਦਾ ਮੌਕੇ ਤੇ ਮੌਕਾ ਦੇਈ ਜਾ ਰਹੀ ਸੀ। ਮੇਰੀ ਸਮਝ 'ਚ ਨਹੀਂ ਸੀ ਆ ਰਿਹਾ ਕਿ ਜਿਨ੍ਹਾਂ ਬੰਦਿਆਂ ਨੇ ਮੈਨੂੰ ਆਤਮ ਹੱਤਿਆ ਕਰ ਲੈਣ ਦੀ ਨੌਬਤ ਤੀਕਰ ਪਹੁੰਚਾ ਦਿੱਤਾ ਸੀ, ਅੱਜ ਤੱਕ ਮੈਂ ਲਗਾਤਾਰ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ ਬਾਬਤ ਹੀ ਸੋਚ ਰਿਹਾ ਸੀ। ਇਹ ਕਿਸ ਤਰ੍ਹਾਂ ਦੀ ਸੋਚ ਸੀ? ਉਹ ਮੈਨੂੰ ਬੇਵਜ੍ਹਾ ਮੁਕੱਦਮਿਆਂ 'ਚ ਉਲਝਾ ਕੇ ਤੰਗ ਪਰੇਸ਼ਾਨ ਕਰ ਰਹੇ ਸੀ। ਮੈਂ ਉਹਨਾਂ ਦਾ ਭਲਾ ਲੋੜ ਰਿਹਾ ਸੀ। ਇਹਨਾਂ ਸਭ ਘਟਨਾਵਾਂ ਤੋਂ ਬਾਅਦ ਮੈਂ ਆਪਣੇ ਆਪ ਨੂੰ ਕਾਮਰੇਡ ਨਾ ਸਮਝ ਕੇ ਇੱਕ ਗਾਂਧੀਵਾਦੀ ਸਮਝਣਾ ਸ਼ੁਰੂ ਕਰਤਾ ਸੀ। ਜੇ ਮੈਂ ਪੱਕਾ ਜੁਝਾਰਵਾਦੀ ਹੁੰਦਾ ਤਾਂ ਮੈਂ ਪਹਿਲੇ ਦਿਨੋਂ ਹੀ ਦੂਜੀ ਧਿਰ ਦੀਆਂ ਨਾਸਾਂ ਭੰਨ ਦੇਣੀਆਂ ਸੀ ਤੇ ਇਹ ਮਸਲਾ ਇੰਨਾ ਵਧਣਾ ਹੀ ਨਹੀਂ ਸੀ। ਪਰ ਕਿਉਂਕਿ ਮਨ ਦਾ ਬਹੁਤ ਨਰਮ ਹੋਣ ਕਰਕੇ ਵਿਰੋਧੀ ਧਿਰ ਦੇ ਹੌਸਲੇ ਵੱਧਦੇ ਹੀ ਗਏ। ਮੈਂ ਆਪਣੀ ਕੁਝ ਜਗ੍ਹਾ ਲਈ ਕਿਸੇ ਦਾ ਵੀ ਨੁਕਸਾਨ ਨਾ ਕਰਨ ਦੀ ਨੀਤੀ ਤੇ ਅੜਿਆ ਰਿਹਾ।
ਸ਼ਾਇਦ ਇਸ ਕਰਕੇ ਸਾਰੇ ਪਰਿਵਾਰ ਨੂੰ ਇਹ ਸਭ ਦੁੱਖ ਭੋਗਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਮੈਨੂੰ ਅਫਸੋਸ ਵੀ ਹੋ ਰਿਹਾ ਸੀ, ਮੈਂ ਅਜਿਹਾ ਕਿਉਂ ਹਾਂ। ਪਰ ਕੁਦਰਤ ਦੁਆਰਾ ਮੈਨੂੰ ਅਜਿਹਾ ਸੁਭਾਅ ਬਖਸ਼ਿਆ ਗਿਆ ਸੀ ਤੇ ਇਸ 'ਚ ਕੋਈ ਵੀ ਕੁਝ ਨਹੀਂ ਸੀ ਕਰ ਸਕਦਾ। ਮੈਨੂੰ ਆਪਣਾ ਉਹ ਸੁਭਾਅ ਵੀ ਚੇਤੇ ਆਉਣ ਲੱਗ ਪੈਂਦਾ ਜਦ ਸ਼ਹਿਰ ਦੇ ਇੱਕ ਅਮੀਰ ਤੇ ਚੰਗੇ ਸਿਆਸੀ ਪਹੁੰਚ ਵਾਲੇ ਜ਼ਿਮੀਂਦਾਰ ਨੇ ਮੇਰੇ ਵੱਡੇ ਭਰਾ ਯਾਦਵਿੰਦਰ ਦੇ ਘਰ ਵਾਲੀ ਗਲੀ 'ਚੋਂ JCB ਮਸ਼ੀਨ ਲਾ ਕੇ ਅੱਧੀ ਗਲੀ ਰੋਕਣੀ ਸ਼ੁਰੂ ਕਰਤੀ ਸੀ ਤੇ 2-3 ਦਿਨ ਤੱਕ ਉਹ ਹਰ ਦਰਵਾਜ਼ੇ ਦੇ ਅੱਗੋਂ ਮਿੱਟੀ ਪੁੱਟ ਕੇ ਆਪਣੇ ਖੇਤ ਵੱਲ ਖਿਲਾਰ ਲੈਂਦਾ ਸੀ ਤੇ ਗਲੀ ਤੇ ਕਬਜ਼ਾ ਕਰਦਾ ਜਾ ਰਿਹਾ ਸੀ। ਜਦੋਂ ਹਰ ਰੋਜ਼ ਅੱਗੇ ਦੀ ਅੱਗੇ ਵੱਧਦਾ ਮੇਰੇ ਭਰਾ ਦੇ ਦਰਵਾਜ਼ੇ ਤੱਕ ਪੁੱਜ ਗਿਆ ਤਾਂ ਮੇਰਾ ਤੇ ਯਾਦਵਿੰਦਰ ਦਾ ਖੂਨ ਖੌਲ ਉੱਠਿਆ ਸੀ। ਦੋਵਾਂ ਨੇ ਉਹਨੂੰ ਜਾ ਲਲਕਾਰਿਆ। ਸਾਡੀ ਲਲਕਾਰ ਸੁਣ ਕੇ ਮਹੱਲੇ ਦੇ ਲੋਕ ਵੀ ਇਕੱਠੇ ਹੋ ਗਏ। ਅਸੀਂ ਉਹਨੂੰ ਘੇਰ ਲਿਆ। ਇਹ ਲੜਾਈ ਹਥਿਆਰਾਂ ਤੱਕ ਵੀ ਪੁੱਜ ਗਈ ਸੀ। ਅਸੀਂ ਉਹਨੂੰ ਇੰਨਾ ਜ਼ਿਆਦਾ ਭਜਾਇਆ ਸੀ ਕਿ ਉਹਨੂੰ ਆਪਣੇ ਖੇਤ 'ਚੋਂ ਨਿਕਲਣ ਲਈ ਪੁਲਿਸ ਦਾ ਸਹਾਰਾ ਲੈਣਾ ਪਿਆ ਸੀ। ਜੇ ਅਸੀਂ ਉਸ ਜਗ੍ਹਾ ਤੇ ਗਲਤ ਹੁੰਦੇ ਤਾਂ ਉਸ ਚੱਲਦੇ ਪੁਰਜੇ ਵੱਡੇ ਆਦਮੀ ਨੇ ਸਾਡੇ ਦੋਵਾਂ ਭਰਾਵਾਂ ਤੇ ਅਜਿਹੇ ਮੁਕੱਦਮੇ ਚਲਵਾ ਦੇਣੇ ਸੀ ਕਿ ਅਸੀਂ ਸਾਰੀ ਜ਼ਿੰਦਗੀ ਵੀ ਉਹਨਾਂ ਤੋਂ ਖਹਿੜਾ ਨਹੀਂ ਸੀ ਛੁਡਾ ਸਕਣਾ। ਅਸੀਂ ਗਲੀ ਵਾਲੀ ਥਾਂ ਤੇ ਨਜਾਇਜ਼ ਕਬਜ਼ਾ ਕਰਨ ਨਹੀਂ ਸੀ ਦਿੱਤਾ ਤੇ ਉਸ ਦੁਆਰਾ ਨੱਪੀ ਗਲੀ ਦਾ ਕਬਜ਼ਾ ਵੀ ਉਹ ਤੋਂ ਛੁਡਵਾ ਕੇ ਉਤੋਂ ਹੀ ਭਰਤੀ ਪਵਾਈ ਸੀ। ਦੂਜੀ ਘਟਨਾ ਵੀ ਯਾਦ ਆ ਰਹੀ ਸੀ ਜਦ ਸਾਡੇ ਸਾਂਝੇ ਪਰਿਵਾਰ 'ਚ ਜੀਅ ਵੱਧ ਰਹੇ ਸਨ ਤੇ ਘਰ ਦੀ ਜਗ੍ਹਾ ਘਟ ਰਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ ਤਾਂ ਉਹਨਾਂ ਹੀ ਦਿਨਾਂ 'ਚ ਸਾਡੇ ਜੱਦੀ ਘਰ ਦੇ ਨਾਲ ਪਈ 10-12 ਮਰਲੇ ਬੱਚਤ ਦੀ ਜਗ੍ਹਾ ਤੇ ਪਰਲੇ ਪਾਸੇ ਵਾਲੇ ਗੁਆਂਢੀ ਦੀ ਨਿਗਾਹ ਪਈ। ਇਹ ਜਗ੍ਹਾ ਦੋਵਾਂ ਘਰਾਂ ਨੂੰ ਹੀ ਲੱਗਦੀ ਸੀ, ਇਸ ਲਈ ਇਹਦੇ ਦੋਵੇਂ ਹੀ ਦਾਅਵੇਦਾਰ ਬਣ ਸਕਦੇ ਸੀ। ਇੱਕ ਸ਼ਾਮ ਪਰਲੇ ਘਰ ਦਾ ਮਾਲਕ ਸਾਡੇ ਘਰ ਆਇਆ ਤੇ ਵਿਚਕਾਰ ਵਾਲੀ ਜਗ੍ਹਾ ਨੂੰ ਅੱਧੋ-ਅੱਧ ਕਰਕੇ ਵਲ ਲੈਣ ਲਈ ਆਖਣ ਲੱਗ ਪਿਆ। ਸ਼ਾਇਦ ਉਹ ਸਾਡਾ ਮੂੰਹ ਸੁੰਘਣ ਹੀ ਆਇਆ ਸੀ। ਅਸੀਂ ਉਹਨੂੰ ਕੋਰਾ ਜਵਾਬ ਦੇ ਦਿੱਤਾ ਸੀ ਕਿ ਅਸੀਂ ਆਪਣੀ ਹੱਕ ਸੱਚ ਦੀ ਕਮਾਈ ਖਾਣ ਵਾਲੇ ਬੰਦੇ ਹਾਂ, ਇਹੋ ਜਿਹੀ ਜਗ੍ਹਾ ਉੱਤੇ ਥੁੱਕਦੇ ਵੀ ਨਹੀਂ। ਫਿਰ ਉਹ ਮਿੰਨਤ ਜੀ ਕਰਨ ਲੱਗ ਪਿਆ ਕਿ ਜੇ ਤੁਸੀਂ ਇਤਰਾਜ਼ ਨਾ ਕਰੋ ਤਾਂ ਕੀ ਉਹ ਇਸ ਜਗ੍ਹਾ ਨੂੰ ਵੜ ਲਵੇ। ਸਾਡਾ ਇਹ ਜਵਾਬ ਸੀ ਕਿ ਸਾਨੂੰ ਸਾਡੇ ਘਰ ਤੋਂ ਬਾਹਰ ਹੋ ਰਹੀ ਕਿਸੇ ਦੀ ਗਤੀਵਿਧੀ ਬਾਰੇ ਕੋਈ ਚਸਕਾ ਨਹੀਂ ਹੈ। ਅਸੀਂ ਆਪਣੇ ਕੰਮ ਨਾਲ ਹੀ ਵਾਸਤਾ ਰੱਖਦੇ ਹਾਂ। ਜੇ ਉਸ ਨਾਲ ਸਾਡਾ ਕੋਈ ਨੁਕਸਾਨ ਨਹੀਂ ਤਾਂ ਉਹ ਭਾਵੇਂ ਆਪਣੇ ਜ਼ੋਰ ਤੇ ਕੁਝ ਵੀ ਕਰਨ ਲਈ ਆਜ਼ਾਦ ਹੈ। ਸਾਡੇ ਇਸ ਨਾ ਇਤਰਾਜ਼ਗੀ ਦਾ ਫਾਇਦਾ ਉਠਾਉਂਦੇ ਹੋਏ ਉਹਨੇ ਅਗਲੇ ਹੀ ਦਿਨ ਸਾਰੀ ਜਗ੍ਹਾ ਤੇ ਕਬਜ਼ਾ ਕਰ ਲਿਆ ਤੇ ਕਿਸੇ ਵੀ ਗਲੀ ਜਾਂ ਮੁਹੱਲੇ ਵਾਲੇ ਨੇ ਇਸ ਕਬਜ਼ੇ ਤੇ ਇਤਰਾਜ਼ ਨਹੀਂ ਸੀ ਕੀਤਾ। ਮੈਨੂੰ ਅੱਜ ਤੱਕ ਵੀ ਇਹ ਅਫਸੋਸ ਹੈ ਕਿ ਅਸੀਂ ਇਹਦੇ ਵਿਰੁੱਧ ਪੈਂਤੜਾ ਕਿਉਂ ਨਾ ਲਿਆ। ਸ਼ਾਇਦ ਇਹ ਆਮ ਤੌਰ ਤੇ ਮਨੁੱਖੀ ਮਾਨਸਿਕਤਾ ਦਾ ਹੀ ਹਿੱਸਾ ਹੈ ਕਿ ਉਹ ਸੋਚ ਲੈਂਦਾ ਸਾਨੂੰ ਕੀ ਜਾਂ ਆਪਾਂ ਕੀ ਲੈਣਾ। ਸ਼ਾਇਦ ਇਸ ਕਰਕੇ ਅਸੀਂ ਵੀ ਚੁੱਪ ਹੋ ਗਏ ਸੀ। ਜਦ ਆਪਣੇ ਉੱਤੇ ਬਣਦੀ ਹੈ ਜਾਂ ਕੋਈ ਨਿੱਜੀ ਨੁਕਸਾਨ ਹੋਣ ਵਾਲੀ ਗੱਲ ਹੁੰਦੀ ਹੈ ਤਾਂ ਹੀ ਉਹ ਹਥਿਆਰ ਉਠਾਉਂਦਾ। ਇਸ ਲਈ ਆਪਣਾ ਨੁਕਸਾਨ ਹੁੰਦਾ ਵੇਖ ਕੇ ਅਸੀਂ ਉਸ ਜ਼ਿਮੀਂਦਾਰ ਤੇ ਟੁੱਟ ਪਏ ਸਾਂ। ਮੇਰੇ ਲਈ ਸੁਖਦ ਅਹਿਸਾਸ ਵਾਲੀ ਗੱਲ ਇਹ ਹੈ ਕਿ ਉਸ ਧੜੱਲੇਦਾਰ ਜ਼ਿਮੀਂਦਾਰ ਦੇ ਅੱਗੇ ਮੁਹੱਲੇ ਦਾ ਕੋਈ ਵੀ ਬੰਦਾ ਨਹੀਂ ਸੀ ਬੋਲਿਆ, ਭਾਵੇਂ ਕਿ ਉਸ ਜ਼ੋਰਾਵਰ ਨੇ ਗਲੀ ਨੂੰ ਅੱਧੀ ਕਰਤਾ ਸੀ। ਪਰ ਜਦੋਂ ਸਾਡੇ ਦਰਵਾਜ਼ੇ ਮੂਹਰੇ ਆਇਆ ਸੀ ਤਾਂ ਅਸੀਂ ਉਹਨੂੰ ਖੂਬ ਭਜਾਇਆ ਸੀ। ਮੈਂ ਸੋਚ ਰਿਹਾ ਸੀ ਕਿ ਅੱਜ ਦੇ ਸਾਡੇ ਵਰਗੇ ਕਾਮਰੇਡ ਇੰਨੇ ਜ਼ਿਆਦਾ ਮਤਲਬੀ ਕਿਉਂ ਹੋ ਗਏ ਹੈ ਕਿ ਉਹ ਲੋਕਾਂ ਲਈ ਲੜਨਾ ਮਰਨਾ ਭੁੱਲ ਚੁੱਕੇ ਹੈ। ਪਰ ਇੱਕ ਆਸ ਦੀ ਕਿਰਨ ਇਹ ਵੀ ਸੀ ਕਿ ਚਲੋ ਕਾਮਰੇਡ ਆਪਣੇ ਅਧਿਕਾਰਾਂ ਦੇ ਪ੍ਰਤੀ ਤਾਂ ਸੁਚੇਤ ਤੇ ਲੜਨ ਮਰਨ ਲਈ ਤਿਆਰ ਬਰ ਤਿਆਰ ਹਨ। ਜੇ ਕਿਸੇ ਨੂੰ ਆਪਣੇ ਬੂਹੇ ਤੇ ਅਗਲੀ ਗਲੀ ਦੇ ਅੱਧੇ ਰਹਿ ਜਾਣ ਤੇ ਕੋਈ ਇਤਰਾਜ਼ ਨਹੀਂ ਤਾਂ ਕਾਮਰੇਡਾਂ ਦਾ ਕੀ ਢਿੱਡ ਦੁਖਦਾ ਕਿ ਉਹ ਬੇਗਾਨੀ ਅੱਗ 'ਚ ਆਪਣੇ ਹੱਥ ਲੂੰਹਦੇ ਫਿਰਨ। ਜਦ ਲੋਕਾਂ ਦੀ ਜ਼ਮੀਰ ਹੀ ਮਰ ਚੁੱਕੀ ਹੈ ਤਾਂ ਕਾਮਰੇਡ ਆਪਣਾ ਜਲੂਸ ਕਢਵਾ ਕੇ ਆਪਣਾ ਮੌਜੂ ਕਿਉਂ ਉਡਵਾਉਣ। ਸ਼ਾਇਦ ਮਤਲਬੀ ਦੁਨੀਆ ਦੇ ਰੰਗ ਵੇਖ ਕੇ ਬੇਮਤਲਬੇ ਕਾਮਰੇਡ ਵੀ ਹੁਣ ਸਿਆਣੇ ਬਣ ਕੇ ਆਪਣੀ ਇੱਜ਼ਤ ਬਚਾਉਣ 'ਚ ਹੀ ਆਪਣੀ ਭਲਾਈ ਸਮਝਣ ਲੱਗ ਪਏ। ਪਰ ਤਸੱਲੀ ਦੇਣ ਵਾਲੀ ਇੱਕ ਗੱਲ ਜ਼ਰੂਰ ਸੀ ਕਿ ਉਹ ਘੱਟੋ ਘੱਟ ਆਪਣੇ ਹੱਕਾਂ ਵਾਸਤੇ ਤਾਂ ਲੜ ਹੀ ਰਹੇ ਸੀ। ਜਦ ਮਤਲਬੀ ਲੋਕ ਆਪਣੇ ਮਤਲਬ ਵੇਲੇ ਉਹਨਾਂ ਨੂੰ ਵਰਤ ਕੇ ਵੋਟਾਂ ਵੇਲੇ ਫਿਰ ਰਾਜਨੀਤਿਕ ਲੋਕਾਂ ਦੀ ਝੋਲੀ 'ਚ ਜਾ ਪੈਂਦੇ ਹੈ ਤਾਂ ਇਹਨਾਂ ਖੁਦਗਰਜ਼ ਲੋਕਾਂ ਲਈ ਆਪਣੀ ਇੱਜ਼ਤ ਦਾਅ ਤੇ ਕਿਉਂ ਲਾਉਣ। ਤੀਜੀ ਘਟਨਾ ਇਹ ਸੀ ਕਿ ਕਾਨੂੰਨੀ ਤੇ ਇਖਲਾਕੀ ਤੌਰ ਤੇ ਵੀ ਅਸੀਂ ਉਸ ਜਗ੍ਹਾ ਦੇ ਮਾਲਕ ਸੀ, ਪਰ ਸਾਨੂੰ ਆਪਣੀ ਜਗ੍ਹਾ ਤੇ ਕਬਜ਼ਾ ਕਰਨ 'ਚ ਬੰਦਾ ਅੜਚਨ ਬਣ ਰਿਹਾ ਸੀ ਜਿਹਨੇ ਅੱਧੀ ਤੋਂ ਵੱਧ ਗਲੀ ਆਪ ਰੋਕ ਰੱਖੀ ਸੀ। ਹੁਣ ਮੇਰੀ ਮਾਨਸਿਕ ਸਥਿਤੀ ਅਜਿਹੀ ਬਣ ਚੁੱਕੀ ਸੀ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਜਿਨ੍ਹਾਂ ਬੰਦਿਆਂ ਨੇ ਜ਼ੋਰਾਵਰਾਂ ਨੂੰ ਗਲੀ ਉੱਤੇ ਕਬਜ਼ਾ ਨਹੀਂ ਕਰਨ ਦਿੱਤਾ, ਹਿੱਸਾ ਦਿੱਤੇ ਜਾਣ ਤੇ ਵੀ ਸ਼ਾਮਲਾਟ ਤੇ ਕਬਜ਼ਾ ਨਹੀਂ ਕੀਤਾ, ਪਰ ਅੱਜ ਆਪਣੀ ਜਗ੍ਹਾ ਤੇ ਆਪਣਾ ਹੱਕ ਮਾਲਕੀ ਜਤਾਉਣ ਲਈ ਸੰਘਰਸ਼ ਕਰ ਰਹੇ ਹਨ, ਉਹ ਕੀ ਹਨ। ਮੈਂ ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਕਿ ਅਸੀਂ ਸਹੀ ਹਾਂ ਕਿ ਗਲਤ। ਸਹੀ ਇਸ ਲਈ ਕਿ ਸਾਡੇ ਪਰਿਵਾਰ ਨੇ ਮੁਫਤ 'ਚ ਮਿਲਦੀ ਜਗ੍ਹਾ ਨੂੰ ਠੋਕਰ ਮਾਰਤੀ ਸੀ ਤੇ ਹੈਂਕੜਬਾਜ਼ ਵੱਡੀ ਧਿਰ ਨੂੰ ਗਲੀ ਤੇ ਕਬਜ਼ਾ ਨਹੀਂ ਸੀ ਕਰਨ ਦਿੱਤਾ। ਗਲਤ ਇਸ ਲਈ ਸੀ ਕਿ ਮੇਰੀ ਵਿਰੋਧੀ ਧਿਰ ਨੇ ਆਪਣਾ ਨਜਾਇਜ਼ ਕਬਜ਼ਾ ਛੁਪਾ ਕੇ ਪ੍ਰਚਾਰ ਕੀਤਾ ਸੀ ਕਿ ਮੈਂ ਗਲੀ ਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ।
ਉਹਨਾਂ ਇਹਦੀ ਰਿਪੋਰਟ ਪੁਲਿਸ ਤੇ ਕਾਨੂੰਨ ਨੂੰ ਵੀ ਦਿੱਤੀ ਹੋਈ ਸੀ। ਜਾਂਚ ਪੜਤਾਲ ਦੌਰਾਨ ਖੁਦ ਅਜਿਹੇ ਨਜਾਇਜ਼ ਕਬਜ਼ਿਆਂ ਤੇ ਕਈ ਹੋਰ ਸੰਗੀਨ ਜੁਰਮਾਂ ਦੇ ਦੋਸ਼ 'ਚ ਘਿਰੇ ਹੋਏ ਪੁਲਿਸ ਅਧਿਕਾਰੀ ਇਸ ਉੱਪਰ ਮੋਹਰ ਲਗਾ ਰਹੇ ਸਨ। ਸ਼ਾਇਦ ਹੁਣ ਸਾਡੇ ਅੰਦਰਲਾ ਕਾਮਰੇਡ ਪੂਰੀ ਤਰ੍ਹਾਂ ਜਾਗ ਪਿਆ ਸੀ, ਕਿਉਂਕਿ ਇਸ ਪੂਰੀ ਜਗ੍ਹਾ ਨੂੰ ਛੱਡ ਦੇਣ ਦੇ ਐਲਾਨ ਤੋਂ ਬਾਅਦ ਵੀ ਸਾਡੇ ਨਾਲ ਵਧੀਕੀ ਤੇ ਵਧੀਕੀ ਹੋ ਰਹੀ ਸੀ। ਪਿਆਰ ਨਾਲ ਤਾਂ ਇੱਕ ਸਧਾਰਨ ਬੰਦਾ ਕੀ, ਇੱਕ ਕਾਮਰੇਡ ਵੀ ਆਪਣੀ ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਹੋ ਜਾਂਦਾ ਹੈ, ਪਰ ਧੱਕੇ ਤੇ ਜ਼ੋਰ ਨਾਲ ਤਾਂ ਕਿਸੇ ਨੂੰ ਵੀ 1 ਇੰਚ ਛੱਡਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਉੱਤੋਂ ਜੇ ਉਸ ਬੰਦੇ ਵਿੱਚ ਥੋੜ੍ਹਾ ਬਹੁਤ ਵੀ ਜੁਝਾਰਵਾਦੀ ਮਾਦਾ ਹੋਵੇ ਤਾਂ ਉਸ ਲਈ ਤਾਂ ਮੁਸ਼ਕਿਲ ਨਹੀਂ, ਸਗੋਂ ਅਸੰਭਵ ਹੀ ਹੋ ਜਾਂਦਾ ਹੈ, ਕਿਉਂਕਿ ਜੁਝਾਰੂ ਧਿਰ ਦਾ ਨੁਮਾਇੰਦਾ ਹੋਣ ਕਾਰਨ ਹੋ ਰਹੇ ਜਬਰ, ਜ਼ੁਲਮ, ਧੱਕੇ, ਰਿਸ਼ਵਤਖੋਰੀ ਆਦਿ ਬਾਰੇ ਸੋਚਦਾ, ਵਿਚਾਰਦਾ, ਲਿਖਦਾ, ਆਵਾਜ਼ ਉਠਾਉਂਦਾ ਤੇ ਘੋਲ ਲੜਦਾ ਰਹਿੰਦਾ ਹੈ। ਮੈਂ ਅਜਿਹੀਆਂ ਸੋਚਾਂ ਸੋਚਦੇ ਦਿਨਾਂ ਨੂੰ ਲੰਘਾ ਰਿਹਾ ਸੀ। ਆਪਣੀਆਂ ਸੋਚਾਂ 'ਚ ਉਲਝਿਆ ਕਦੇ ਕਦੇ ਮੈਂ ਆਪਣੇ ਆਪ ਨੂੰ ਅਪਰਾਧੀ ਸਮਝਣ ਲੱਗ ਜਾਂਦਾ ਸੀ, ਕਦੇ ਨਾਇਕ। ਕਈ ਵਾਰ ਮੈਨੂੰ ਲੱਗਣ ਲੱਗ ਜਾਂਦਾ ਕਿ ਜੇ ਇਹਨਾਂ ਜੰਮਦੀਆਂ ਸੂਲਾਂ ਦੇ ਮੂੰਹ ਪਹਿਲਾਂ ਹੀ ਭੰਨਤੇ ਜਾਂਦੇ ਤਾਂ ਇਹ ਦਿਨ ਹੀ ਨਾ ਵੇਖਣੇ ਪੈਂਦੇ। ਫਿਰ ਉਸੇ ਵਕਤ ਹੀ ਖਿਆਲ ਆਉਣ ਲੱਗ ਪੈਂਦਾ ਕਿ ਜੇ ਮੈਂ ਆਪਣੀ ਕਾਮਰੇਡੀ ਸੋਚ ਦਾ ਮੁਜ਼ਾਹਰਾ ਕਰਦਾ ਪੁਲਿਸ ਵਾਲਿਆਂ ਨਾਲ ਹੱਥੋਂ ਪਾਈ ਜਾਂ ਮਾਰ ਕੁਟਾਈ ਵਰਗਾ ਪੰਗਾ ਲੈ ਲੈਂਦਾ ਤਾਂ ਅੱਜ ਤੱਕ ਜੇਲ੍ਹ ਦੀ ਹਵਾ ਹੀ ਖਾਂਦਾ ਹੋਣਾ ਸੀ। ਦਿਲ ਸ਼ੁਕਰ ਮਨਾਉਂਦਾ ਸੀ ਕਿ ਤੂੰ ਇਸ ਗੰਦ ਦੇ ਛਿੱਟਿਆਂ ਤੋਂ ਤਾਂ ਬਚ ਗਿਆ, ਆਪਣੇ ਆਪ ਨੂੰ ਨਾਇਕ ਉਦੋਂ ਸਮਝ ਲੈਂਦਾ ਸੀ ਜਦ ਮੈਂ ਇਹਨਾਂ ਦੋਵਾਂ ਪੁਲਿਸ ਵਾਲਿਆਂ, ਇੰਸਪੈਕਟਰ, DSP ਦੇ ਨਾਲ SP ਦੀ ਮਾਨਸਿਕ ਹਾਲਤ ਬਾਰੇ ਮੇਰੇ ਸਾਹਮਣੇ ਆਉਣ ਲੱਗ ਪੈਂਦੀ। ਆਪਣੇ ਮੋਹਰਿਆਂ ਨੂੰ ਫਸਦਾ ਵੇਖਿਓ ਕਿੰਨਾ ਛਟਪਟਾਉਂਦੇ ਹੋਣਗੇ। ਅੰਗ 25। ਮੀਡੀਏਸ਼ਨ ਦੀ ਅਗਲੀ ਤਾਰੀਖ ਵਾਲੇ ਦਿਨ ਮੈਂ ਤੇ ਯਾਦਵਿੰਦਰ ਵਕੀਲ ਦੁਆਰਾ ਦਿੱਤੇ ਗਏ ਸਮੇਂ ਮੁਤਾਬਕ ਮੀਡੀਏਸ਼ਨ ਵਿਭਾਗ 'ਚ ਪੁੱਜ ਗਏ ਸਾਂ। ਗੁਰਨੇਕ ਵੀ ਪੁੱਜ ਚੁੱਕਾ ਸੀ। ਜੱਜ ਬਣੇ ਵਕੀਲ ਨੇ ਬੜੀ ਪਿਆਰ ਤੇ ਆਪਣੇ ਪਲ ਨਾਲ ਗੱਲ ਸ਼ੁਰੂ ਕੀਤੀ। ਸਰਸਰੀ ਗੱਲਾਂ ਤੋਂ ਬਾਅਦ ਉਹਨੇ ਅੱਜ ਮਸਲੇ ਦਾ ਕੋਈ ਨਾ ਕੋਈ ਹੱਲ ਕੱਢ ਦੇਣ ਬਾਰੇ ਆਖਿਆ। ਗੁਰਨੇਕ ਸਾਡੇ ਵੱਲੋਂ ਪੂਰੀ ਜਗ੍ਹਾ ਛੱਡ ਦੇਣ ਤੇ ਹੀ ਅੜਿਆ ਹੋਇਆ ਸੀ। ਉਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ। ਫਿਰ ਆਖਣ ਲੱਗਾ ਕਿ ਅੱਧੀ ਜਗ੍ਹਾ ਛੱਡ ਦੇਣ ਤਾਂ ਮੈਂ ਸਮਝੌਤਾ ਕਰ ਸਕਦਾ। ਸਾਨੂੰ ਉਹਦੀਆਂ ਚਤਰਾਈਆਂ ਤੇ ਗੁੱਸਾ ਆ ਰਿਹਾ ਸੀ। ਯਾਦਵਿੰਦਰ ਗੁਰਨੇਕ ਨੂੰ ਪੈ ਨਿਕਲਿਆ। ਅੰਕਲ, ਤੂੰ ਸਾਨੂੰ ਸਟੇ ਦਾ ਡਰਾਵਾ ਦੇ ਕੇ ਕੇਸ ਦੇ ਲੰਮਾ ਚੱਲਣ ਬਾਰੇ ਹੀ ਆਖ ਰਿਹਾ ਨਾ। ਚੱਲ ਲੈਣ ਦੇ, ਅਸੀਂ ਲੜ ਲਾਂਗੇ, ਕੋਈ ਗੱਲ ਨਹੀਂ। ਜਦੋਂ ਅਸੀਂ ਫਾਨਾ ਠੋਕਿਆ ਫਿਰ ਸਾਡੇ ਕੋਲ ਸਮਝੌਤੇ ਲਈ ਨਾ ਆਵੀਂ। ਸਾਨੂੰ ਸਾਡੀ ਜਗ੍ਹਾ ਮਿਲੇ ਜਾਂ ਨਾ, ਤੇਰੀਆਂ ਦੋਵੇਂ ਮੰਜ਼ਲਾਂ ਜ਼ਰੂਰ ਢੁਆ ਕੇ ਹਟਾਂਗੇ। ਅੱਜ ਤੋਂ ਬਾਅਦ ਅਸੀਂ ਇਸ ਮੀਡੀਏਸ਼ਨ ਵਾਲੀ ਤਰੀਕ 'ਚ ਵੀ ਨਹੀਂ ਆਉਣਾ। ਵਕੀਲ ਉਹਨੂੰ ਠੰਡਾ ਜਿਹਾ ਕਰਦਾ ਹੋਇਆ ਆਖਣ ਲੱਗਾ, ਨਹੀਂ, ਆਪਾਂ ਇਸ ਤਰ੍ਹਾਂ ਨਹੀਂ ਕਰਨਾ, ਆਪਾਂ ਮਸਲਾ ਨਿਬੇੜ ਹੀ ਦੇਣਾ। ਮੈਨੂੰ ਪਤਾ ਲੱਗਾ ਕਿ ਤੁਸੀਂ 1 ਫੁੱਟ ਜਗ੍ਹਾ ਛੱਡਣ ਲਈ ਤਿਆਰ ਹੋ ਗਏ ਸੀ। ਹਾਂਜੀ, ਉਹ ਤਾਂ ਮੇਰੇ ਅੰਕਲ ਨੇ ਉਸੇ ਦਿਨ ਮਸਲਾ ਨਿਬੇੜਨ ਖਾਤਰ ਆਖਿਆ ਸੀ, ਪਰ ਮਸਲਾ ਅਜੇ ਵੀ ਓਡਾ ਕੋਡਾ ਹੀ ਹੈ। ਹੁਣ ਅਸੀਂ ਪੂਰੀ ਜਗ੍ਹਾ ਹੀ ਲਵਾਂਗੇ ਕੀ, ਉਹ ਹੈ ਹੀ ਸਾਡੀ। ਜੇ ਮੇਰੇ ਤੋਂ ਜਗ੍ਹਾ ਛਡਵਾਉਣੀ ਹੈ ਤੇ ਇਹ ਵੀ ਉਨੀ ਜਗ੍ਹਾ ਛੱਡ ਦੇ, ਮੈਂ ਤਿਆਰ ਹਾਂ। ਮੈਂ ਆਪਣੀ ਦਲੀਲ ਦਿੱਤੀ। ਗੁਰਨੇਕ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਵਕੀਲ ਸਾਡੇ ਦੁਆਰਾ ਪੇਸ਼ ਕੀਤੇ ਨਕਸ਼ੇ ਉੱਤੇ ਲਕੀਰਾਂ ਜਿਹੀਆਂ ਵਾਹੁਣ ਲੱਗ ਪਿਆ, ਕੁਝ ਸੋਚਣ ਲੱਗ ਪਿਆ। ਕਾਫੀ ਸਮਾਂ ਸੋਚ ਵਿਚਾਰ ਕਰਨ ਤੋਂ ਬਾਅਦ ਆਖਣ ਲੱਗਾ, ਵੇਖੋ ਜੀ, ਮੈਂ ਆਪਣੇ ਵੱਲੋਂ ਇੱਕ ਹੱਲ ਸੋਚਿਆ। ਜੇ ਤੁਹਾਨੂੰ ਮਨਜ਼ੂਰ ਹੈ ਤਾਂ ਵੇਖ ਲਓ, ਨਹੀਂ ਆਪਣਾ ਮੁਕੱਦਮਾ ਲੜੀ ਚੱਲੋ। ਫਿਰ ਮੇਰੇ ਵੱਲ ਮੂੰਹ ਘੁਮਾ ਕੇ ਆਖਣ ਲੱਗਾ, ਵੇਖੋ ਪੁੱਤ, ਤੁਸੀਂ 1 ਫੁੱਟ ਜਗ੍ਹਾ ਆਪਣੇ ਅੰਕਲ ਦੇ ਆਖੇ ਤੇ ਛੱਡਤੀ। ਜੇ ਤੁਸੀਂ ਗੁਰਨੇਕ ਦੇ ਘਰ ਵੱਲੋਂ 2.5 ਫੁੱਟ ਜਗ੍ਹਾ ਛੱਡਦੇ ਹੋ ਤੇ ਦੂਜੇ ਪਾਸੇ ਤੋਂ 6 ਇੰਚ ਛੱਡਦੇ ਹੋ ਤਾਂ ਤੁਹਾਡੀ ਛੱਡੀ ਗਈ ਜਗ੍ਹਾ ਔਸਤ 1.5 ਫੁੱਟ ਬਣਦੀ ਹੈ। ਤੁਹਾਡੀ ਜਗ੍ਹਾ ਦੀ ਕਾਣ ਵੀ ਨਿਕਲ ਜਾਏਗੀ। ਤੁਸੀਂ ਉਹ ਛੱਡ ਦਿਓ, ਇਹ ਕੇਸ ਵਾਪਸ ਲੈ ਲੈਣਗੇ। ਮੈਂ ਇੱਕਦਮ ਹਾਮੀ ਭਰਤੀ। ਮੈਨੂੰ ਪਤਾ ਸੀ ਗੁਰਨੇਕ ਨੇ ਮੰਨਣਾ ਤਾਂ ਹੈ ਨਹੀਂ, ਇਸ ਲਈ ਮੈਂ ਵਕੀਲ ਵੱਲੋਂ ਝੂਠਾ ਕਿਉਂ ਪਵਾਂ। ਗੁਰਨੇਕ ਸੋਚਾਂ 'ਚ ਪੈ ਗਿਆ ਤੇ ਫਿਰ ਆਨਾਕਾਨੀ ਕਰਨ ਲੱਗਾ। ਸਾਰੇ ਜਗ੍ਹਾ ਮੈਂ ਸਿਰਫ ਇਸ ਲਈ ਹੀ ਛੱਡਾਂਗਾ ਜੀ ਅੱਜ ਹੀ ਇਸ ਕੇਸ ਦਾ ਨਿਪਟਾਰਾ ਹੁੰਦਾ ਹੈ, ਨਹੀਂ ਤਾਂ ਅੱਜ ਤੋਂ ਬਾਅਦ ਮੇਰਾ ਇਹਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੈ, ਨਾ ਹੀ ਅਸੀਂ ਕਿਸੇ ਵਿਚੋਲਗੀ 'ਚ ਪੈਣਾ। ਫਿਰ ਤਾਂ ਮੈਂ ਕੇਸ ਹੀ ਲੜਾਂਗਾ। ਮੈਂ ਆਪਣਾ ਫੈਸਲਾ ਸੁਣਾ ਦਿੱਤਾ। ਗੁਰਨੇਕ ਨੂੰ ਨਾ ਮੰਨਦਾ ਵੇਖ ਕੇ ਵਕੀਲ ਉਹਨੂੰ ਉਠਾ ਕੇ ਕਮਰੇ ਤੋਂ ਬਾਹਰ ਲੈ ਗਿਆ ਤੇ ਬਾਹਰ ਜਾ ਕੇ ਕੁਝ ਸਮਝਾਉਣ ਲੱਗ ਪਿਆ। 10 ਕੁ ਮਿੰਟਾਂ ਬਾਅਦ ਉਹ ਦੋਵੇਂ ਜਣੇ ਅੰਦਰ ਆ ਗਏ। ਵਕੀਲ ਨੇ ਮੈਨੂੰ ਵਧਾਈਆਂ ਦਿੱਤੀਆਂ ਕਿ ਤੁਹਾਡਾ ਕੇਸ ਹੱਲ ਹੋ ਗਿਆ। ਉਹਨੇ ਫਿਰ ਜਗ੍ਹਾ ਦੀ ਮਿਣਤੀ ਵਾਲੀਆਂ ਸ਼ਰਤਾਂ ਸਾਨੂੰ ਪੜ੍ਹ ਕੇ ਸੁਣਾਤੀਆਂ। ਸਾਨੂੰ ਇਹੀ ਖੁਸ਼ੀ ਸੀ ਕਿ ਚਲੋ ਕੁਝ ਇੰਚ ਜਗ੍ਹਾ ਛੱਡ ਕੇ ਸਾਡਾ ਇਸ ਖਲਜਗਨ ਤੋਂ ਖਹਿੜਾ ਛੁੱਟ ਜਾਣਾ ਸੀ। ਇਹ ਜਗ੍ਹਾ ਰਹਿਣੀ ਤਾਂ ਸਾਡੇ ਦਰਵਾਜ਼ੇ ਦੇ ਅੱਗੇ ਹੀ ਸੀ। ਇਹ ਤੇ ਕੋਈ ਵੀ ਦਾਅਵਾ ਨਹੀਂ ਸੀ ਕਰ ਸਕਦਾ, ਇਸ ਲਈ ਸਾਡੇ ਲਈ ਇਹ ਵੱਡੀ ਜਿੱਤ ਹੀ ਸੀ।
ਵਕੀਲ ਨੇ ਕੰਪਿਊਟਰ ਆਪਰੇਟਰ ਨੂੰ ਸਾਰਾ ਸਮਝੌਤਾ ਬੋਲ ਕੇ ਲਿਖਵਾਉਣਾ ਸ਼ੁਰੂ ਕਰਤਾ। ਇੰਨੇ ਨੂੰ ਗੁਰਨੇਕ ਬੋਲਿਆ, ਇਹਨਾਂ ਨੇ ਮੇਰੇ ਵਿਰੁੱਧ ਨਗਰ ਨਿਗਮ ਦੇ ਦਫ਼ਤਰ ਸ਼ਿਕਾਇਤਾਂ ਕੀਤੀਆਂ ਹੋਈਆਂ ਨੇ, ਉਹ ਵੀ ਵਾਪਸ ਕਰਾਓ। ਵਕੀਲ ਨੇ ਸਮਝੌਤੇ 'ਚ ਇੱਕ ਸ਼ਰਤ ਪਾ ਦਿੱਤੀ ਕਿ ਦੋਵੇਂ ਧਿਰਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਇਸ ਸਮਝੌਤੇ ਤੋਂ ਬਾਅਦ ਖਤਮ ਸਮਝੀਆਂ ਜਾਣਗੀਆਂ। ਸਾਡੇ ਦੋਵਾਂ ਦੇ ਦਸਖਤ ਵੀ ਕਰਵਾ ਲਏ ਗਏ। ਜਦ ਮੈਂ ਇਸ ਸਮਝੌਤੇ ਦੀ ਕਾਪੀ ਮੰਗੀ, ਵਕੀਲ ਆਖਣ ਲੱਗਾ, ਇਸ ਸਮਝੌਤੇ ਦੀ ਕਾਪੀ ਤੁਹਾਨੂੰ ਅਗਲੀ ਤਰੀਕ ਤੇ ਜੱਜ ਸਾਹਿਬ ਦੇ ਦਸਖਤ ਹੋਣ ਤੋਂ ਬਾਅਦ ਹੀ ਮਿਲ ਸਕਦੀ ਹੈ। ਇਹ ਸਮਝੌਤਾ ਕਾਨੂੰਨੀ ਤੌਰ ਤੇ ਲਾਗੂ ਵੀ ਉਸ ਤਰੀਕ ਤੋਂ ਬਾਅਦ ਹੀ ਹੋਏਗਾ। ਉਂਝ ਜੇ ਤੁਹਾਡੀ ਆਪਸੀ ਸਹਿਮਤੀ ਹੋਵੇ ਤਾਂ ਤੁਸੀਂ ਕੰਧ ਕਰ ਲਓ। ਕਿਉਂ ਗੁਰਨੇਕ ਸਿੰਘ ਜੀ, ਕਰ ਲੈਣ ਦੇਈਏ ਕੰਧ। ਤੁਹਾਡੇ ਭਤੀਜਿਆਂ ਨੂੰ ਛੁੱਟੀਆਂ ਦਾ ਫਾਇਦਾ ਉਠਾ ਲੈਣਗੇ। ਅੱਗੇ ਹੀ ਤੁਸੀਂ ਬਹੁਤ ਖਰਾਬ ਕਰ ਚੁੱਕੇ ਹੋ। ਨਹੀਂ ਜੀ, ਆਪਾਂ ਸਾਰਾ ਕੁਝ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣ ਦੇਈਏ। ਕੋਈ ਨਹੀਂ, ਅਗਲੀ ਤਰੀਕ ਤੱਕ ਦਾ ਇੰਤਜ਼ਾਰ ਕਰ ਲੈਂਦੇ ਹਾਂ। ਉਹ ਖਚਰਾ ਜਿਹਾ ਮੁਸਕਰਾਉਂਦਾ ਹੋਇਆ ਇਸ ਹਿਸਾਬ ਨਾਲ ਬੋਲਿਆ ਕਿ ਅਸੀਂ ਦੋਵਾਂ ਨੇ ਉਹਦੇ ਚਿਹਰੇ ਤੋਂ ਪੜ੍ਹ ਲਿਆ ਕਿ ਉਹਦੇ ਮਨ 'ਚ ਹੈ ਕਿ ਮੈਂ ਜਿੰਨਾ ਚਿਰ ਰੋਕ ਸਕਦਾ, ਇਹਨੂੰ ਖਰਾਬ ਕਰ ਸਕਦਾ, ਉਹਨਾਂ ਚਿਰ ਤੱਕ ਕਰਾਂਗਾ ਹੀ। ਸਾਡੇ ਲਈ ਸਮਝੌਤਾ ਹੋਣ ਦੀ ਖੁਸ਼ੀ ਤਾਂ ਸੀ, ਪਰ ਅਗਲੀ ਤਰੀਕ ਆਉਣ ਵਿੱਚ ਅਜੇ ਮਹੀਨੇ ਦੇ ਕਰੀਬ ਸਮਾਂ ਪਿਆ ਸੀ। ਅਸੀਂ ਆਪਣੇ ਵਕੀਲ ਨੂੰ ਪੁੱਛਿਆ ਕਿ ਕੀ ਇਸ ਸਮਝੌਤੇ ਤੋਂ ਗੁਰਨੇਕ ਮੁੱਕਰ ਸਕਦਾ ਹੈ ਕਿ ਨਹੀਂ। ਉਹਨੇ ਦੱਸਿਆ ਕਿ ਜੱਜ ਦੇ ਦਸਖਤ ਹੋਣ ਤੋਂ ਪਹਿਲਾਂ ਤੱਕ ਦੋਵੇਂ ਧਿਰਾਂ ਜਦ ਵੀ ਮਰਜ਼ੀ ਮੁੱਕਰ ਸਕਦੀਆਂ। ਅਸੀਂ ਤਾਂ ਕਿਉਂ ਮੁੱਕਰਨਾ ਸੀ, ਪਰ ਸਾਨੂੰ ਦੂਜੀ ਧਿਰ ਦਾ ਕੋਈ ਵੀ ਇਤਬਾਰ ਨਹੀਂ ਸੀ, ਕਿਉਂਕਿ ਰੰਡੀ ਤਾਂ ਰੰਡੇਪਾ ਕੱਟ ਲੈਂਦੀ ਹੈ, ਛੜੇ ਨਹੀਂ ਕੱਟਣ ਦਿੰਦੇ। ਅਜੇ ਕੀ ਪਤਾ ਸੀ ਕਿਸ ਕੜਮ ਚੌਧਰੀ ਨੇ ਗੁਰਨੇਕ ਨੂੰ ਕਿਹੜੀ ਉਂਗਲ ਦੇ ਦੇਣੀ ਸੀ ਤੇ ਉਹਨੇ ਮੁੱਕਰ ਜਾਣਾ ਸੀ। ਅਜਿਹੇ ਚੱਕਵੇਂ ਬੰਦੇ ਉੱਤੇ ਸਾਨੂੰ ਭੋਰਾ ਵੀ ਯਕੀਨ ਨਹੀਂ ਸੀ। ਇੱਕ ਦਿਨ ਮੈਨੂੰ ਆਪਣਾ ਵਹਿਮ ਸੱਚਾ ਹੁੰਦਾ ਵੀ ਜਾਪਣ ਲੱਗ ਪਿਆ। ਮੈਂ ਮੋਟਰਸਾਈਕਲ ਉੱਤੇ ਆਪਣੇ ਇਸ ਘਰ ਵੱਲ ਆ ਰਿਹਾ ਸੀ ਤਾਂ ਗੁਰਨੇਕ ਆਪਣੇ ਦਰਵਾਜ਼ੇ ਦੇ ਬਾਹਰ ਖੜਾ ਸੀ। ਉਹਨੇ ਮੈਨੂੰ ਦੂਰੋਂ ਹੀ ਵੇਖ ਲਿਆ। ਨੇੜੇ ਆ ਕੇ ਮੈਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ, ਪਰ ਉਹਨੇ ਮੂੰਹ ਦੂਜੇ ਪਾਸੇ ਕਰ ਲਿਆ। ਇਸ ਤਰ੍ਹਾਂ ਦਾ ਵਿਹਾਰ ਕੀਤਾ ਜਿਵੇਂ ਉਹਨੇ ਮੈਨੂੰ ਵੇਖਿਆ ਹੀ ਨਾ ਹੋਵੇ। ਮੈਂ ਸਮਝ ਗਿਆ ਇਹਦੇ ਮਨ 'ਚ ਅਜੇ ਵੀ ਕੋਈ ਖੋਟ ਹੈ, ਇਸ ਲਈ ਮੈਂ ਫੈਸਲਾ ਕਰ ਲਿਆ ਕਿ ਮੈਂ ਹੁਣ ਇਸ ਦੁਸ਼ਟ ਨੂੰ ਕਦੇ ਵੀ ਬੁਲਾਉਣਾ ਨਹੀਂ। ਮੈਨੂੰ ਇਹ ਵੀ ਫਿਕਰ ਪਿਆ ਹੋਇਆ ਸੀ ਕਿ ਹੁਣ ਮੈਨੂੰ ਹੋਰ ਛੁੱਟੀਆਂ ਵੀ ਲੈਣੀਆਂ ਪੈਣਗੀਆਂ। ਮਨ ਹੀ ਮਨ ਗੁਰਨੇਕ 'ਤੇ ਗੁੱਸਾ ਵੀ ਆ ਰਿਹਾ ਸੀ ਕਿ ਜਦ ਲਿਖਤੀ ਰੂਪ 'ਚ ਸਮਝੌਤਾ ਹੋ ਗਿਆ ਤਾਂ ਉਹਨੇ ਆਪਣੇ ਮਨ ਵਿਚਲਾ ਕੂੜਾ ਅਜੇ ਵੀ ਨਹੀਂ ਕੱਢਿਆ। ਮੈਂ ਬਾਰ-ਬਾਰ ਮਨ ਹੀ ਮਨ 'ਚ ਗਿਣਤੀ ਮਿਣਤੀ ਕਰਦਾ ਕਿ 2.5 ਫੁੱਟ ਕਿੰਨੇ ਕੁ ਹੁੰਦੇ ਨੇ, ਕੰਧ ਕਿੱਥੇ ਕੁ ਆਏਗੀ। ਕਦੇ-ਕਦੇ ਮੈਨੂੰ ਇਹ ਜਗ੍ਹਾ ਬਹੁਤ ਹੀ ਜ਼ਿਆਦਾ ਲੱਗਣ ਲੱਗ ਜਾਂਦੀ, ਕਦੇ ਮਾਨਸਿਕ ਸ਼ਾਂਤੀ ਦੇ ਸਾਹਮਣੇ ਬੜੀ ਮਾਮੂਲੀ ਜਿਹੀ ਲੱਗਣ ਲੱਗਦੀ। ਫਿਰ ਇਹ ਸੋਚ ਕੇ ਚੁੱਪ ਹੋ ਜਾਂਦਾ ਕਿ ਚਲੋ, ਟਕੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਇਹ ਗੱਲ ਮੈਨੂੰ ਜ਼ਰਾ ਕੁ ਤਸੱਲੀ ਦੇ ਜਾਂਦੀ। ਖੈਰ, ਸਮਝੌਤਾ ਹੋਣ ਦੇ ਨਾਲ ਮੈਂ ਆਪਣੀ ਲਿਖਣ ਪੜ੍ਹਨ ਵਾਲੇ ਕਾਰਜਾਂ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਸੀ। ਦਿਨ ਬੀਤਦੇ ਗਏ, ਗਰਮੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਤੇ ਮੈਂ ਆਮ ਵਾਂਗ ਸਕੂਲ ਜਾਣਾ ਸ਼ੁਰੂ ਕਰਤਾ। ਮੈਂ ਕਿਸੇ ਕੋਲ ਵੀ ਇਸ ਸਮਝੌਤੇ ਬਾਰੇ ਭਾਫ ਨਹੀਂ ਸੀ ਨਿਕਲਣ ਦਿੱਤੀ, ਕਿਉਂਕਿ ਗੁਰਨੇਕ ਦੀ ਖਸਲਤ ਅਨੁਸਾਰ ਅਜੇ ਇਸ ਸਮਝੌਤੇ ਦੇ ਪੱਕਾ ਹੋਣ ਦਾ ਘਰ ਦੇ ਕਿਸੇ ਜੀਅ ਨੂੰ ਵੀ ਭਰੋਸਾ ਨਹੀਂ ਸੀ। ਹੁਣ ਜੇ ਕੋਈ ਭੁੱਲ ਭੁਲੇਖੇ ਮੈਨੂੰ ਪੁੱਛਦਾ ਵੀ ਤਾਂ ਮੈਂ ਬਸ ਜਲਦੀ ਫੈਸਲਾ ਹੋਣ ਵਾਲਾ ਹੈ ਆਖ ਕੇ ਗੱਲ ਨੂੰ ਟਾਲ ਦਿੰਦਾ ਸੀ। ਹੁਣ ਇਹ ਮਸਲਾ ਠੰਡਾ ਵੀ ਪੈ ਚੁੱਕਾ ਸੀ, ਇਸ ਲਈ ਬਹੁਤ ਘੱਟ ਸਾਥੀ ਇਸ ਬਾਰੇ ਕੋਈ ਗੱਲ ਛੇੜਦੇ ਸੀ। ਅਦਾਲਤ ਦੁਆਰਾ ਮਿੱਥੀ ਗਈ ਤਰੀਕ ਵਾਲੇ ਦਿਨ ਮੈਂ ਫਿਰ ਅਦਾਲਤ ਚਲਾ ਗਿਆ। ਸਾਡੀ ਵਾਰੀ ਆਉਣ ਤੇ ਮੈਂ ਤੇ ਮੇਰਾ ਵਕੀਲ ਅਦਾਲਤ ਵਿੱਚ ਜੱਜ ਦੇ ਸਾਹਮਣੇ ਜਾ ਪੇਸ਼ ਹੋਏ। ਅਸੀਂ ਉਹਨੂੰ ਦੱਸਤਾ ਕਿ ਸਮਝੌਤਾ ਹੋ ਚੁੱਕਾ ਹੈ। ਸਮਝੌਤੇ ਬਾਰੇ ਸੁਣ ਕੇ ਬੜੀ ਖੁਸ਼ ਹੋਈ। ਉਹਨੇ ਸਾਨੂੰ ਦੂਜੀ ਧਿਰ ਦੇ ਆਉਣ ਦਾ ਇੰਤਜ਼ਾਰ ਕਰਨ ਲਈ ਆਖ ਦਿੱਤਾ। ਦੂਜੀ ਧਿਰ ਵੱਲੋਂ ਮੁਨਸ਼ੀ ਤੇ ਗੁਰਨੇਕ ਆ ਗਏ। ਉਹਨਾਂ ਨੇ ਵੀ ਸਮਝੌਤੇ ਦੀ ਪ੍ਰੋੜਤਾ ਕਰਤੀ। ਜੱਜ ਨੇ ਕੁਝ ਸਮਾਂ ਸੋਚ ਕੇ ਆਖ ਦਿੱਤਾ ਕਿ ਇਸ ਤੇ ਲਿਖਤੀ ਫੈਸਲਾ ਅਗਲੀ ਲੋਕ ਅਦਾਲਤ ਵਿੱਚ ਦਿੱਤਾ ਜਾਏਗਾ। ਗੁਰਨੇਕ ਬੜਾ ਹੀ ਖੁਸ਼ ਹੋਇਆ ਤੇ ਮੈਨੂੰ ਸੁਣਾ ਕੇ ਮੁਨਸ਼ੀ ਨੂੰ ਆਖਣ ਲੱਗਾ, ਕੋਈ ਨਹੀਂ ਜੀ, ਮੈਂ ਲੋਕ ਅਦਾਲਤ 'ਚ ਵੀ ਆ ਜਾਵਾਂਗਾ। ਮੈਂ ਤਾਂ ਘਰੇ ਵਿਹਲਾ ਹੀ ਹੁੰਨਾ, ਨਾਲੇ ਮੌਜ ਮੇਲਾ ਹੋ ਜਾਏਗਾ। ਜੱਜ ਨੇ ਅਗਲੀ ਤਰੀਕ ਪਾ ਦਿੱਤੀ। ਅਗਲੀ ਤਰੀਕ ਪੈਣ ਬਾਰੇ ਸੋਚ ਕੇ ਮੇਰਾ ਅੰਦਰਲਾ ਬਾਹਰ ਨੂੰ ਆਉਣ ਲੱਗ ਪਿਆ। ਉਹ ਜੱਜ ਸੀ, ਇਸ ਲਈ ਮੈਂ ਉਹਨੂੰ ਕੀ ਆਖ ਸਕਦਾ ਸੀ। ਮੈਂ ਬੜੀ ਉਦਾਸੀ ਨਾਲ ਅਦਾਲਤ 'ਚੋਂ ਬਾਹਰ ਆ ਗਿਆ। ਮੈਂ ਵਕੀਲ ਨੂੰ ਇਹ ਸਭ ਦਾ ਕਾਰਨ ਪੁੱਛਿਆ। ਆਖਣ ਲੱਗਾ, ਇਹਨਾਂ ਦੀ ਆਪਣੀ ਮਜਬੂਰੀ ਹੁੰਦੀ ਹੈ। ਇਹਨਾਂ ਨੂੰ ਉੱਪਰੋਂ ਕੋਟਾ ਪੂਰਾ ਕਰਨ ਦੇ ਹੁਕਮ ਮਿਲੇ ਹੁੰਦੇ ਨੇ ਕਿ ਲੋਕ ਅਦਾਲਤਾਂ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰੋ। ਲੋਕਾਂ 'ਚ ਹੰਕਾਰ ਹੀ ਇੰਨਾ ਵਸਿਆ ਪਿਆ ਕਿ ਉਹ ਜਲਦੀ ਸਮਝੌਤਾ ਕਰਦੇ ਹੀ ਨਹੀਂ। ਜੇ ਕੋਈ ਭੁੱਲਿਆ ਭਟਕਿਆ ਕਰ ਵੀ ਲੈਂਦਾ ਤਾਂ ਉਹਨੂੰ ਸਾਡਾ ਭਾਈਚਾਰਾ ਮੁਕਰਾ ਦਿੰਦਾ ਹੈ। ਇਸ ਲਈ ਜੱਜ ਅਜਿਹੇ ਕੇਸਾਂ ਨੂੰ ਲੋਕ ਅਦਾਲਤ ਤੱਕ ਟਾਲ ਕੇ ਆਪਣੇ ਕੋਟੇ ਨੂੰ ਪੂਰਾ ਕਰਨ ਦਾ ਯਤਨ ਕਰਦੇ ਰਹਿੰਦੇ ਆ। ਇਹ ਬੜਾ ਇਨਸਾਫ ਹੋਇਆ ਕਿ ਕੀਤੇ ਹੋਏ ਫੈਸਲੇ ਨੂੰ ਵੀ ਲਮਕਾਈ ਜਾਓ। ਜੱਜਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਨਹੀਂ ਪਤਾ ਲੱਗਦਾ ਕਿ ਆਮ ਲੋਕ ਇਹਨਾਂ ਥਾਣਿਆਂ ਕਚਹਿਰੀਆਂ ਤੋਂ ਕਿਵੇਂ ਖਹਿੜਾ ਛੁਡਵਾਉਣਾ ਚਾਹੁੰਦੇ ਆ। ਮੈਂ ਬੜੇ ਹੀ ਦੁਖੀ ਮਨ ਨਾਲ ਆਖਿਆ, ਭਾਈ ਉਹ ਜੱਜ ਏ, ਆਪਾਂ ਉਹਨੂੰ ਕੀ ਆਖ ਸਕਦੇ ਹਾਂ। ਇੱਥੇ ਸਭ ਹੀ ਮਜਬੂਰ ਨੇ, ਇਹ ਵੀ ਉਹਦੀ ਮਜਬੂਰੀ ਸੀ। ਵਕੀਲ ਸਫਾਈ ਦੇਣ ਵਾਲਿਆਂ ਵਾਂਗ ਬੋਲਿਆ। ਮੈਂ ਫੇਰ ਖਾਲੀ ਹੱਥੀ ਘਰ ਨੂੰ ਵਾਪਸ ਮੁੜ ਰਿਹਾ ਸੀ। ਘਰ 'ਚ ਸਭ ਨੂੰ ਉਮੀਦ ਸੀ ਕਿ ਅੱਜ ਸਾਡੇ ਗਲ ਪਿਆ ਮਰਿਆ ਸੱਪ ਲੈ ਜਾਣਾ ਤੇ ਹਰ ਵਾਰ ਦੀ ਤਰ੍ਹਾਂ
ਸਾਰੇ ਜਣੇ ਮੇਰੇ ਘਰ ਆਉਣ ਦੀ ਉਡੀਕ 'ਚ ਬੈਠੇ ਸੀ। ਜਦ ਮੈਂ ਉਹਨਾਂ ਨੂੰ ਇੱਕ ਹੋਰ ਤਰੀਕ ਪੈਣ ਬਾਰੇ ਦੱਸਿਆ ਤਾਂ ਹਰੇਕ ਦੇ ਚਿਹਰੇ ਤੇ ਉਦਾਸੀ ਛਾ ਗਈ। ਆਸ ਟੁੱਟ ਜਾਣ ਕਾਰਨ ਇਹਦਾ ਛਾ ਜਾਣਾ ਲਾਜ਼ਮੀ ਸੀ। ਅਗਲੀ ਤਰੀਕ 25 ਦਿਨ ਬਾਅਦ ਦੀ ਪਈ। ਹੁਣ ਸਾਨੂੰ ਨਾ ਚਾਹੁੰਦੇ ਹੋਏ ਵੀ ਇਹਨਾਂ 25 ਦਿਨਾਂ ਨੂੰ ਲੰਘਾਉਣਾ ਪੈਣਾ ਸੀ। ਕੇਸ ਦੇ ਹੱਲ ਹੋ ਜਾਣ ਦੇ ਬਾਵਜੂਦ ਇਹਦਾ ਹੋਰ ਲਮਕ ਜਾਣਾ ਤੇ ਗੁਰਨੇਕ ਦੀ ਆਖੀ ਗਈ ਮੇਲੇ ਗੇਲੇ ਵਾਲੀ ਗੱਲ ਮੇਰੇ ਮਨ ਨੂੰ ਬਾਰ-ਬਾਰ ਤੰਗ ਪਰੇਸ਼ਾਨ ਕਰ ਰਹੀ ਸੀ। ਮਨ 'ਚ ਇਹ ਵੀ ਡਰ ਸੀ ਕਿ ਇਹਦਾ ਕੀ ਪਤਾ ਲੋਕ ਅਦਾਲਤ ਵਾਲੇ ਦਿਨ ਆ ਕੇ ਫਿਰ ਮੁੱਕਰ ਜਾਏ। ਮੈਨੂੰ ਜੱਜ ਤੇ ਬੜਾ ਹੀ ਗੁੱਸਾ ਚੜ ਰਿਹਾ ਸੀ, ਜਿਹਨੇ ਲੋਕ ਅਦਾਲਤ 'ਚ ਹੱਲ ਕੀਤੇ ਕੇਸਾਂ ਦੀ ਗਿਣਤੀ ਵਧਾਉਣ ਦੀ ਖਾਤਰ ਹੀ ਮੇਰੇ ਕੇਸ ਨੂੰ ਹੋਰ ਲਮਕਾ ਦਿੱਤਾ ਸੀ। ਮੇਰਾ ਅਦਾਲਤਾਂ 'ਚ ਬਣਿਆ ਹੋਇਆ ਥੋੜ੍ਹਾ ਬਹੁਤ ਵਿਸ਼ਵਾਸ ਵੀ ਖਤਮ ਹੁੰਦਾ ਜਾ ਰਿਹਾ ਸੀ। ਮੇਰੇ ਲਈ ਤਸੱਲੀ ਦੀ ਸਿਰਫ ਇੱਕੋ ਹੀ ਗੱਲ ਸੀ, ਇਹ ਲੋਕ ਅਦਾਲਤ ਈਦ ਦੀ ਛੁੱਟੀ ਵਾਲੇ ਦਿਨ ਲੱਗਣੀ ਸੀ। ਸਰਕਾਰੀ ਛੁੱਟੀ ਹੋਣ ਕਰਕੇ ਮੇਰੀ ਅਚਨਚੇਤੀ ਛੁੱਟੀ ਬਚ ਜਾਣੀ ਸੀ। ਘਰ ਦੇ ਕਰਾਉਂਦੇ ਈਦ ਵਾਲਾ ਦਿਨ ਆਉਣ ਤੇ ਮੈਂ ਕਚਹਿਰੀ 'ਚ ਪੁੱਜ ਗਿਆ। ਉੱਥੇ ਸੁੰਨਸਾਨ ਸੀ। ਮੈਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਅੱਜ ਸਰਕਾਰੀ ਛੁੱਟੀ ਹੋਣ ਕਾਰਨ ਸਿਰਫ ਲੋਕ ਅਦਾਲਤ 'ਚ ਲੱਗੇ ਕੇਸ ਵਾਲਿਆਂ ਨਹੀਂ ਆਉਣਾ ਸੀ। ਇਸ ਲਈ ਉੱਥੇ ਟਾਵਾਂ ਬੰਦਾ ਹੀ ਵਿਖਾਈ ਦੇ ਰਿਹਾ। ਮੈਂ ਕਚਹਿਰੀ ਦੇ ਕੰਪਲੈਕਸ ਅੰਦਰ ਵੜ ਕੇ ਗੇੜਾ ਕੱਢਿਆ। ਸਾਰੇ ਕਮਰੇ ਬੰਦ ਪਏ ਸੀ। ਫਿਰ ਮੈਂ ਆਪਣੇ ਵਕੀਲ ਦੇ ਚੈਂਬਰ ਅੱਗੇ ਪੁੱਜ ਗਿਆ। ਉਹ ਵੀ ਬੰਦ ਪਿਆ ਸੀ। ਦਰਵਾਜ਼ੇ ਦੇ ਕੁੰਡੇ ਨਾਲ ਲਮਕਦੇ ਜਿੰਦੇ ਨੇ ਮੇਰਾ ਸਵਾਗਤ ਕੀਤਾ। 5-10 ਮਿੰਟ ਉਡੀਕ ਕਰਨ ਤੋਂ ਬਾਅਦ ਮੈਂ ਆਪਣੇ ਵਕੀਲ ਨੂੰ ਫੋਨ ਮਿਲਾ ਲਿਆ। ਉਹਨੂੰ ਅਦਾਲਤ ਵਿੱਚ ਨਾ ਆਉਣ ਦਾ ਕਾਰਨ ਪੁੱਛਿਆ। ਉਹਦੇ ਜਵਾਬ ਨਾਲ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਕਿਉਂਕਿ ਈਦ ਦੇ ਕਾਰਨ ਲੋਕ ਅਦਾਲਤ ਮੁਲਤਵੀ ਕਰਤੀ ਗਈ ਸੀ ਤੇ ਸਾਰੇ ਕੇਸ ਅਗਲੀ ਲੋਕ ਅਦਾਲਤ ਵਿੱਚ ਹੀ ਵਿਚਾਰੇ ਜਾਣੇ ਸੀ। ਉਹਨੇ ਮੈਨੂੰ ਇਹ ਵੀ ਦੱਸਿਆ ਕਿ ਅਗਲੀ ਲੋਕ ਅਦਾਲਤ ਲੱਗਣ ਦੀ ਕੋਈ ਵੀ ਪੱਕੀ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ, ਸੋ ਇਸ ਕੇਸ ਦੀ ਅਗਲੀ ਸੁਣਵਾਈ ਬਾਰੇ ਭਲਕੇ ਹੀ ਪਤਾ ਲੱਗ ਸਕਣਾ ਸੀ। ਤੇ ਹੁਣ ਫਿਰ ਮੈਨੂੰ ਜੱਜ ਤੇ ਰਹਿ ਕੇ ਗੁੱਸਾ ਆ ਰਿਹਾ ਸੀ, ਜਿਹਨੇ ਮੇਰੇ ਕੇਸ ਨੂੰ ਆਪਣੇ ਲਾਲਚ ਵਾਸੀ ਘੁੰਮਣ ਘੇਰੀ 'ਚ ਪਾ ਦਿੱਤਾ ਸੀ। ਮੈਂ ਜਿੰਨਾ ਕੁ ਲੋਕ ਅਦਾਲਤਾਂ ਬਾਰੇ ਪੜ੍ਹਿਆ ਸੀ ਤੇ ਆਪਣੇ ਵਿਦਿਆਰਥੀਆਂ ਨੂੰ ਵੀ ਪੜ੍ਹਾ ਰਿਹਾ, ਉਸ ਮੁਤਾਬਕ ਇਹਨਾਂ ਲੋਕ ਅਦਾਲਤਾਂ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਛੇਤੀ ਤੋਂ ਛੇਤੀ ਨਿਆਂ ਦਿਵਾਉਣਾ ਹੁੰਦਾ ਹੈ। ਜਿਸ ਤਰ੍ਹਾਂ ਦੀ ਲੋਕ ਅਦਾਲਤ ਦਾ ਮੈਂ ਨਾ ਚਾਹੁੰਦੇ ਹੋਏ ਵੀ ਸਾਹਮਣਾ ਕਰਨ ਲਈ ਮਜਬੂਰ ਸੀ, ਉਹੋ ਜਿਹੀਆਂ ਲੋਕ ਅਦਾਲਤਾਂ 'ਚੋਂ ਛੇਤੀ ਨਿਆਂ ਮਿਲਣ ਦੀ ਸਿੱਖਿਆ ਹੁਣ ਮੈਂ ਆਪਣੇ ਵਿਦਿਆਰਥੀਆਂ ਨੂੰ ਕਿਵੇਂ ਦੇ ਸਕਾਂਗਾ, ਇਹ ਗੱਲ ਮੇਰੀ ਸੋਚ ਤੇ ਭਾਰੂ ਹੋਈ ਜਾ ਰਹੀ ਸੀ। ਮੈਂ ਜੋ ਕੁਝ ਵੀ ਪੜ੍ਹਿਆ ਸੀ ਜਾਂ ਅੱਜ ਪੜ੍ਹਾ ਰਿਹਾ ਸੀ, ਅਸਲ ਜ਼ਿੰਦਗੀ 'ਚ ਉਸ ਤੋਂ ਬਿਲਕੁਲ ਉਲਟ ਵਾਪਰ ਰਿਹਾ ਸੀ। ਮਨ 'ਚ ਕਈ ਸਵਾਲ ਉਪਜਣੇ ਸੁਭਾਵਿਕ ਸੀ ਕਿ ਇਹ ਕਿਹੋ ਜਿਹੀਆਂ ਲੋਕ ਅਦਾਲਤਾਂ ਜਿਹੜੀਆਂ ਕਈ ਸਾਲਾਂ ਬਾਅਦ ਮਸਾਂ ਨਿਬੜੇ ਹੋਏ ਕੇਸਾਂ ਨੂੰ ਹੋਰ ਵੀ ਲਮਕਾਉਣ ਦਾ ਕਾਰਨ ਬਣ ਰਹੀਆਂ। ਅਦਾਲਤਾਂ ਦੇ ਪ੍ਰਬੰਧਕਾਂ ਨੂੰ ਕਿਹੜਾ ਨਹੀਂ ਪਤਾ ਹੋਣਾ ਕਿ ਲੋਕ ਅਦਾਲਤ ਲਾਉਣ ਵਾਲੇ ਦਿਨ ਈਦ ਦੀ ਛੁੱਟੀ ਹੈ। ਉਹ ਜਿਹੇ ਮਹੱਤਵਪੂਰਨ ਦਿਨ ਨਿਰਧਾਰਤ ਕਰਨ ਤੋਂ ਪਹਿਲਾਂ ਇਹਦੇ ਸਾਰੇ ਪਹਿਲੂਆਂ ਬਾਰੇ ਵਿਚਾਰ ਕਿਉਂ ਨਹੀਂ ਕਰਦੇ। ਇੱਕ ਦਿਨ ਪਹਿਲਾਂ ਹੀ ਇਸ ਤਰ੍ਹਾਂ ਦੀ ਛੁੱਟੀ ਦਾ ਐਲਾਨ ਕਰ ਦੇਣ ਨਾਲ ਮੇਰੇ ਸਮੇਤ ਪਤਾ ਨਹੀਂ ਦੇਸ਼ ਦੇ ਕਿੰਨੇ ਕੁ ਲੋਕਾਂ ਦੀ ਖੱਜਲ ਖੁਆਰੀ ਹੋਈ ਹੋਏਗੀ, ਕਿੰਨੇ ਲੋਕਾਂ ਨੇ ਆਪਣਾ ਜ਼ਰੂਰੀ ਕੰਮ ਛੱਡਿਆ ਹੋਏਗਾ, ਇਹਦਾ ਤਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤਾਂ ਚਲੋ ਅਦਾਲਤ ਤੋਂ ਕੇਵਲ 2-3 ਕਿਲੋਮੀਟਰ ਦੀ ਦੂਰੀ ਤੇ ਬੈਠਾ, ਪਰ ਜਿਨ੍ਹਾਂ ਲੋਕਾਂ ਨੇ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ 'ਚ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚਣਾ ਸੀ, ਖਾਲੀ ਹੱਥ ਵਾਪਸ ਪਰਤ ਆਉਣਾ ਸੀ, ਉਹਨਾਂ ਦੀ ਮਾਨਸਿਕ ਦਸ਼ਾ ਦਾ ਅੰਦਾਜ਼ਾ ਲਾਉਣਾ ਔਖਾ ਹੀ ਨਹੀਂ ਸਗੋਂ ਅਸੰਭਵ ਹੀ ਸੀ। ਇਹ ਨਿਆਇਕ ਢਾਂਚਾ ਕਿਸ ਤਰ੍ਹਾਂ ਦਾ ਹੈ। ਮੈਨੂੰ ਆਪਣੇ ਵਕੀਲ ਤੇ ਵੀ ਗੁੱਸਾ ਆ ਰਿਹਾ ਸੀ ਵੀ ਜੇ ਛੁੱਟੀ ਦਾ ਐਲਾਨ ਹੋ ਗਿਆ ਤਾਂ ਘੱਟੋ ਘੱਟ ਉਹਦਾ ਮੈਨੂੰ ਸੂਚਿਤ ਕਰਨਾ ਤਾਂ ਬਣਦਾ ਹੀ ਸੀ, ਪਰ ਹੁਣ ਕੀਤਾ ਵੀ ਕੀ ਜਾ ਸਕਦਾ ਸੀ। ਮੈਂ ਆਪਣੇ ਦੇਸ਼ ਦੇ ਨਿਆਂ ਪ੍ਰਬੰਧ ਤੇ ਝੂਠ ਦਾ ਘਰ ਨੂੰ ਵਾਪਸ ਪਰਤ ਆਇਆ। ਮੈਨੂੰ ਉਡੀਕ ਰਹੇ ਘਰਦਿਆਂ ਦੀ ਉਮੀਦ ਤੇ ਪਹਿਲਾਂ ਵਾਂਗ ਇੱਕ ਵਾਰੀ ਫੇਰ ਪਾਣੀ ਫਿਰ ਗਿਆ। ਅਗਲੇ ਦਿਨ ਦੁਪਹਿਰੋਂ ਬਾਅਦ ਮੈਂ ਵਕੀਲ ਨੂੰ ਫੋਨ ਕੀਤਾ ਤੇ ਗਾਂਹ ਵਾਲੀ ਤਰੀਕ ਬਾਰੇ ਪੁੱਛਿਆ। ਲੋਕ ਅਦਾਲਤ ਦੀ ਮਿਤੀ ਤਾਂ ਨਿਰਧਾਰਤ ਨਹੀਂ ਕੀਤੀ ਗਈ ਸੀ, ਪਰ ਸਾਡੀ ਅਗਲੀ ਤਰੀਕ 1.5 ਮਹੀਨੇ ਦੇ ਵਕਫੇ ਬਾਅਦ ਦੀ ਪਾਈ ਗਈ ਸੀ। ਇਸ ਨਾਲ ਮੇਰੇ ਘਰ ਦੇ ਵੀ ਥੋੜੇ ਨਿਰਾਸ਼ਾ ਦੇ ਆਲਮ 'ਚ ਚਲੇ ਗਏ। ਪਰ ਮੇਰੀ ਮਾਂ ਬੋਲੀ, ਕੋਈ ਗੱਲ ਨਹੀਂ, ਥੋੜੇ ਦਿਨਾਂ ਬਾਅਦ ਹੀ 1.5 ਮਹੀਨਾ ਹੋ ਜਾਣਾ। ਜਿੱਥੇ ਅੱਗੇ ਸਾਲ ਸਵਾ ਸਾਲ ਲੰਘ ਗਿਆ, ਇਹ 1.5 ਮਹੀਨਾ ਵੀ ਲੰਘ ਜਾਣਾ। ਦਿਨ ਆਪਣੀ ਚਾਲੇ ਲੰਘ ਰਹੇ ਸੀ। ਇੱਕ ਦਿਨ ਮੁਹੱਲੇ ਦਾ ਹੀ ਸਾਡਾ ਇੱਕ ਪੱਖੀ ਸੱਜਣ ਮੇਰੇ ਕੋਲੋਂ ਕੇਸ ਦਾ ਸਾਰ ਵਿਸਥਾਰ ਪੁੱਛਣ ਲੱਗ ਪਿਆ। ਉਹਦਾ ਵਿਚਾਰ ਸੀ ਜਦ ਸਮਝੌਤਾ ਹੋ ਗਿਆ ਤਾਂ ਕੰਧ ਕਰਕੇ ਸਾਰਾ ਮਸਲਾ ਨਿਬੇੜ ਹੀ ਦੇਣਾ ਚਾਹੀਦਾ। ਉਹਨੇ ਗੁਰਨੇਕ ਨਾਲ ਗੱਲਬਾਤ ਕਰਨ ਬਾਰੇ ਆਖਿਆ, ਜਿਹਨੂੰ ਮੈਂ ਵੀ ਸਹਿਮਤੀ ਦੇ ਦਿੱਤੀ। ਤੀਜੇ ਕੁ ਦਿਨ ਉਹ ਮੈਨੂੰ ਫੇਰ ਮਿਲ ਪਿਆ। ਉਹਨੇ ਮੈਨੂੰ ਦੱਸਿਆ ਕਿ ਮੈਂ ਗੁਰਨੇਕ ਨਾਲ ਸਾਰੀ ਗੱਲ ਕੀਤੀ ਸੀ, ਪਰ ਉਹ ਅਦਾਲਤ ਦੇ ਲਿਖਤੀ ਫੈਸਲੇ ਤੋਂ ਪਹਿਲਾਂ ਕੁਝ ਵੀ ਮੰਨਣ ਲਈ ਤਿਆਰ ਨਹੀਂ ਹੈ। ਫਿਰ ਆਖਣ ਲੱਗਾ, ਮੈਂ ਤਾਂ ਉਹਨੂੰ ਵੀ ਇਹ ਵੀ ਆਖ ਦਿੱਤਾ ਸੀ ਕਿ ਤੂੰ ਉਹਨਾਂ ਨੂੰ ਗਲਤ ਸਮਝ ਕੇ ਸਹੀ ਬੰਦਿਆਂ ਨਾਲ ਪੰਗਾ ਲੈ ਬੈਠਾ। ਉਹ 21ਵੀਂ ਸਦੀ ਦੇ ਪੜ੍ਹੇ ਲਿਖੇ ਬੰਦੇ ਨੇ। ਤੇਰੇ ਤੋਂ ਪੈਸੇ ਪੱਖੋਂ ਤੋਂ ਤਾਂ ਕੀ ਬੰਦਿਆਂ ਦੇ ਪੱਖੋਂ ਵੀ ਘੱਟ ਨਹੀਂ ਹੈ। ਜੇ ਤੇਰੇ ਨਾਲ 4 ਤੁਰਦੇ ਆ ਤਾਂ ਉਹਨਾਂ ਨਾਲ 40 ਹੁੰਦੇ ਆ। ਨਾਲੇ ਤੂੰ ਹੈ ਵੀ ਗਲਤ। ਜੇ ਮੇਰੀ ਗੱਲ ਝੂਠ ਹੈ ਤਾਂ ਤੂੰ ਪਰਤਿਆ ਕੇ ਵੇਖ ਲੈ ਭਾਈ। ਬਾਕੀ ਤੂੰ ਤਾਂ ਉਹਨਾਂ ਬਾਰੇ ਜ਼ਿਆਦਾ ਹੀ ਜਾਣ ਗਿਆ ਹੋਏਗਾ।
ਆਪਣੀ ਕੀਤੀ ਗਈ ਗੱਲ ਨਾਲ ਮੇਰੀ ਹਾਂ ਮਿਲਦੀ ਵੇਖ ਕੇ ਫੇਰ ਆਖਣ ਲੱਗਾ। ਮੈਂ ਉਹਨੂੰ ਦੱਸਤਾ ਸੀ ਕਿ ਉਹ ਸਿੱਧਿਆਂ ਨਾਲ ਸਿੱਧੇ, ਟੇਢਿਆਂ ਨਾਲ ਟੇਢੇ, ਉਹਨਾਂ ਦਾ ਪਿੰਡ ਵੀ ਕੋਈ ਜ਼ਿਆਦਾ ਦੂਰ ਨਹੀਂ। ਜੇਕਰ ਮੇਰਾ ਯਕੀਨ ਨਹੀਂ ਤਾਂ ਤੈਨੂੰ ਉੱਥੇ ਲੈ ਚੱਲਾਂਗਾ। ਤੂੰ ਸਮਝਦਾ ਹੈ ਉਹ ਮੈਦਾਨ ਛੱਡ ਕੇ ਭੱਜ ਜਾਣਗੇ? ਪਰ ਮੇਰੀ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਉਹਨਾਂ ਦੀ ਗਿਣਤੀ ਡਟ ਕੇ ਲੜਨ ਵਾਲਿਆਂ 'ਚ ਹੁੰਦੀ ਹੈ। ਉਹ ਤਾਂ ਅੱਤਵਾਦ ਦੇ ਦਿਨਾਂ 'ਚ ਨਹੀਂ ਸੀ ਡੋਲੇ, ਤੇ ਤੂੰ ਕੀ ਸਮਝਦਾ ਉਹਨਾਂ ਨੂੰ? ਨਹੀਂ ਵੀਰ ਜੀ, ਜੇ ਅਸੀਂ ਇੰਨੇ ਖਤਰਨਾਕ ਹੁੰਦੇ ਤਾਂ ਇਹਨੇ ਸਾਡੇ ਨਾਲ ਪੰਗਾ ਹੀ ਨਹੀਂ ਸੀ ਲੈਣਾ। ਅਸੀਂ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਹਾਂ, ਕੰਮ ਕਰਦੇ ਹਾਂ, ਰੋਟੀ ਖਾਂਦੇ ਹਾਂ, ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਮੈਂ ਉਹਦੀ ਗੱਲ ਟੋਕਤੀ। ਮੈਂ ਤਾਂ ਉਹਨੂੰ ਆਖਤਾ ਹੈ ਕਿ ਤੂੰ ਕਿਸੇ ਨੂੰ ਡਰਾ ਧਮਕਾ ਕੇ ਦਬਾ ਦੇਣ ਵਾਲੇ ਆਪਣੇ 25 ਸਾਲ ਪੁਰਾਣੇ ਫਾਰਮੂਲੇ ਛੱਡ ਦੇ। ਇਹ ਤਾਂ ਐਵੇਂ ਅਣਜਾਣ ਲੋਕਾਂ ਨੂੰ ਡਰਾਉਣ ਵਾਸਤੇ ਫੋਕੇ ਫੈਂਟਰ ਹੀ ਹੁੰਦੇ ਆ। ਹੁਣ ਨਹੀਂ ਇਹਨਾਂ ਦੇ ਕੰਮ ਕਰਨਾ। ਮੇਰੇ ਪਹਿਲਾਂ ਵਾਲੀਆਂ ਗੱਲਾਂ ਗਈਆਂ ਹੁਣ। ਉਹ ਆਪਣੀ ਗੱਲ ਆਖ ਗਿਆ ਸੀ ਤੇ ਫਿਰ ਉਹ ਮੈਨੂੰ ਕੁਝ ਦਿਨ ਹੋਰ ਉਡੀਕ ਕਰ ਦੇਣ ਦੀ ਸਲਾਹ ਤੇ ਹੌਸਲਾ ਦੇ ਕੇ ਚਲਾ ਗਿਆ। ਮੈਂ ਸਮਝ ਗਿਆ ਕਿ ਗੁਰਨੇਕ ਇਸ ਮਾਮਲੇ ਨੂੰ ਵੱਧ ਤੋਂ ਵੱਧ ਸਮਾਂ ਲਮਕਾਉਣਾ ਚਾਹੁੰਦਾ। ਚਲੋ ਉਹਦੀ ਮਰਜ਼ੀ ਆ ਕੇ ਮੈਂ ਸਬਰ ਦਾ ਘੁੱਟ ਭਰ ਲਿਆ। ਦਿਨ ਲੰਘਦੇ ਜਾ ਰਹੇ ਸੀ। ਇੱਕ ਦਿਨ ਮੈਨੂੰ ਨਗਰ ਨਿਗਮ ਦੇ ਇੱਕ ਜੇਈ ਦਾ ਫੋਨ ਆ ਗਿਆ ਤੇ ਉਹਨੇ ਮੇਰੇ ਦੁਆਰਾ ਗੁਰਨੇਕ ਦੇ ਖਿਲਾਫ ਕੀਤੀ ਹੋਈ ਸ਼ਿਕਾਇਤ ਬਾਰੇ ਜਾਣਕਾਰੀ ਹਾਸਲ ਕਰਨੀ ਚਾਹੀ। ਮੈਂ ਉਹਨੂੰ ਸਭ ਕੁਝ ਸੱਚ-ਸੱਚ ਦੱਸਤਾ। ਗੱਲੀ ਬਾਤੀ ਉਹ ਮੇਰੇ ਤੇ ਦਬਾਅ ਪਾਉਣ ਲੱਗ ਪਿਆ ਕਿ ਜਦ ਤੁਹਾਡਾ ਸਮਝੌਤਾ ਹੋ ਗਿਆ ਤੇ ਸ਼ਿਕਾਇਤ ਵਾਪਸ ਲੈ ਲਓ। ਮੈਂ ਸਾਫ਼ ਇਨਕਾਰ ਕਰਕੇ ਉਹਨੂੰ ਆਖਤਾ, ਜਿੰਨਾ ਚਿਰ ਅਦਾਲਤ ਦੇ ਫੈਸਲੇ ਦੀ ਕਾਪੀ ਮੈਨੂੰ ਨਹੀਂ ਮਿਲ ਜਾਂਦੀ, ਮੈਂ ਉਹਨਾਂ ਚਿਰ ਸ਼ਿਕਾਇਤ ਵਾਪਸ ਲੈਣ ਵਾਸਤੇ ਕੁਝ ਵੀ ਲਿਖ ਕੇ ਨਹੀਂ ਦੇਵਾਂਗਾ। ਮੈਂ ਉਹਨੂੰ ਇਹ ਵੀ ਦੱਸਤਾ ਕਿ ਜਦ ਗੁਰਨੇਕ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਕੁਝ ਵੀ ਕਰਨ ਨੂੰ ਤਿਆਰ ਨਹੀਂ ਤੇ ਮੈਂ ਆਪਣੀ ਸ਼ਿਕਾਇਤ ਵਾਪਸ ਕਿਉਂ ਲਵਾਂ। ਮੈਨੂੰ ਵੀ ਖਤਰਾ ਸੀ ਵੀ ਮੇਰੀ ਸ਼ਿਕਾਇਤ ਵਾਪਸ ਹੋਣ ਦੀ ਸੂਰਤ ਵਿੱਚ ਗੁਰਨੇਕ ਅਗਲੀ ਤਰੀਕ ਤੇ ਮੀਡੀਏਸ਼ਨ ਵਾਲੇ ਸਮਝੌਤੇ ਤੋਂ ਮੁੱਕਰ ਸਕਦਾ ਹੈ। ਮੇਰਾ ਉਸ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਾ ਸੀ। ਜਿਹੜਾ ਬੰਦਾ ਆਪ ਪੂਰੀ ਤਰ੍ਹਾਂ ਗਲਤ ਹੁੰਦੇ ਹੋਏ ਵੀ ਸਾਨੂੰ 1.25 ਸਾਲ ਦੇ ਕਰੀਬ ਥਾਣਿਆਂ ਕਚਹਿਰੀਆਂ 'ਚ ਘੜੀਸ ਸਕਦਾ ਹੈ, ਇਹੋ ਜਿਹੇ ਇੱਕ ਧਿੱਤੀ ਬੰਦੇ ਤੇ ਵਿਸ਼ਵਾਸ ਕਰਨਾ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਬਰਾਬਰ ਹੀ ਸੀ। ਇਸ ਗੱਲ ਨੂੰ ਅਜੇ 2 ਕੁ ਦਿਨ ਹੀ ਹੋਏ ਸੀ ਕਿ ਮੈਨੂੰ ਆਪਣੇ ਘਰ ਵੱਲ ਜਾਂਦਿਆਂ ਗੁਰਨੇਕ ਦਿਸ ਪਿਆ। ਮੈਂ ਪਹਿਲਾਂ ਸੋਚੇ ਮੁਤਾਬਕ ਉਹਦੇ ਕੋਲੋਂ ਲੰਘਣ ਵੇਲੇ ਉਸ ਨਾਲ ਅੱਖ ਨਾ ਮਿਲਾਈ, ਪਰ ਮੇਰੀ ਚੋਰ ਅੱਖ ਉਸ ਵਿੱਚ ਹੀ ਸੀ। ਮੈਨੂੰ ਵੇਖ ਉਹਨੇ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਣੀ ਚਾਹੀ, ਪਰ ਮੇਰੇ ਵੱਲੋਂ ਅਣਗੌਲਿਆ ਕਰਨ ਕਾਰਨ ਉਹਦੇ ਕੰਬਦੇ ਹੋਏ ਹੱਥ ਆਪਣੀ ਛਾਤੀ ਕੋਲ ਬਿਨਾਂ ਜੁੜਿਆਂ ਹੀ ਆਪਣੇ ਆਪ ਵਾਪਸ ਹੇਠਾਂ ਹੋ ਗਏ। ਉਹਨੂੰ ਤੁਰਨ 'ਚ ਵੀ ਤਕਲੀਫ ਹੋ ਰਹੀ ਸੀ। ਉਹ ਕੰਧ ਨੂੰ ਹੱਥ ਪਾ ਕੇ ਚੱਲ ਰਿਹਾ ਸੀ। ਮੇਰੇ ਲਈ ਉਹਦੀ ਇਹ ਹਾਲਤ ਅਣਕਿਆਸੀ ਸੀ। ਸਦਾ ਹੀ ਖਚਰੀ ਹਾਸੀ ਹੱਸਦਾ ਰਹਿਣ ਵਾਲਾ ਟੁੱਚਰੀ ਮੁਹੱਲੇ ਤੇ ਰੋਹਬ ਰੱਖ ਕੇ ਅੱਧੀ ਤੋਂ ਵੱਧ ਗਲੀ ਨੂੰ ਨੱਪੀ ਬੈਠੇ ਇੱਕ ਛਾਤਰ ਬੰਦੇ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਵੀ ਔਖਾ ਲੱਗ ਰਿਹਾ ਸੀ। ਮੈਂ ਸਮਝਿਆ ਜ਼ਰੂਰ ਬਿਮਾਰ ਹੋ ਗਿਆ ਹੋਵੇਗਾ, ਸ਼ਾਇਦ ਇਸ ਲਈ ਇਹਦੀ ਇਹ ਹਾਲਤ ਹੋ ਰਹੀ ਹੈ। ਮੇਰਾ ਵਹਿਮ ਉਸ ਸ਼ਾਮ ਨੂੰ ਹੀ ਟੁੱਟ ਗਿਆ ਜਦ ਅੰਕਲ ਸੋਹਣ ਸਿੰਘ ਤੇ ਹੀਰਾ ਸਿੰਘ ਸਾਡੇ ਘਰ ਅਚਨਚੇਤ ਹੀ ਮਿਲਣ ਆ ਗਏ। ਸੋਹਣ ਸਿੰਘ ਨਗਰ ਨਿਗਮ ਦੇ ਕਰਮਚਾਰੀ ਹੋਣ ਕਾਰਨ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਉਪ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਵਿਜੀਲੈਂਸ ਨੇ ਇਸ ਸੰਬੰਧੀ ਆਪਣੀ ਪੜਤਾਲ ਵੀ ਸ਼ੁਰੂ ਕਰਤੀ ਹੈ। ਪੜਤਾਲ ਸ਼ੁਰੂ ਹੋਣ ਕਾਰਨ ਇਸ ਕੇਸ ਨਾਲ ਸੰਬੰਧਿਤ ਨਗਰ ਨਿਗਮ ਦੇ ਸਭ ਕਰਮਚਾਰੀਆਂ ਦੀ ਰਾਤਾਂ ਦੀ ਨੀਂਦ ਹਰਾਮ ਹੋਈ ਪਈ ਹੈ। ਇਸ ਲਈ ਉਹਨਾਂ ਨੇ ਆਪਣੇ ਆਪ ਨੂੰ ਕਾਰਵਾਈ ਤੋਂ ਬਚਾਉਣ ਲਈ ਗੁਰਨੇਕ ਨੂੰ ਆਪਣਾ ਨਜਾਇਜ਼ ਕਬਜ਼ਾ 10 ਦਿਨਾਂ ਦੇ ਵਿੱਚ ਹਟਾ ਲੈਣ ਦਾ ਸਖਤ ਨੋਟਿਸ ਜਾਰੀ ਕਰ ਦਿੱਤਾ। ਗੁਰਨੇਕ ਵੀ ਬਹੁਤ ਜ਼ਿਆਦਾ ਡਰ ਗਿਆ ਤੇ ਕਮਿਸ਼ਨਰ ਕੋਲ ਵੱਖ-ਵੱਖ ਰਾਜਨੀਤਿਕ ਬੰਦਿਆਂ ਦੀਆਂ ਸਿਫਾਰਸ਼ਾਂ ਪਵਾ ਰਿਹਾ। ਕਮਿਸ਼ਨਰ IAS ਅਧਿਕਾਰੀ ਹੋਣ ਤੇ ਸ਼ਿਕਾਇਤ ਉਪ ਮੁੱਖ ਮੰਤਰੀ ਦੇ ਦਫ਼ਤਰੋਂ ਨੰਬਰ ਲਾ ਕੇ ਆਉਣ ਕਾਰਨ ਕਿਸੇ ਦੀ ਵੀ ਸਿਫਾਰਿਸ਼ ਨਹੀਂ ਮੰਨਦਾ। ਇਹ ਤਾਂ ਫਿਰ ਵੀ ਵਿਜੀਲੈਂਸ ਦੀ ਜਾਂਚ ਹੈ, ਇਸ ਵਿੱਚ ਤਾਂ ਉਹਨੇ ਕਿਸੇ ਦੀ ਮੰਨਣੀ ਕੀ ਹੈ। ਮੈਨੂੰ ਸਮਝਣ 'ਚ ਜ਼ਰਾ ਵੀ ਦੇਰ ਨਾ ਲੱਗੀ ਕਿ ਗੁਰਨੇਕ ਦੇ ਹੱਥ ਉਦੋਂ ਕਿਉਂ ਕੰਬ ਰਹੇ ਸੀ। ਉਹ ਤੁਰਨ ਲੱਗਾ ਕੰਧ ਦਾ ਸਹਾਰਾ ਕਿਉਂ ਲੈ ਰਿਹਾ ਸੀ। ਹੁਣ ਮੈਂ ਕੀ ਕਰ ਸਕਦਾ ਸੀ ਜਦੋਂ ਆਪ ਹੀ ਇਸ ਮਾਮਲੇ ਨੂੰ ਲਮਕਾਉਣਾ ਚਾਹੁੰਦਾ ਸੀ ਤੇ ਮਸਲਾ ਲਮਕੀ ਜਾ ਰਿਹਾ ਸੀ। ਉਹ ਕੰਬਲ ਨੂੰ ਫੜਨਾ ਚਾਹੁੰਦਾ ਸੀ, ਪਰ ਹੁਣ ਕੰਬਲ ਨੇ ਉਹਨੂੰ ਫੜ ਲਿਆ ਸੀ ਤੇ ਉਹ ਰਾਹ ਚਾਹ ਕੇ ਵੀ ਕੰਬਲ ਤੋਂ ਆਪਣਾ ਖਹਿੜਾ ਨਹੀਂ ਛੁਡਵਾ ਸਕਦਾ ਸੀ। ਇਹ ਸਭ ਕੁਝ ਉਸੇ ਦਾ ਹੀ ਬੀਜਿਆ ਹੋਇਆ ਸੀ ਜਿਹੜਾ ਉਸੇ ਨੂੰ ਵੱਢਣਾ ਪੈ ਰਿਹਾ ਸੀ। ਅਗਲੇ ਦਿਨ ਯਾਦਵਿੰਦਰ ਨੇ ਨਗਰ ਨਿਗਮ ਵਾਲੇ ਆਪਣੇ CID ਦਲ ਨੂੰ ਚੌਕਸ ਕਰ ਦਿੱਤਾ। ਸ਼ਾਮ ਨੂੰ ਹੀ ਸਾਨੂੰ ਪਤਾ ਲੱਗ ਗਿਆ ਕਿ ਗੁਰਨੇਕ ਕਿਸੇ ਸਥਾਨਕ ਰਾਜਨੀਤਿਕ ਬੰਦੇ ਨੂੰ ਲੈ ਕੇ ਕਮਿਸ਼ਨਰ ਨੂੰ ਮਿਲਿਆ ਸੀ ਤੇ ਉਹਨੂੰ ਆਖਣ ਲੱਗ ਪਿਆ ਸੀ ਕਿ ਸਾਡਾ ਸਮਝੌਤਾ ਹੋ ਗਿਆ, ਇਸ ਲਈ ਕੇਸ ਨੂੰ ਰਫਾ ਦਫਾ ਕਰ ਦਿਓ। ਕਮਿਸ਼ਨਰ ਉਹਦੀ ਗੱਲ ਸੁਣ ਕੇ ਭੜਕ ਉੱਠਿਆ ਸੀ। ਤੈਨੂੰ ਨੋਟਿਸ ਵਿੱਚ 10 ਦਿਨ ਦਿੱਤੇ ਸੀ, 3 ਬੀਤ ਗਏ, 7 ਰਹਿ ਗਏ। ਸਾਡੇ ਲਈ 10 ਦਿਨ ਦਾ ਮਤਲਬ 10 ਹੈ। ਜੇ 10 ਤੋਂ 1 ਦਿਨ ਪਹਿਲਾਂ ਤੱਕ ਸਮਝੌਤੇ ਦੀ ਕਾਪੀ ਮੇਰੇ ਇਸ ਟੇਬਲ ਉੱਤੇ ਨਾ ਆਈ ਤਾਂ ਆਪਣੇ ਚੁਬਾਰੇ 'ਚੋਂ ਸਮਾਨ ਬਾਹਰ ਕੱਢ ਲਈ। ਫਿਰ ਆਖੇਂਗਾ ਕਿ ਨਾਲੇ ਮਕਾਨ ਢਾਹ ਗਏ ਨਾਲੇ ਸਮਾਨ ਵੀ ਖਰਾਬ ਕਰ ਗਏ। ਸ਼ਾਇਦ ਤੈਨੂੰ ਸਾਡੇ ਮਹਿਕਮੇ ਦੇ ਕੰਮ ਕਰਨ ਦੇ ਤਰੀਕੇ ਬਾਰੇ ਅਜੇ ਪਤਾ ਨਹੀਂ। ਬੁਲਡੋਜ਼ਰ ਦੇ ਕਿਰਾਏ ਵਾਸਤੇ ਪੈਸੇ ਵੀ ਤਿਆਰ ਰੱਖੀ, ਉਹ ਵੀ ਤੈਨੂੰ ਹੀ ਪੈਣੇ ਆ।
ਕਮਿਸ਼ਨਰ ਦੀ ਗੱਲ ਸੁਣਦਿਆਂ ਗੁਰਨੇਕ ਤੇ ਉਹਦਾ ਸਿਫਾਰਸ਼ੀ ਆਗੂ ਤਾਂ ਜਾਣੋ ਗੁੰਮ-ਸੁੰਮ ਹੋ ਗਏ ਸਨ। ਦਫ਼ਤਰ 'ਚੋਂ ਬਾਹਰ ਨਿਕਲਦਿਆਂ ਗੁਰਨੇਕ ਤਰੇਲੀ ਹੋਇਆ ਪਿਆ ਸੀ ਤੇ ਆਪਣੀ ਸਿਫਾਰਿਸ਼ ਨਾ ਚੱਲਣ ਕਾਰਨ ਉਹ ਆਗੂ ਵੀ ਡਾਢਾ ਨਿਰਾਸ਼ ਵਿਖਾਈ ਦੇ ਰਿਹਾ ਸੀ। ਅੰਗ 26ਵਾਂ ਅਖੀਰਲਾ ਅੰਗ। ਘਰ ਆ ਕੇ ਇਹ ਸਾਰੀ ਗੱਲ ਮੈਂ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਫੋਨ ਤੇ ਦੱਸੀ ਤੇ ਬੜਾ ਹੀ ਖੁਸ਼ ਹੋਇਆ ਤੇ ਆਖਣ ਲੱਗਾ, ਅੱਜ ਦੇ ਰਾਵਣਾਂ ਨਾਲ ਇੰਨੇ ਯੁੱਧ ਲੜਨੇ ਬੜੇ ਔਖੇ ਨੇ, ਪਰ ਮੈਨੂੰ ਪੱਕਾ ਵਿਸ਼ਵਾਸ ਸੀ ਕਿ ਤੂੰ ਜ਼ਰੂਰ ਜਿੱਤੇਂਗਾ ਹੀ ਜਿੱਤੇਂਗਾ। ਚੱਲ ਸ਼ੁਕਰ ਆ, ਆਪਾਂ ਨੂੰ ਜਪਨਾਮ ਦੇ ਵਿਰੁੱਧ ਆਪਣਾ ਐਟਮ ਬੰਬ ਨਹੀਂ ਚਲਾਉਣਾ ਪਿਆ। ਬੰਬ ਤਾਂ ਜੀ ਗੁਰਨੇਕ ਨੇ ਆਪਣੇ ਆਪ ਤੇ ਹੀ ਚਲਵਾ ਲਿਆ, ਉਹਨਾਂ ਨੇ ਤਾਂ ਇਹ ਤੋਂ ਹੀ ਡਰ ਜਾਣਾ। ਮੈਂ ਆਖਿਆ, ਹੁਣ ਜਦੋਂ ਪੁੱਤ ਮੇਰੇ ਨੂੰ ਆਪਣੀਆਂ ਦੋਵੇਂ ਮੰਜ਼ਲਾਂ ਢਹਿੰਦੀਆਂ ਦਿਸਣ ਲੱਗੀਆਂ ਹੋਣੀਆਂ, ਉਹਦਾ ਤਾਂ ਮੂਤ ਬੰਦ ਹੋਇਆ ਪਿਆ ਹੋਣਾ। ਚੱਲ ਕੋਈ ਨਾ, ਕੁਝ ਦੇਰ ਤਾਂ ਲੱਗ ਗਈ, ਪਰ ਉਹਨੂੰ ਸਬਕ ਤਾਂ ਮਿਲ ਹੀ ਗਿਆ ਕਿ ਕਿਸੇ ਅੱਗੇ ਖੂਹ ਪੁੱਟਾਂਗੇ ਤਾਂ ਆਪਣੇ ਮੂਹਰੇ ਵੀ ਖਾਤਾ ਤਿਆਰ ਹੀ ਹੁੰਦਾ। ਉਹ ਹੱਸਦਾ ਹੋਇਆ ਜੇਤੂ ਅੰਦਾਜ਼ 'ਚ ਆਖਣ ਲੱਗਾ, ਸਾਰੇ ਆਪ ਤਾਂ ਸ਼ੀਸ਼ੇ ਦੇ ਮਕਾਨ 'ਚ ਬੈਠਾ ਤੇ ਦੂਜਿਆਂ ਦੇ ਘਰਾਂ ਤੇ ਰੋੜੇ ਮਾਰਨ ਲੱਗ ਪਿਆ ਸੀ, ਇਹਦੇ ਵੀ ਤਾਂ ਵੱਜਣਾ ਹੀ ਸੀ। ਮੈਂ ਹੱਸ ਕੇ ਆਖਿਆ, ਅਗਲੀ ਤਰੀਕ 'ਚ ਕਿੰਨੇ ਕੁ ਦਿਨ ਰਹਿੰਦੇ ਨੇ? ਉਹਨੇ ਜਾਣਕਾਰੀ ਹਿੱਤ ਪੁੱਛਿਆ। ਅਜੇ ਤਾਂ 17 ਦਿਨ ਪਏ ਹੈ, ਉਦਣ ਵੀ ਕੀ ਪਤਾ ਫੈਸਲਾ ਹੋਵੇ ਕਿ ਨਾ। ਮੈਂ ਪਿਛਲਾ ਤਜਰਬਾ ਸਾਂਝਾ ਕਰਦਿਆਂ ਆਖਿਆ, ਫਿਰ ਤਾਂ ਅਜੇ ਬੜੇ ਦਿਨ ਪਏ ਨੇ, ਮੇਰੇ ਵੀ ਤੱਤ ਕੱਢੇ ਹੋਏ ਨੇ। ਅਜੇ ਇਹਦੀ ਹਾਲਤ ਵੇਖੀ ਕੀ ਹੁੰਦੀ ਹੈ। ਇਹ ਤਾਂ ਆਪ ਜੱਜ ਦੇ ਘਰੇ ਜਾ ਕੇ ਆਖੇਗਾ ਕਿ ਜੀ ਮੇਰੀ ਲੋਕ ਅਦਾਲਤ ਤੁਸੀਂ ਹੁਣੇ ਹੀ ਲਾ ਲਓ ਤੇ ਮੇਰੇ ਕੀਤੇ ਹੋਏ ਕੇਸ ਤੋਂ ਮੇਰਾ ਖਹਿੜਾ ਛੁਡਾ ਦਿਓ। ਆਖ ਕੇ ਉਹ ਇੰਨਾ ਉੱਚੀ ਹੱਸਿਆ ਕਿ ਮੈਨੂੰ ਵੀ ਹਾਸਾ ਆ ਗਿਆ। ਫਿਰ ਆਖਣ ਲੱਗਾ, ਚੰਗਾ ਫਿਰ ਜਿਉਂਦਾ ਵਸਦਾ ਰਹਿ। ਅੱਜ ਮੈਂ ਤੇਰੇ ਨਾਮ ਦਾ ਪੈਗ ਲਾ ਕੇ ਸੌਵਾਂਗਾ। ਐਟਮ ਬੰਬ ਨਾ ਚਲਾਉਣ ਦੇ ਵਾਅਦੇ ਵਾਂਗ ਕਿਤਾਬ ਲਿਖਣ ਵਾਲਾ ਵਾਅਦਾ ਯਾਦ ਰੱਖੀ। ਉਹ ਤਾਂ ਜੀ ਮੇਰੇ ਦਿਲ ਤੇ ਉਸੇ ਦਿਨ ਹੀ ਉਕਰਿਆ ਗਿਆ ਸੀ ਜਦੋਂ ਤੁਸੀਂ ਇਹਦਾ ਨਾਂ ਲਿਆ ਸੀ। ਹੁਣ ਤਾਂ ਸਾਰੀ ਖੇਡ ਹੀ ਆਪਣੇ ਪੱਖ 'ਚ ਹੈ। ਤੁਸੀਂ ਫਿਕਰ ਨਾ ਕਰੋ, ਦਿਮਾਗ 'ਚ ਤਾਂ ਉਹ ਸ਼ੁਰੂ ਹੋਇਆ ਹੀ ਪਿਆ, ਪਰ ਮੈਂ ਕਿਸੇ ਕ੍ਰਾਂਤੀਕਾਰੀ ਇਤਿਹਾਸਿਕ ਦਿਵਸ ਵਾਲੇ ਦਿਨ ਹੀ ਇਹਨੂੰ ਸ਼ੁਰੂ ਕਰਾਂਗਾ। ਹੋ ਸਕਦਾ ਮੈਂ ਇਹਨੂੰ ਕੁਝ ਦਿਨਾਂ ਬਾਅਦ ਆ ਰਹੇ ਭਗਤ ਸਿੰਘ ਦੇ ਜਨਮ ਦਿਨ 'ਤੇ ਸ਼ੁਰੂ ਕਰ ਲਵਾਂ। ਮੈਂ ਉਹਨੂੰ ਪੂਰਨ ਤਸੱਲੀ ਦਿਵਾਤੀ। ਮੈਨੂੰ ਉਸ ਨਾਲ ਗੱਲ ਕਰਕੇ ਤਸੱਲੀ ਤੇ ਹੌਸਲਾ ਵੀ ਮਿਲਿਆ। ਸਾਨੂੰ ਸਭ ਨੂੰ ਇਹ ਵੀ ਖੁਸ਼ੀ ਸੀ ਕਿ ਅਸੀਂ 2-2.5 ਮਹੀਨੇ ਪਹਿਲਾਂ ਹੋ ਚੁੱਕੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਗੁਰਨੇਕ ਨੂੰ ਆਖਿਆ ਤੱਕ ਵੀ ਨਹੀਂ ਸੀ ਤੇ ਸਬਰ ਤੋਂ ਕੰਮ ਲਿਆ ਸੀ। ਇਸ ਗੱਲ ਦੀ ਖੁਸ਼ੀ ਵੀ ਹੋ ਰਹੀ ਸੀ ਕਿ ਜੇ ਗੁਰਨੇਕ ਆਪਣਾ ਹੰਕਾਰ ਉਸੇ ਦਿਨ ਹੀ ਛੱਡ ਦਿੰਦਾ ਤਾਂ ਉਹਦੀ ਇਸ ਹੌਂ ਨੇ ਜ਼ਖਮੀ ਹਾਲਤ ਵਿੱਚ ਹੀ ਰਹਿ ਜਾਣਾ ਸੀ ਤੇ ਉਹ ਸਾਡੇ ਉੱਤੇ ਕਦੇ ਵੀ ਜ਼ਖਮੀ ਸੱਪ ਵਾਂਗ ਵਾਰ ਕਰ ਸਕਦਾ ਸੀ। ਵਿਜੀਲੈਂਸ ਦੀ ਜਾਂਚ ਸ਼ੁਰੂ ਹੋਣ ਨਾਲ ਉਹਦੀ ਸਾਰੀ ਆਕੜ ਭੱਜ ਗਈ ਤੇ ਹੰਕਾਰ ਮੁੱਦੇ ਮੂੰਹ ਡਿੱਗ ਪਿਆ। ਸਿਆਣਿਆਂ ਦੀ ਬਣਾਈ ਕਹਾਵਤ ਹੰਕਾਰਿਆ ਸੋ ਮਾਰਿਆ ਸੱਚੀ ਹੁੰਦੀ ਅਸੀਂ ਆਪਣੀ ਅੱਖੀਂ ਵੇਖ ਰਹੇ ਸੀ। ਅਦਾਲਤ ਦੀ ਅਗਲੀ ਤਾਰੀਖ 'ਚ ਅਜੇ 12 ਦਿਨ ਬਾਕੀ ਸੀ। ਦੁਪਹਿਰ ਵੇਲੇ ਘਰ ਦੀ ਘੰਟੀ ਵੱਜੀ। ਜਦ ਮੈਂ ਬੂਹਾ ਖੋਲ੍ਹਿਆ, ਮੇਰੇ ਸਾਹਮਣੇ ਗੁਰਨੇਕ ਸਾਡੇ ਮਹੱਲੇ ਦੇ MC ਸੁਰਜੀਤ ਸਿੰਘ ਨੂੰ ਲੈ ਕੇ ਖੜਾ ਸੀ। ਮੈਂ ਤਾਂ ਗੁਰਨੇਕ ਨੂੰ ਆਪਣੇ ਦਰਵਾਜ਼ੇ ਅੱਗੇ ਖੜਾ ਵੇਖ ਕੇ ਹੈਰਾਨ ਰਹਿ ਗਿਆ। ਮੇਰੇ ਕੀ ਸਾਡੇ ਸਾਰੇ ਟੱਬਰ ਲਈ ਬੜੇ ਅਚੰਭੇ ਵਾਲੀ ਗੱਲ ਸੀ। MC ਨੇ ਗੱਲਬਾਤ ਸ਼ੁਰੂ ਕੀਤੀ ਤੇ ਉਹ ਮੀਡੀਏਸ਼ਨ 'ਚ ਹੋਏ ਸਮਝੌਤੇ ਮੁਤਾਬਕ ਕੰਧ ਕਰਨ ਲਈ ਆਖਣ ਲੱਗ ਪਿਆ। ਮੈਂ ਵੀ ਜਾਣਬੁੱਝ ਕੇ ਅਣਜਾਣ ਜਿਹਾ ਬਣ ਗਿਆ ਤੇ ਆਖਿਆ, ਹੁਣ ਤਾਂ 10 ਕੁ ਦਿਨ ਰਹਿ ਗਏ ਨੇ, ਆਪਾਂ ਕਾਹਲੀ ਕਰਕੇ ਕਾਹਤੋਂ ਅਦਾਲਤ ਦੀ ਅਵੱਗਿਆ ਕਰਨੀ ਹੈ? ਐਵੇਂ ਕਿਸੇ ਨੇ ਸ਼ਿਕਾਇਤ ਕਰਤੀ ਕਿ ਸਟੇ ਹੋਣ ਦੇ ਬਾਵਜੂਦ ਇਹਨਾਂ ਨੇ ਕੰਧ ਕੱਢ ਲਈ ਹੈ ਤਾਂ ਸਾਨੂੰ ਕੋਈ ਚੱਕਰ ਵੀ ਪੈ ਸਕਦਾ। ਆਪਾਂ ਹੁਣ ਕੁਝ ਦਿਨ ਹੋਰ ਉਡੀਕ ਕਰ ਲੈਂਦੇ ਹਾਂ। ਅਸਲ 'ਚ ਗੁਰਨੇਕ ਦਾ ਅਸਲੀ ਰੂਪ ਵੇਖ ਕੇ ਮੈਂ ਚੰਗੀ ਤਰ੍ਹਾਂ ਸਮਝ ਚੁੱਕਾ ਸੀ ਕਿ ਸੱਜਣ ਤਾਂ ਅੱਖਾਂ ਵਿੱਚ ਹੀ ਸਮਾ ਜਾਂਦੇ ਹਨ, ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦਾ। ਜਦ MC ਨੂੰ ਲੱਗਾ ਕਿ ਅਸੀਂ ਆਪਣੀ ਜਗ੍ਹਾ ਵੜਨ ਪ੍ਰਤੀ ਬਿਲਕੁਲ ਹੀ ਬੇਪਰਵਾਹ, ਉਹਨੇ ਸਾਨੂੰ ਵਿਜੀਲੈਂਸ ਦੀ ਜਾਂਚ ਵਾਲੀ ਤੇ ਕਮਿਸ਼ਨਰ ਦੀ ਸਿਫਾਰਿਸ਼ ਨਾ ਮੰਨਣ ਵਾਲੀ ਸਾਰੀ ਗੱਲ ਦੱਸਦੀ। ਆਖਣ ਲੱਗਾ, ਜਦ ਸਮਝੌਤਾ ਹੋ ਹੀ ਚੁੱਕਾ ਤਾਂ ਉਹਨੂੰ ਲਾਗੂ ਵੀ ਕਰ ਲੈਣਾ ਚਾਹੀਦਾ ਹੈ। MC ਸਾਹਿਬ, ਤੁਹਾਡੀ ਗੱਲ ਮੰਨਦੇ ਆ। ਇਸ ਗੁਰਨੇਕ ਨੂੰ ਪੁੱਛੋ ਜਿਹੜਾ ਕਹਿੰਦਾ ਸੀ ਫੈਸਲਾ ਹੋਣ ਤੋਂ ਪਹਿਲਾਂ ਮੈਨੂੰ ਕੁਝ ਵੀ ਮਨਜ਼ੂਰ ਨਹੀਂ। ਅਸੀਂ ਤਾਂ ਇਹਦੀ ਗੱਲ ਤੇ ਹੀ ਫੁੱਲ ਚੜਾਉਂਦੇ ਹਾਂ। ਮੇਰੇ ਪਿਤਾ ਜੀ ਨੇ ਅਖੀਰਲੇ ਵਾਕ ਤੇ ਵੱਧ ਬਲ ਦੇ ਕੇ ਗੁਰਨੇਕ ਨੂੰ ਟੌਂਚ ਕੀਤੀ। ਗੱਲੀ ਬਾਤੀ ਅਸੀਂ ਅਦਾਲਤ ਦੇ ਸਟੇ ਵਾਲੀ ਗੱਲ ਫਿਰ ਦੁਹਰਾਤੀ। ਗੁਰਨੇਕ ਦੀ ਤਰਫੋਂ MC ਬੀਤੇ 'ਚ ਕੀਤੀਆਂ ਗਈਆਂ ਸਾਰੀਆਂ ਗਲਤੀਆਂ ਦੀ ਮੁਆਫੀ ਉਹਦੀ ਜਗ੍ਹਾ ਤੇ ਆਪ ਮੰਗਣ ਲੱਗ ਪਿਆ। ਸਾਰੀ ਗੱਲਬਾਤ MC ਕਰ ਰਿਹਾ ਸੀ। ਗੁਰਨੇਕ ਤਾਂ ਚੁੱਪਚਾਪ ਨੀਵੀਂ ਪਾਈ ਬੈਠਾ ਰਿਹਾ। ਉਹਨੇ ਤਾਂ ਆਪਣੇ ਕੰਬਦੇ ਹੱਥਾਂ ਨਾਲ ਚਾਹ ਮਸਾਂ ਪੀਤੀ। ਟਰੇ 'ਚੋਂ ਚਾਹ ਦਾ ਕੱਪ ਚੁੱਕਣ ਵੇਲੇ ਉਹਦਾ ਹੱਥ ਕੰਬ ਗਿਆ ਤੇ ਥੋੜ੍ਹੀ ਜਿਹੀ ਚਾਹ ਡੁੱਲ ਵੀ ਗਈ ਸੀ। ਗੁਰਨੇਕ ਦੀ ਤਰਸਯੋਗ ਹਾਲਤ ਵੇਖ ਕੇ ਸਾਡੇ ਸਾਰੇ ਘਰਦਿਆਂ ਦੀ ਪੂਰੀ ਤਸੱਲੀ ਹੋ ਚੁੱਕੀ ਸੀ, ਜਿਹੜੀ ਕਿ ਉਹਨਾਂ ਦੇ ਚਿਹਰਿਆਂ ਤੋਂ ਝਲਕਾਂ ਮਾਰ ਰਹੀ ਸੀ। ਸਾਨੂੰ ਨਾ ਮੰਨਦਾ ਵੇਖ ਕੇ ਗੁਰਨੇਕ ਨੇ ਹੱਥ ਜੋੜ ਕੇ ਇੱਥੋਂ ਤੱਕ ਵੀ ਆਖ ਦਿੱਤਾ, ਤੁਸੀਂ ਭਾਵੇਂ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਾ ਛੱਡਿਓ, ਪਰ ਮੇਰਾ ਖਹਿੜਾ ਛੱਡ ਦਿਓ। ਮੈਨੂੰ ਇੱਕ ਵਾਰ ਬਚਾ ਲਓ। ਉਹ ਇਹ ਸ਼ਬਦ ਮਸਾਂ ਹੀ ਥਥਲਾਉਂਦਾ ਹੋਇਆ ਬੋਲ ਸਕਿਆ ਸੀ। ਫਿਰ ਉਹ ਪਿਤਾ ਜੀ ਦੇ ਪੈਰਾਂ ਵੱਲ ਨੂੰ ਝੁਕਦਾ ਹੋਇਆ ਬੋਲਿਆ,
ਬਾਈ ਜੀ ਇੱਕ ਵਾਰ ਮਾਫ ਕਰ ਦਿਓ। ਪਿਤਾ ਜੀ ਨੇ ਉਹਨੂੰ ਮੋਢਿਆਂ ਤੋਂ ਫੜਦੇ ਹੋਏ ਆਪਣੇ ਪੈਰੀਂ ਹੱਥ ਨਾ ਲਾਉਣ ਦਿੱਤੇ। ਉਸੇ ਵਕਤ ਹੀ ਮੈਨੂੰ ਆਪਣੇ ਕ੍ਰਿਸ਼ਨ ਦੁਆਰਾ ਆਖੇ ਗਏ ਬੋਲ ਇੱਕਦਮ ਯਾਦ ਆ ਗਏ। ਗੁਰਨੇਕ ਮੈਨੂੰ ਫਿਲਮਾਂ ਵਾਲਾ ਅਮਰੀਸ਼ ਪੁਰੀ ਲੱਗਣ ਲੱਗ ਪਿਆ, ਜੋ ਆਪਣੀ ਜਾਨ ਇੱਕ ਵਾਰ ਬਚਾ ਕੇ ਫਿਰ ਤੋਂ ਵਾਰ ਕਰ ਸਕਦਾ। ਮੈਂ ਚੁੱਪ ਹੀ ਰਿਹਾ। ਸਾਨੂੰ ਇਹ ਵੀ ਚੰਗਾ ਨਹੀਂ ਲੱਗ ਰਿਹਾ ਸੀ ਕਿ ਸਾਊ ਜਿਹਾ MC ਵੀ ਕਿਸੇ ਹੋਰ ਦੁਆਰਾ ਕੀਤੀਆਂ ਗਈਆਂ ਗਲਤੀਆਂ ਦੀ ਮਾਫੀ ਆਪ ਮੰਗੇ। ਉਹਦੀ ਨਿਮਰਤਾ ਤੇ ਫਰਾਖਦਿਲੀ ਵੇਖ ਕੇ ਸਾਡਾ ਸਾਰਾ ਪਰਿਵਾਰ ਉਹਦੇ ਮੂੰਹ ਤੇ ਅਪਣਾਪਤ ਭਰੇ ਬੋਲਾਂ ਤੋਂ ਪ੍ਰਭਾਵਿਤ ਹੋ ਗਿਆ ਸੀ। MC ਦੁਆਰਾ ਧਾਰਮਿਕ ਗਿਆਨ 'ਚ ਬੋਲੇ ਜਾ ਰਹੇ ਸ਼ਬਦਾਂ ਨੇ ਸਾਨੂੰ ਵੀ ਪਹਿਲਾਂ ਹੀ ਪਿੰਗਲ ਕੇ ਮੋਮ ਹੋ ਚੁੱਕਿਆਂ ਨੂੰ ਫਿਰ ਤੋਂ ਯਾਦ ਕਰਵਾ ਦਿੱਤਾ ਕਿ ਦਇਆ ਦੇ ਬਰਾਬਰ ਹੋਰ ਕੋਈ ਵੀ ਧਰਮ ਨਹੀਂ। ਸ਼ਾਇਦ ਇਸੇ ਕਰਕੇ ਮੇਰੇ ਪਿਤਾ ਜੀ ਨੇ ਸਭ ਜੀਆਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਿਨਾਂ ਹੀ ਉਹਨਾਂ ਨੂੰ ਪੂਰਾ ਯਕੀਨ ਦਿਵਾਤਾ ਕਿ ਅਸੀਂ ਇਸ ਸ਼ਿਕਾਇਤ ਬਾਬਤ ਕੋਈ ਵੀ ਕਾਰਵਾਈ ਨਹੀਂ ਕਰਾਂਗੇ। ਉਹਨਾਂ ਨੂੰ ਇੱਥੋਂ ਤੱਕ ਵੀ ਆਖ ਦਿੱਤਾ ਕਿ ਅਦਾਲਤ ਵਾਲੇ ਫੈਸਲੇ ਦੀ ਕਾਪੀ ਤਾਂ ਤਰੀਕ ਵਾਲੇ ਦਿਨ ਹੀ ਮਿਲੇਗੀ, ਪਰ ਨਗਰ ਨਿਗਮ ਵਾਲੀ ਕਾਰਵਾਈ ਨੂੰ ਰੁਕਵਾਉਣ ਲਈ ਜਿਹੜਾ ਵੀ ਕੁਝ ਲਿਖਵਾਉਣਾ ਚਾਹੁੰਦੇ ਹੈ ਉਹ ਟਾਈਪ ਕਰਵਾ ਕੇ ਲੈ ਆਉਣ, ਅਸੀਂ ਉਸ 'ਤੇ ਦਸਤਖਤ ਕਰ ਦੇਵਾਂਗੇ। ਉਹਨਾਂ ਨੂੰ ਇਹ ਵੀ ਯਕੀਨ ਦਿਵਾਤਾ ਕਿ ਅਸੀਂ ਆਪਣੀ ਜ਼ਬਾਨ ਮੁਤਾਬਕ ਛੱਡੀ ਹੋਈ ਜਗ੍ਹਾ ਨੂੰ ਛੱਡਾਂਗੇ ਹੀ ਛੱਡਾਂਗੇ। ਉਹਨਾਂ ਨੂੰ ਵੀ ਪੂਰਾ ਯਕੀਨ ਹੋ ਗਿਆ ਕਿ ਅਸੀਂ ਨਾ ਤਾਂ ਅਦਾਲਤ ਵਾਲੇ ਸਮਝੌਤੇ ਤੋਂ ਭੱਜਾਂਗੇ, ਨਾ ਹੀ ਨਗਰ ਨਿਗਮ ਤੇ ਵਿਜੀਲੈਂਸ ਵਾਲੀ ਕਾਰਵਾਈ ਨੂੰ ਅੱਗੇ ਵਧਾਉਣ ਵਿੱਚ ਜ਼ੋਰ ਲਾਵਾਂਗੇ। ਇਹ ਸੁਣ ਕੇ ਗੁਰਨੇਕ ਦੇ ਕੰਬਦੇ ਹੱਥ ਆਪਣੇ ਕੰਨਾਂ ਨੂੰ ਲਾ ਕੇ ਮੇਰੇ ਪਿਤਾ ਜੀ ਦੇ ਸਾਹਮਣੇ ਆਪ ਮੁਹਾਰੇ ਜੁੜ ਗਏ। ਉਹ ਤਸੱਲੀ ਦੇ ਨਾਲ ਖੁਸ਼ ਹੁੰਦੇ ਹੋਏ ਵਾਪਸ ਮੁੜ ਗਏ। ਉਂਝ ਗੁਰਨੇਕ ਦੀ ਹਾਲਤ ਵੇਖਣ ਯੋਗ ਸੀ। ਉਹਦੇ ਉਦਾਸੀ ਮਾਰੇ ਚਿਹਰੇ ਤੇ ਜ਼ਰਾ ਕੁ ਮੁਸਕਾਨ ਵੀ ਆ ਗਈ ਸੀ। ਸ਼ਾਇਦ ਉਹ ਸੋਚ ਰਿਹਾ ਸੀ, ਕੁੜੀ ਜੰਮੀ ਹੱਡ ਛੁੱਟੇ। ਉਹਨਾਂ ਦੇ ਆਉਣ ਨਾਲ ਦੋਵੇਂ ਧਿਰਾਂ ਨੂੰ ਪੂਰਨ ਤਸੱਲੀ ਮਿਲ ਗਈ ਸੀ। ਸਾਡੇ ਲਈ ਨੈਤਿਕ ਤੌਰ ਤੇ ਇੱਕ ਵੱਡੀ ਜਿੱਤ ਸੀ ਕਿ ਸਾਡਾ ਵਿਰੋਧੀ ਨੀਵਾਂ ਹੋ ਕੇ ਚੱਲ ਕੇ ਸਾਡੇ ਘਰ ਆਇਆ ਸੀ। ਹੁਣ ਉਸ ਉੱਤੇ ਵਾਰ ਕਰਨ ਦੀ ਨਾ ਤਾਂ ਸਾਡੀ ਕੋਈ ਮਨਸ਼ਾ ਸੀ ਤੇ ਅਸੂਲੀ ਤੌਰ ਤੇ ਵੀ ਇਹ ਚੰਗਾ ਵਰਤਾਰਾ ਨਹੀਂ ਸੀ। ਦੂਜੀ ਧਿਰ ਨੂੰ ਗਲਤੀ ਦਾ ਅਹਿਸਾਸ ਕਰਾਉਣਾ ਹੀ ਸਾਡਾ ਮਕਸਦ ਸੀ, ਜੋ ਕਿ ਪੂਰਾ ਹੋ ਗਿਆ ਸੀ। ਬੇਸ਼ੱਕ ਇਸ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਤਣਾਵਾਂ 'ਚੋਂ ਲੰਘਣਾ ਪਿਆ ਸੀ। ਇਸ ਸਮਝੌਤੇ ਨੂੰ ਕਾਨੂੰਨੀ ਰੂਪ ਮਿਲਣ 'ਚ ਅਜੇ ਕੁਝ ਦਿਨ ਲੱਗਣੇ ਸੀ। ਬਾਕੀ ਰਹਿੰਦੇ ਦਿਨ ਬੀਤ ਜਾਣ ਦਾ ਅੰਦਰੋਂ ਅੰਦਰੀ ਤਾਂ ਸਾਨੂੰ ਸਭ ਨੂੰ ਬੇਸਬਰੀ ਨਾਲ ਉਡੀਕ ਸੀ, ਪਰ ਹਰ ਕੋਈ ਸਹਿਜਮਾਤੀ ਵਿਖਾ ਰਿਹਾ ਸੀ। ਜਦ 1.25 ਸਾਲ ਤੋਂ ਉੱਪਰ ਦਾ ਸਮਾਂ ਲੰਘਾ ਲਿਆ ਤਾਂ ਇਹ ਕੁਝ ਕੁ ਦਿਨ ਆਪਣੇ ਤੋਰੇ ਲੰਘ ਹੀ ਜਾਣੇ ਸੀ। ਮਿੱਥੀ ਹੋਈ ਤਰੀਕ ਵੀ ਆ ਪੁੱਜੀ। ਮੈਂ ਫਿਰ ਅਦਾਲਤ ਸੀ। ਮੇਰੀ ਹੈਰਾਨੀ ਦੀ ਹੱਦ ਉਦੋਂ ਜਵਾਬ ਦੇ ਗਈ ਜਦ ਸਾਡੀ ਵਾਰੀ ਆਉਣ ਤੇ ਦੂਜੀ ਧਿਰ ਦੇ ਮੁਨਸ਼ੀ ਨੇ ਆ ਕੇ ਆਖ ਦਿੱਤਾ, ਗੁਰਨੇਕ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦੀ ਮੌਤ ਹੋਣ ਕਾਰਨ ਅਦਾਲਤ 'ਚ ਹਾਜ਼ਰ ਨਹੀਂ ਹੋ ਸਕਦਾ, ਇਸ ਲਈ ਅਗਲੀ ਤਰੀਕ ਦੇ ਦਿੱਤੀ ਜਾਵੇ। ਜੱਜ ਵੀ ਹੈਰਾਨ ਤੇ ਪਰੇਸ਼ਾਨ ਹੋ ਗਏ। ਉੱਥੇ ਚੱਲ ਰਹੀ ਗੱਲਬਾਤ ਤੋਂ ਮੈਨੂੰ ਲੱਗਾ ਕਿ ਜੱਜ ਤੇ ਮੁਨਸ਼ੀ ਦੋਵੇਂ ਹੀ ਚਾਹੁੰਦੇ ਆ ਕਿ ਕੇਸ ਨੂੰ ਵਾਪਸ ਲੈਣ ਵੇਲੇ ਸੰਬੰਧਿਤ ਬੰਦੇ ਦਾ ਮੌਕੇ ਤੇ ਹਾਜ਼ਰ ਹੋਣਾ ਲਾਜ਼ਮੀ ਹੈ। ਜੱਜ ਮੇਜ਼ ਉੱਤੇ ਕਾਗਜ਼ ਚੁੱਕ ਕੇ ਧਿਆਨ ਨਾਲ ਉਸ ਵੱਲ ਵੇਖਣ ਲੱਗ ਪਈ, ਫਿਰ ਕੁਝ ਸੋਚ ਕੇ ਬੋਲੀ, ਗੁਰਨੇਕ ਸਿੰਘ ਭਲਕੇ ਆ ਸਕਦਾ? ਹਾਂਜੀ ਪੱਕਾ ਆ ਜਾਏਗਾ, ਮੁਨਸ਼ੀ ਬੋਲਿਆ। ਚਲੋ ਫਿਰ ਉਹਨੂੰ ਕੱਲ ਨੂੰ ਹੀ ਸੱਦ ਲਓ। ਉਸ ਤੋਂ ਐਫੀਡੇਵਿਟ ਮੇਰੇ ਸਾਹਮਣੇ ਸਾਈਨ ਕਰਵਾਉਣਾ ਹੈ, ਜੱਜ ਨੇ ਅਗਲੀ ਤਰੀਕ ਦਿੰਦੇ ਹੋਏ ਆਖਿਆ। ਉਹਦੇ ਬੋਲਾਂ ਤੋਂ ਲੱਗਦਾ ਸੀ ਉਹ ਵੀ ਅੱਕ ਚੁੱਕੀ ਸੀ। ਇੰਨੀ ਨੇੜੇ ਦੀ ਤਰੀਕ ਮੇਰੇ ਇਸ ਕੇਸ 'ਚ ਪਹਿਲੀ ਵਾਰ ਪਈ ਸੀ ਤੇ ਮੈਂ ਸ਼ੁਕਰ ਵੀ ਕੀਤਾ ਕਿ ਜੱਜ ਦਾ ਕੀ ਸੀ, ਭਾਵੇਂ ਮਹੀਨੇ ਦੀ ਤਰੀਕ ਪਾ ਦਿੰਦੇ। ਅਗਲੇ ਦਿਨ ਦੀ ਸੁਭਾਗੀ ਸਵੇਰ ਦੀ ਉਡੀਕ ਮੇਰੇ ਲਈ ਲੰਬੀ ਹੁੰਦੀ ਜਾ ਰਹੀ ਸੀ। ਉਸ ਰਾਤ ਵੀ ਮੈਂ ਸੌਂ ਨਹੀਂ ਸੀ ਸਕਿਆ। ਮਨ 'ਚ ਬਾਰ-ਬਾਰ ਇਹੋ ਆਈ ਜਾ ਰਿਹਾ ਸੀ ਕਿ ਜਿਹੜਾ ਕੇਸ ਜ਼ਿਲ੍ਹਾ ਪੁਲਿਸ ਮੁਖੀ ਤੱਕ ਇੱਕ ਮਾਮੂਲੀ ਜਿਹੇ ਥਾਣੇਦਾਰ ਦੀ ਘੁਰਕੀ ਨਾਲ ਹੀ ਸੁਲਝ ਸਕਦਾ ਸੀ, ਉਸ ਲਈ ਮੈਨੂੰ ਕਿੰਨੀ ਦੇਰ ਥਾਣਿਆਂ, ਕਚਹਿਰੀਆਂ ਤੇ ਹੋਰ ਦਫ਼ਤਰਾਂ 'ਚ ਰੁਲਣਾ ਪਿਆ, ਕਿੰਨਾ ਸੰਘਰਸ਼ ਕਰਨਾ ਪਿਆ, ਕਿੰਨਾ ਧਨ ਤੇ ਸਮਾਂ ਬਰਬਾਦ ਕਰਨਾ ਪਿਆ। ਇਹ ਕਿਹੋ ਜਿਹਾ ਪੁਲਿਸ ਪ੍ਰਬੰਧ ਹੈ ਜਿਹੜਾ ਆਪਣੇ ਕਰਮਚਾਰੀਆਂ ਦੇ ਸ਼ਰੇਆਮ ਗਲਤ ਹੋਣ ਦੇ ਬਾਵਜੂਦ ਉਹਨਾਂ ਨੂੰ ਘੂਰ ਤੱਕ ਨਹੀਂ ਸਕਦਾ ਤੇ ਪੀੜਤ ਧਿਰ ਨੂੰ ਵੱਖ-ਵੱਖ ਕੇਸਾਂ 'ਚ ਉਲਝਾ ਕੇ ਆਪਣੇ ਕੀਤੇ ਜ਼ੁਲਮਾਂ ਤੇ ਅਪਰਾਧਾਂ ਨੂੰ ਲੁਕਾਉਣ ਦੇ ਯਤਨ 'ਚ ਲੱਗਿਆ ਰਹਿੰਦਾ ਹੈ। ਇੰਨੇ ਸਮੇਂ 'ਚ ਤਾਇਨਾਤ ਰਹੇ 3 ਜ਼ਿਲ੍ਹਾ ਪੁਲਿਸ ਮੁਖੀਆਂ ਦੇ ਚਿਹਰੇ ਵੀ ਧੁੰਦਲੇ ਅੱਖਾਂ ਸਾਹਮਣੇ ਆ ਕੇ ਲੰਘਦੇ ਰਹੇ। ਤਿੰਨਾਂ ਨੂੰ ਹੀ ਇਸ ਕੇਸ ਦਾ ਊੜੇ ਤੋਂ ਲੈ ਕੇ ਅੜਾੜੇ ਤੱਕ ਦਾ ਗਿਆਨ ਸੀ, ਪਰ ਇਹਨਾਂ ਸਭ ਦੀ ਖਸਲਤ ਇੱਕੋ ਜਿਹੀ ਰਹੀ। ਉਹ ਆਪਣੇ ਛੋਟੇ ਤੋਂ ਛੋਟੇ ਮੁਲਾਜ਼ਮ ਨੂੰ ਝਿੜਕਣਾ ਤਾਂ ਦੂਰ, ਗਲਤ ਆਖਣ ਤੱਕ ਦੀ ਹਿੰਮਤ ਵੀ ਨਹੀਂ ਸੀ ਕਰ ਸਕੇ। ਇੱਕ SP ਦੁਆਰਾ ਸ਼ਰੇਆਮ ਆਪਣੇ ਗਲਤ ਮੁਲਾਜ਼ਮਾਂ ਦੀ ਮਦਦ ਕਰਨੀ ਸ਼ਰਮਨਾਕ ਤਾਂ ਹੈ ਹੀ ਸੀ, ਪਰ ਉਹਦੇ ਨਾਲ-ਨਾਲ 4-5 DSP ਜੋ ਇਸ ਸਮੇਂ ਦੌਰਾਨ ਤਾਇਨਾਤ ਰਹੇ ਵੀ ਆਪਣੇ ਮਹਿਕਮੇ ਦੇ ਹੌਲਦਾਰ ਨੂੰ ਗਲਤ ਆਖਣ ਦੀ ਜੁਰਤ ਨਾ ਕਰ ਸਕੇ। ਇਹਨਾਂ ਸਭ ਨੂੰ ਤਾਂ ਆਪਣੇ ਆਪ ਨੂੰ ਵੱਜਣ ਵਾਲੇ ਸਲੂਟਾਂ ਦਾ ਹੀ ਫਿਕਰ ਸੀ। ਉਹਨਾਂ ਦੀ ਇਸ ਗਲਤੀ ਜਾਂ ਸਿਆਣਪ ਕਾਰਨ ਹੀ ਮੈਨੂੰ 150 ਤੋਂ ਵੱਧ RTI ਪਾਉਣੀਆਂ ਪਈਆਂ, ਅਦਾਲਤ ਤੇ ਥਾਣਿਆਂ 'ਚ ਦਰਜਨਾਂ ਤਰੀਕਾਂ ਭੁਗਤਣੀਆਂ ਪਈਆਂ, ਨਗਰ ਨਿਗਮ 'ਚ ਦਰਜਨਾਂ ਸ਼ਿਕਾਇਤਾਂ ਕਰਾਉਣੀਆਂ ਪਈਆਂ ਤੇ ਕੇਵਲ ADC ਦੇ ਦਫ਼ਤਰ ਵਿੱਚ ਹੀ ਸੈਂਕੜੇ ਗੇੜੇ ਮਾਰਨੇ ਪਏ। ਅਦਾਲਤ ਅਤੇ
ਲੋਕ ਅਦਾਲਤ ਦਾ ਅਸਲੀ ਰੂਪ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪਿਆ। ਇੱਥੇ ਬਿਨਾਂ ਕਿਸੇ ਵੀ ਸਬੂਤ ਦੇ ਕਿਸੇ ਤੇ ਵੀ ਕੇਸ ਕਰਕੇ ਉਹਨੂੰ ਉਲਝਾਇਆ ਜਾ ਸਕਦਾ ਹੈ। ਜੱਜ ਵੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਡਰ ਅੱਗੇ ਹੀ ਝੁਕਣ ਲਈ ਮਜਬੂਰ ਹੋ ਜਾਂਦੇ ਆ। ਅਦਾਲਤਾਂ 'ਚ ਆਮ ਬੰਦਾ ਕਿਸ ਤਰ੍ਹਾਂ ਇੱਕ ਘਸਿਆਰਾ ਜਿਹਾ ਬਣ ਕੇ ਰਹਿ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੇ ਬੰਦਿਆਂ ਦੀਆਂ ਮਿੰਨਤਾਂ ਕਰਦਿਆਂ ਉਹਦੀ ਆਪਣੀ ਹਸਤੀ ਗਾਇਬ ਹੋ ਜਾਂਦੀ ਹੈ। ਫਿਰ ਮੇਰੇ ਦਿਮਾਗ 'ਚ 1984 'ਚ ਹੋਏ ਦੰਗਿਆਂ ਦੇ ਦੋਸ਼ੀਆਂ ਨੂੰ ਮਿਲਣ ਵਾਲੀ ਸਜ਼ਾ 'ਚ ਹੋ ਰਹੀ ਦੇਰ ਬਾਰੇ ਸਾਰੇ ਖਿਆਲ ਘੁੰਮਣ ਲੱਗ ਪਏ। ਮਹਿਸੂਸ ਹੋਇਆ ਕਿ ਇਸ ਦੇਰੀ 'ਚ ਅੜਚਣ ਬਣਨ ਵਾਲਾ ਸਿਰਫ ਧਰਮ ਹੀ ਨਹੀਂ, ਸਗੋਂ ਸਾਡਾ ਸਮੁੱਚਾ ਪ੍ਰਸ਼ਾਸਨ, ਰਾਜਨੀਤਿਕ ਢਾਂਚਾ ਤੇ ਕਾਨੂੰਨ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਇੱਥੇ ਕਿਸੇ ਵੀ ਕੇਸ ਨੂੰ ਕਾਨੂੰਨੀ ਘੁੰਤਰਾਂ ਕਾਰਨ ਬੰਦਿਆਂ ਦੀਆਂ ਉਮਰਾਂ ਤੋਂ ਵੀ ਵਧੇਰੇ ਵਰ੍ਹਿਆਂ ਤੀਕ ਲਮਕਾਇਆ ਜਾ ਸਕਦਾ ਹੈ। ਉਸਲ ਵੱਟੇ ਲੈਂਦੇ ਦੇ ਇਹੀ ਦਿਮਾਗ 'ਚ ਆ ਰਿਹਾ ਸੀ ਕਿ ਕਿਹੋ ਜਿਹਾ ਜੰਗਾਲਿਆ ਹੋਇਆ ਪ੍ਰਸ਼ਾਸਨ ਹੈ। ਇੱਕ ਆਮ ਬੰਦਾ ਇਸ ਉੱਤੇ ਰੇਗ ਮਾਰ ਘਸਾਈ ਜਾ ਰਿਹਾ, ਪਰ ਜੰਗਾਲ ਉਤਰ ਹੀ ਨਹੀਂ ਰਿਹਾ। ਬੇਸ਼ੱਕ ਇਹਦੀਆਂ ਪੇਪੜੀਆਂ ਉਧੜਦੀਆਂ ਜਾ ਰਹੀਆਂ, ਪਰ ਇਹਨਾਂ ਨੂੰ ਉਧੇੜਨ 'ਚ ਆਮ ਬੰਦੇ ਨੂੰ ਇੰਨਾ ਜ਼ਿਆਦਾ ਤੰਗ ਪਰੇਸ਼ਾਨ ਹੋਣਾ ਤੇ ਸਿਦਕ ਦਿਲੀ ਨਾਲ ਲੰਬਾ ਤੇ ਸਿਰੜੀ ਸੰਘਰਸ਼ ਕਰਨਾ ਪੈਂਦਾ ਹੈ ਕਿ ਕਈ ਵਾਰ ਤਾਂ ਮਰਨ ਕੰਢੇ ਤੇ ਵੀ ਪੁੱਜ ਜਾਂਦਾ ਹੈ। ਉਹਨੂੰ ਇਨਸਾਫ ਦਾ ਮੂੰਹ ਵਿਖਾਉਣ ਦੀ ਥਾਂ ਤਰੀਕ ਤੋਂ ਬਾਅਦ ਤਰੀਕ ਪਾ ਕੇ ਇਨਸਾਫ ਨੂੰ ਮ੍ਰਿਗ ਤ੍ਰਿਸ਼ਨਾ ਹੀ ਬਣਾ ਦਿੱਤਾ ਜਾਂਦਾ ਹੈ। ਇੱਕ ਇਹੋ ਜਿਹੀ ਚੁਸਤੀ ਫੁਰਤੀ ਤੇ ਪਾਰਦਰਸ਼ਤਾ ਹੈ ਕਿ ਇੱਕ ਦਿਨ 'ਚ ਨਿਬੜਨ ਵਾਲੇ ਇਸ ਮਸਲੇ ਲਈ ਇੰਨਾ ਸਮਾਂ ਲੱਗ ਜਾਂਦਾ ਹੈ। ਦਿਮਾਗ 'ਚ ਆਉਣ ਲੱਗਾ ਕਿ ਸਾਡੀ ਅਫਸਰਸ਼ਾਹੀ ਨੂੰ ਸਮੱਤ ਕਦੋਂ ਆਏਗੀ ਤੇ ਉਹਨੂੰ ਕਦੋਂ ਪਤਾ ਲੱਗੇਗਾ ਕਿ ਉਹਨਾਂ ਦੇ ਅਜਿਹੇ ਕੁਕਰਮਾਂ ਤੇ ਲਾਪਰਵਾਹੀਆਂ ਕਾਰਨ ਇੱਕ ਆਮ ਬੰਦਾ ਇਨਸਾਫ ਦੀ ਉਡੀਕ ਛੱਡ ਕੇ ਮੌਤ ਨੂੰ ਹੀ ਨੇੜੇ ਦਾ ਤੇ ਸਦੀਵੀ ਸਾਥੀ ਸਮਝਣ ਲੱਗ ਜਾਂਦਾ ਹੈ। ਉਹਦਾ ਕਿੰਨਾ ਆਰਥਿਕ, ਮਾਨਸਿਕ, ਨੈਤਿਕ, ਪਰਿਵਾਰਕ, ਬੌਧਿਕ ਤੇ ਸਮਾਜਿਕ ਨੁਕਸਾਨ ਹੁੰਦਾ ਹੈ, ਇਹਦਾ ਤਾਂ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ। ਪਿੱਛਲ ਝਾਤ ਮਾਰਦਿਆਂ ਮੇਰੇ ਦਿਲ 'ਚ ਪੱਕਾ ਵਿਸ਼ਵਾਸ ਬਣ ਗਿਆ ਕਿ ਇਹ ਵਿਵਸਥਾ ਇੰਨੀ ਜ਼ਿਆਦਾ ਜੰਗਾਲੀ ਜਾ ਚੁੱਕੀ ਹੈ। ਇਹਦੇ ਕੰਨ ਖੋਲ੍ਹਣ ਲਈ ਇਸ ਉੱਤੇ ਜਿੰਨੇ ਮਰਜ਼ੀ ਹਥੌੜੇ ਮਾਰ ਲਏ ਜਾਣ, ਪਰ ਇਹਦੇ ਕੰਨ ਖੁੱਲ੍ਹ ਹੀ ਨਹੀਂ ਸਕਦੇ। ਇਹਦਾ ਸਿਰਫ ਇੱਕ ਹੀ ਇਲਾਜ ਰਹਿ ਗਿਆ ਜਾਪਦਾ ਹੈ ਕਿ ਇਸ ਵਿਵਸਥਾ ਨੂੰ ਸੁਧਾਰਨ ਲਈ ਟੱਕਰਾਂ ਮਾਰਨ ਦੀ ਬਜਾਏ ਇਹਨੂੰ ਬਦਲ ਦੇਣਾ ਚਾਹੀਦਾ ਹੈ। ਜੇ ਇਹਨੂੰ ਜਲਦੀ ਨਾ ਬਦਲਿਆ ਗਿਆ ਤਾਂ ਪਤਾ ਨਹੀਂ ਹੋਰ ਕਿੰਨੇ ਕੁ ਮਜ਼ਲੂਮ ਮੇਰੇ ਵਾਂਗ ਥਾਣਿਆਂ, ਕਚਹਿਰੀਆਂ ਤੇ ਇਹਨਾਂ ਦਫ਼ਤਰਾਂ 'ਚ ਧੱਕੇ ਤਾਂ ਖਾਣ ਲਈ ਮਜਬੂਰ ਹਨ ਹੀ। ਪਤਾ ਨਹੀਂ ਅਜੇ ਕਿੰਨਾ ਹੋਰ ਲੰਮਾ ਸਮਾਂ ਜਬਕਦੇ ਰਹਿਣਗੇ। ਕਈ ਤਾਂ ਇਸ ਤਰ੍ਹਾਂ ਦੀ ਨਰਕ ਭਰੀ ਜ਼ਿੰਦਗੀ ਤੋਂ ਤੰਗ ਆ ਕੇ ਆਪਣੇ ਹੱਥੀਂ ਆਪਣੀ ਜ਼ਿੰਦਗੀ ਦਾ ਅੰਤ ਕਰਨ ਲਈ ਮਜਬੂਰ ਹੋ ਜਾਣਗੇ। ਇਹ ਸਭ ਕੁਝ ਸੋਚਦਾ ਸੋਚਦਾ ਮੈਂ ਅੱਧ ਸੁੱਤਾ ਹੀ ਸੁਰਜੀਤ ਪਾਤਰ ਦਾ ਸ਼ੇਅਰ, ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਗਾਉਂਦਾ ਹੋਇਆ ਪਤਾ ਨਹੀਂ ਮੈਂ ਕਦੋਂ ਨੀਂਦ ਦੀ ਗੋਦ ਵਿੱਚ ਚਲਾ ਗਿਆ। ਉਸ ਰਾਤ ਮੈਂ ਕਈ ਮਹੀਨਿਆਂ ਬਾਅਦ ਗੂੜੀ ਨੀਂਦ ਸੁੱਤਾ ਸਾਂ। ਮੈਨੂੰ ਉੱਠਣ 'ਚ ਕਾਫੀ ਦੇਰ ਹੋ ਗਈ। ਅਗਲੇ ਦਿਨ ਮੈਂ ਜਦ ਆਪਣੇ ਵਕੀਲ ਦੇ ਚੈਂਬਰ 'ਚ ਵੜਿਆ ਹੀ ਸੀ ਤੇ ਉਹਨੇ ਹੱਸਦੇ ਹੋਏ ਮੈਨੂੰ ਮੁਬਾਰਕਾਂ ਦਿੱਤੀਆਂ ਤੇ ਦੱਸਿਆ ਕਿ ਦੂਜੀ ਧਿਰ ਤਾਂ ਸਵੇਰੇ ਸਵਖਤ ਹੀ ਆ ਕੇ ਐਫੀਡੇਵਿਟ ਦੇ ਗਈ ਸੀ ਤੇ ਜੱਜ ਨੇ ਮੈਨੂੰ ਸੱਦ ਕੇ ਕੇਸ ਦੇ ਡਿਸਮਿਸ ਹੋਣ ਦੀ ਸੂਚਨਾ ਦੇ ਦਿੱਤੀ ਹੈ। ਮੈਨੂੰ ਖੁਸ਼ੀ ਦੇ ਨਾਲ ਹੈਰਾਨੀ ਹੋ ਰਹੀ ਸੀ। ਅੱਜ ਹੀ ਮੈਂ ਅਦਾਲਤ ਵਿੱਚ ਅੱਧਾ ਕੁ ਘੰਟਾ ਦੇਰੀ ਨਾਲ ਪਹੁੰਚਿਆ ਸੀ। ਅੱਜ ਹੀ ਮੇਰੀ ਗੈਰ ਹਾਜ਼ਰੀ 'ਚ ਮੇਰੇ ਕੇਸ ਦਾ ਫੈਸਲਾ ਮੇਰੇ ਹੱਕ 'ਚ ਹੋ ਗਿਆ। ਮੈਂ ਵਕੀਲ ਤੋਂ ਚੋਰੀ ਆਪਣੀਆਂ ਅੱਖਾਂ 'ਚ ਆਏ ਹੰਝੂ ਪੂੰਝ ਲਏ ਤੇ ਮਨ ਹੀ ਮਨ ਉਹਨਾਂ ਸਭ ਲੋਕਾਂ ਦਾ ਧੰਨਵਾਦੀ ਹੋਣ ਲੱਗ ਪਿਆ ਜਿਨ੍ਹਾਂ ਨੇ ਮੇਰੇ ਇਸ ਮੁਕੱਦਮੇ 'ਚ ਕਿਸੇ ਨਾ ਕਿਸੇ ਰੂਪ 'ਚ ਮੇਰੀ ਮਦਦ ਕੀਤੀ ਸੀ। ਇਸ ਕੇਸ ਨੇ ਤਾਂ ਮੈਨੂੰ ਮੌਤ ਦੇ ਕੰਢੇ ਤੇ ਲਿਆ ਕੇ ਖੜਾ ਕਰਤਾ ਸੀ, ਪਰ ਇਨਸਾਫ ਪਸੰਦ ਲੋਕਾਂ ਤੇ ਜਥੇਬੰਦੀਆਂ ਦੇ ਮੇਰੇ ਨਾਲ ਡਟ ਕੇ ਖੜਨ ਕਾਰਨ ਹੀ ਇਹ ਸੰਭਵ ਹੋ ਸਕਿਆ ਸੀ ਕਿ ਮੇਰੀਆਂ ਅੱਖਾਂ ਨਵੇਂ ਸੁਪਨੇ ਵੇਖਣ ਦੇ ਯੋਗ ਹੋ ਗਈਆਂ ਸਨ। ਨਹੀਂ ਤਾਂ ਭਾਰਤੀ ਨਿਆਂ ਪ੍ਰਣਾਲੀ 'ਚ ਇਹ ਕਿੱਥੇ ਸੰਭਵ ਹੈ। ਧੰਨਵਾਦ। ਸਮਾਪਤ।